ਸੋ ਪਰਮੇਸ਼ਰ ਨੇ ਸਮਾਂ ਦਿੱਤਾ ਹੈ ਕਿ ਅਸੀਂ ਉਹਦੇ ਬਦਨ ਦੇ ਵਿੱਚ ਲਹੂ ਦੇ ਵਿੱਚ ਸਾਂਝੇ ਹੋ ਸਕੀਏ। ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਸਮੇਂ ਨੂੰ ਇੱਕ ਬਹੁਤ ਖਾਸ ਸਥਾਨ ਦਿੱਤਾ ਗਿਆ ਹੈ। ਸਮੇਂ ਦੀ ਅਹਿਮੀਅਤ ਨੂੰ ਜਾਣਨਾ ਅਤੀ ਜ਼ਿਆਦਾ ਜ਼ਰੂਰੀ ਆ। ਜਿਹੜਾ ਪਰਮੇਸ਼ਰ ਨਾਲ ਮਿਲਾਪ ਕਰਨਾ ਚਾਹੁੰਦਾ ਆ, ਜਿਹੜਾ ਪਰਮੇਸ਼ਰ ਤੋਂ ਆਸ਼ੀਸ਼ਿਤ ਹੋਣਾ ਚਾਹੁੰਦਾ ਆ, ਉਹਦੇ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਸਮੇਂ ਦੀ ਅਹਿਮੀਅਤ ਨੂੰ ਜਾਣੇ। ਕਿਉਂਕਿ ਜੇ ਅਸੀਂ ਸਮੇਂ ਦੀ ਕਦਰ ਕਰਾਂਗੇ, ਸਮਾਂ ਸਾਡੀ ਕਦਰ ਵਧਾਵੇਗਾ, ਤੇ ਜੇ ਸਮੇਂ ਦੀ ਕਦਰ ਨਾ ਕਰਾਂਗੇ ਤੇ ਸਮਾਂ ਵੀ ਇਨਸਾਨ ਦੀ ਕਦਰ ਘਟਾ ਦਿੰਦਾ। ਕਿਉਂਕਿ ਵੇਲੇ ਤੇ ਸਮੇਂ ਪਰਮੇਸ਼ਰ ਦੇ ਵੱਲੋਂ ਆ ਇੱਕ ਵਿਸ਼ਵਾਸੀ ਦੇ ਲਈ। ਵੇਲੇ ਤੇ ਸਮੇਂ ਜਿਹੜੇ ਆ ਇੱਕ ਵਿਸ਼ਵਾਸੀ ਦੇ ਲਈ ਪਰਮੇਸ਼ਰ ਦੇ ਵੱਲੋਂ ਆ। ਇਸੇ ਲਈ ਪ੍ਰਭੂ ਦਾ ਦਾਸ ਸੁਲੇਮਾਨ ਇਹਨਾਂ ਗੱਲਾਂ ਨੂੰ ਬਿਆਨ ਕਰਦਾ ਹੈ। ਜਦੋਂ ਅਸੀਂ ਉਪਦੇਸ਼ਕ ਦੀ ਕਿਤਾਬ 3 ਅਧਿਆਇ ਪੜ੍ਹਦੇ ਹਾਂ, ਹਿੰਦੀ ਦੀ ਬਾਈਬਲ ਨਾਲ ਹੀ ਪੜ੍ਹੀ ਜਾਵੇ। ਪੜਾਂਗੇ ਅਸੀਂ ਬਾਈਬਲ ਦੇ ਵਿੱਚੋਂ ਪਹਿਲੇ ਹਿੰਦੀ ਦੀ ਕਿਤਾਬ ਉਪਦੇਸ਼ਕ ਦੀ ਪੋਥੀ 3 ਅਧਿਆਇ, ਉਹਦਾ ਹੈਡਿੰਗ, ਔਰ ਉਸ ਤੋਂ ਬਾਅਦ 1-2 ਆਇਤ। ਜਿਹੜਾ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਉਹ ਕਦੇ ਵੀ ਆਪਣੇ ਜੀਵਨ 'ਚ ਸਫਲ ਨਹੀਂ ਹੋ ਸਕਦਾ, ਕਦੇ ਵੀ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਬਿਆਨ ਕਰਦਾ ਆ, ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ। ਜੇ ਪ੍ਰਭੂ ਨੂੰ ਜਾਣਨ ਤੋਂ ਬਾਅਦ ਵੀ, ਪ੍ਰਭੂ ਦੇ ਵਚਨ ਨੂੰ ਜਾਣਨ ਤੋਂ ਬਾਅਦ ਵੀ ਵਿਸ਼ਵਾਸੀ ਸਮੇਂ ਦੀ ਕਦਰ ਨਹੀਂ ਕਰਦਾ, ਸਮੇਂ ਦੀ ਅਹਿਮੀਅਤ ਨੂੰ ਪਹਿਚਾਨਦਾ ਨਹੀਂ ਆ, ਉਹ ਕਦੇ ਵੀ ਆਪਣੇ ਜੀਵਨ 'ਚ ਸਫਲ ਨਹੀਂ ਹੋ ਸਕਦਾ। ਚਾਹੇ ਵਿਸ਼ਵਾਸੀ ਇਹ ਕਹੀ ਜਾ ਕੇ ਮੈਨੂੰ 10 ਸਾਲ ਹੋ ਗਏ, ਮੈਨੂੰ 15 ਸਾਲ ਹੋ ਗਏ, ਮੈਨੂੰ 20 ਸਾਲ ਹੋ ਗਏ ਪ੍ਰਭੂ ਚੱਲਦਿਆਂ, ਮੇਰੇ ਜੀਵਨ 'ਚ ਕੰਮ ਨਹੀਂ ਹੋ ਰਿਹਾ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਕੀ ਆ? ਸਿਰਫ ਇਹੀ ਕਿ ਉਹ ਚਰਚ ਜ਼ਰੂਰ ਆ ਰਿਹਾ ਆ, ਉਹ ਪ੍ਰਾਰਥਨਾ ਜ਼ਰੂਰ ਕਰ ਰਿਹਾ ਆ, ਲੇਕਿਨ ਉਹਨੂੰ ਇਹ ਨਹੀਂ ਪਤਾਗਾ ਕਿ ਮੇਰੀ ਪ੍ਰਾਰਥਨਾ ਦਾ, ਮੇਰੇ ਚਰਚ ਆਉਣ ਦਾ ਸਮਾਂ ਕੀ ਆ, ਮੇਰੀ ਭਗਤੀ ਦਾ ਸਮਾਂ ਕੀ ਆ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਉਪਦੇਸ਼ਕ ਦੀ ਕਿਤਾਬ 3 ਅਧਿਆਇ, ਉਹਦਾ ਪਹਿਲੇ ਹੈਡਿੰਗ ਪੜ੍ਹੀਏ। सब कामों का एक निश्चित समय। ਇਹ ਪਰਮੇਸ਼ਵਰ ਦਾ ਦਾਸ ਸੁਲੇਮਾਨ ਕਹਿ ਰਿਹਾ। ਪ੍ਰਭੂ ਦਾ ਦਾਸ ਦਾਊਦ ਪਰਮੇਸ਼ਵਰ ਲਈ ਭਵਨ ਬਣਾਉਣਾ ਚਾਹੁੰਦਾ ਸੀ, ਲੇਕਿਨ ਪਰਮੇਸ਼ਵਰ ਨੇ ਉਸ ਨੂੰ ਰੋਕ ਦਿੱਤਾ। ਉਹਨੇ ਕਿਹਾ ਕਿ ਤੇਰਾ ਪੁੱਤਰ ਮੇਰੇ ਲਈ ਭਵਨ ਬਣਾਵੇਗਾ। ਮੀਨਸ ਬਹੁਤ ਸਮਾਂ ਹੈ ਅਜੇ ਤੱਕ ਭਵਨ ਬਣਨ ਨੂੰ, ਤੂੰ ਜਲਦਬਾਜ਼ੀ ਨਾ ਕਰ। ਇੱਥੇ ਪਰਮੇਸ਼ਵਰ ਦਾ ਦਾਸ ਸੁਲੇਮਾਨ ਕੀ ਕਹਿੰਦਾ ਕਿ ਫਿਰ ਪੜਿਓ, सब कामों का एक सब कामों का एक निश्चित समय। एक निश्चित समय ਪਰਮੇਸ਼ਵਰ ਨੇ ਸਾਡੇ ਸਭਨਾਂ ਦੇ ਲਈ, ਸਾਡੇ ਸਭਨਾਂ ਦੀ ਜ਼ਿੰਦਗੀ ਦੇ ਲਈ, ਸਾਰਿਆਂ ਦੀ ਜ਼ਿੰਦਗੀ ਦੇ ਹਰ ਇੱਕ ਕੰਮ ਦੇ ਲਈ ਇੱਕ ਨਿਸ਼ਚਿਤ ਸਮੇਂ ਠਹਿਰਾਇਆ ਆ। ਅਸੀਂ ਉਸ ਸਮੇਂ ਦੀ ਉਡੀਕ ਕਰਨੀ ਆ। ਕਿਉਂਕਿ ਜਿਹੜਾ ਇਨਸਾਨ ਸਮੇਂ ਦੇ ਵੱਲ ਧਿਆਨ ਨਹੀਂ ਦਿੰਦਾਗਾ, ਉਹ ਇਨਸਾਨ ਕਦੀ ਵੀ ਆਪਣੇ ਜੀਵਨ 'ਚ ਪਰਮੇਸ਼ਵਰ ਦਾ ਕੋਈ ਵੀ ਕੰਮ ਹੁੰਦਾ ਨਹੀਂ ਵੇਖ ਸਕਦਾ। और यदि एक आयत बयान कर दी है, पढ़ांगे। हर एक बात का एक अवसर। हर एक बात का एक अवसर, हर एक काम दा एक मौका। सानू लगता कोई गल नहीं जी, जे अज पास्टर ने कहा मैं कल नूं वो काम करांगा, जे मैनूं पास्टर ने कल करन लई कहा मैं परसों करांगा। नहीं, असीं गल नूं टालू आ, टालण वाले आ। ਅਸੀਂ ਕੱਲ ਨੂੰ ਵਚਨ ਨੂੰ ਟਾਲਦੇ ਆ ਕੱਲ ਤੇ। ਕਹਾਵਤ ਆ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ, ਤੇ ਅੱਜ ਕੀ ਕਰਦੇ ਆ? ਕੱਲ ਕਰੇ ਸੋ ਪਰਸੋਂ ਕਰ। ਕਿਉਂਕਿ 2 ਦਿਨ ਠੰਡ ਬੜੀ ਸੀ, ਨਿਕਲਣਾ ਨਹੀਂ ਆ। ਅਸੀਂ ਕੱਲ ਦੀ ਪਲੈਨਿੰਗ ਅੱਜ ਦੇ ਮੌਸਮ ਦੇ ਹਿਸਾਬ ਨਾਲ ਕਰਦੇ ਹਾਂ। ਆਪਣੀ ਜ਼ਰੂਰਤ ਤਾਂ ਨਹੀਂ, ਅੱਜ ਧੁੰਦ ਬਹੁਤ ਸੀ, ਕੱਲ ਨੂੰ ਵੀ ਧੁੰਦ ਹੀ ਹੋਣੀ ਆ। ਪਰ ਬਾਈਬਲ ਕੀ ਕਹਿੰਦੀ ਆ? ਇੱਕ ਆਇਤ ਫਿਰ ਪੜ੍ਹੀਏ। हर एक बात का एक अवसर। हर एक बात का एक अवसर, और प्रत्येक काम का, और प्रत्येक काम का जो आकाश के नीचे, जो आकाश के नीचे होता है एक समय है। एक समय है।
ਪ੍ਰਤੇਕ ਕੰਮ ਦਾ ਤੇ ਪ੍ਰਤੇਕ ਗੱਲ ਦਾ ਇੱਕ ਸਮਾਂ ਆ ਜਿਹੜਾ ਸਵਰਗ ਦੇ ਹੇਠਾਂ ਜਾਂ ਆਕਾਸ਼ ਦੇ ਹੇਠਾਂ ਮਨੁੱਖ ਦੇ ਜੀਵਨ ਚ ਹੋਣਾ ਆ, ਇੱਕ ਸਮਾਂ ਠਹਿਰਾਇਆ ਹੋਇਆ। ਕਈ ਲੋਕ ਠਹਿਰਾਏ ਹੋਏ ਸਮੇਂ ਤੋਂ ਬਾਅਦ ਪਰਮੇਸ਼ਵਰ ਦੀ ਚੱਲਦੇ ਆ। ਕਈ ਲੋਕ ਪਰਮੇਸ਼ਵਰ ਵੱਲੋਂ ਠਹਿਰਾਏ ਹੋਏ ਸਮੇਂ ਨੂੰ ਟਾਲ ਕੇ ਆਪਣੀ ਇੱਛਾ ਦੇ ਅਨੁਸਾਰ ਸਮਾਂ ਨਿਸ਼ਚਿਤ ਕਰਦੇ ਆ। ਪਰਮੇਸ਼ਵਰ ਦੀ ਯੋਜਨਾ ਅੱਜ ਇਸ ਵਕਤ ਘੁਟਨਿਆਂ ਦੇ ਭਾਰ ਆਪਣੇ ਬੰਦੇ ਨੂੰ ਵੇਖਣ ਦੀ ਆ, ਤੇ ਸਾਡੇ ਕੋਲ ਬਹਾਨੇ ਹੁੰਦੇ ਆ। ਪਰਮੇਸ਼ਵਰ ਦੀ ਯੋਜਨਾ ਤੁਹਾਡੇ ਕੱਲ ਦੇ ਦਿਨ ਚ ਇੱਕ ਨਵਾਂ ਬਿਜ਼ਨਸ ਸ਼ੁਰੂ ਕਰਨ ਦੀ ਆ, ਤੁਹਾਡੇ ਕੋਲ ਬਹਾਨੇ ਆ। ਆਪਣੀ ਸੋਚ ਨਾਲ, ਆਪਣੇ ਖਿਆਲਾਂ ਨਾਲ ਆਪਣੇ ਜੀਵਨ ਨੂੰ ਨਾ ਗਾਈਡ ਕਰੋ, ਚਲਾਓ। ਆਪਣੀਆਂ ਸੋਚਾਂ ਦੇ ਉੱਤੇ ਕੰਟਰੋਲ ਕਰੋ ਤੇ ਖੁਦਾ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਢਾਲੋ। ਹਰੇਕ ਕੰਮ ਦਾ ਇੱਕ ਅਵਸਰ ਆ ਤੇ ਪ੍ਰਤੇਕ ਕੰਮ ਦਾ ਇੱਕ ਸਮਾਂ ਆ। ਜਦੋਂ ਤੁਸੀਂ ਦੁਖੀ ਹੁੰਦੇ ਹੋ, ਤੁਸੀਂ ਪ੍ਰਾਰਥਨਾ ਕਰਨ ਬੈਠ ਜਾਓ। ਜ਼ਰੂਰੀ ਨਹੀਂ ਹੈ ਕਿ ਪਰਮੇਸ਼ਵਰ ਉਸ ਵੇਲੇ ਤੁਹਾਡੀ ਪ੍ਰਾਰਥਨਾ ਸੁਣੇ। ਜਦੋਂ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ, ਤੁਸੀਂ ਪ੍ਰਾਰਥਨਾ ਕਰਨ ਵਾਸਤੇ ਘੁਟਨੇ ਟੇਕ ਦਵੋ। ਜ਼ਰੂਰੀ ਨਾ ਪਰਮੇਸ਼ਵਰ ਉਸ ਵੇਲੇ ਦੀ ਪ੍ਰਾਰਥਨਾ ਸੁਣੇ। ਪਰਮੇਸ਼ਵਰ ਉਸ ਮਾੜੇ ਸਮੇਂ ਤੋਂ ਪਹਿਲੇ ਤੁਹਾਡੇ ਘੁਟਨਿਆਂ ਨੂੰ ਆਪਣੇ ਅੱਗੇ ਝੁਕਿਆ ਹੋਇਆ ਵੇਖਣਾ ਚਾਹੁੰਦਾ ਸੀ। ਅਸੀਂ ਝੁਕੇ ਨਹੀਂ। ਜਦੋਂ ਬੇਲਣੇ 'ਚ ਬਾਹ ਹੁੰਦੀ ਆ, ਉਦੋਂ ਸਾਡੇ ਘੁਟਨੇ ਪਰਮੇਸ਼ਵਰ ਦੇ ਅੱਗੇ ਝੁਕਦੇ ਆ। ਜਦੋਂ ਦੁੱਖ ਤੇ ਮੁਸੀਬਤ ਸਾਡੇ ਉੱਤੇ ਪਹਾੜ ਬਣ ਕੇ ਆਉਂਦੀ, ਅਸੀਂ ਉਦੋਂ ਘੁਟਨੇ ਟੇਕਦੇ ਆ। ਤੇ ਖੁਦਾ ਪਹਿਲਾਂ ਹੀ ਆਪਣੇ ਦਾਸ ਦਾਊਦ ਵਿੱਚ ਦੀ ਹੋ ਕੇ ਸਾਨੂੰ ਅਲਰਟ ਕਰ ਰਿਹਾ ਆ। ਪ੍ਰਭੂ ਦਾ ਦਾਸ ਦਾਊਦ ਕੀ ਬਿਆਨ ਕਰਦਾ? ਉਹ ਆਪਣਾ ਵਚਨ ਘੱਲਦਾ ਤੇ ਨਰੋਆ ਕਰਦਾ, ਆਉਣ ਵਾਲੀ ਤਬਾਹੀ ਤੋਂ ਬਚਾਉਂਦਾ। ਜਦੋਂ ਵਚਨ ਘੱਲਿਆ ਉਦੋਂ ਅਸੀਂ ਮੰਨਿਆ ਨਹੀਂ, ਤੇ ਜਦੋਂ ਤਬਾਹੀ ਸਿਰ ਦੇ ਉੱਤੇ ਮੰਡਲਾਉਂਦੀ ਆ ਉਦੋਂ ਅਸੀਂ ਘੁਟਨੇ ਟੇਕਦੇ ਆ, ਉਦੋਂ ਪਾਸਟਰ ਲੱਭਦੇ ਆ। ਉਦੋਂ ਤਾਂ ਕਹਿੰਦੇ ਛੇਤੀ ਛੇਤੀ ਐਤਵਾਰ ਆ ਜਾਵੇ, ਮੈਂ ਹੁਣ ਚਰਚ ਜਾਣਾ, ਛੇਤੀ ਛੇਤੀ ਆ ਜਾਵੇ। ਤੇ ਜਦੋਂ ਫਿਰ ਮੇਰੇ ਜੋ ਸੁਖਾਲਾ ਹੋ ਜਾਂਦਾ ਸਮਾਂ, ਉਦੋਂ ਤਾਂ ਸਾਨੂੰ ਮਹੀਨਾ ਮਹੀਨਾ ਸਬਤ ਨਹੀਂ ਯਾਦ ਹੁੰਦਾ ਸਬਤ ਵੀ ਹੈਗਾ। ਹਾਲੇਲੂਇਆ। ਜਦੋਂ ਸੌਖਾ ਸਮਾਂ ਆ ਜਾਂਦਾ ਸਾਨੂੰ ਸਬਤ ਹੀ ਚੇਤਾ ਭੁੱਲ ਜਾਂਦਾ। ਧਿਆਨ ਦਿਓ, ਮੈਂ ਪਿਛਲੇ ਸੰਡੇ ਦੱਸਿਆ ਸੀ ਸ਼ੈਤਾਨ ਕਿੰਨੀ ਨੇੜੇ ਆ। ਸ਼ੈਤਾਨ ਕਿੰਨੀ ਨੇੜੇ ਆ। ਪਿਛਲੇ ਸੰਡੇ ਮੈਂ ਦੱਸਿਆ ਸੀ ਬਹੁਤ ਨੇੜੇ ਆ, ਦੂਰ ਨਹੀਂ ਆ। ਉਹ ਦੂਰ ਨਹੀਂ ਹੈ। ਪੰਜਾਬੀ ਚ ਪੜ੍ਹੀਏ ਫਿਰ ਤੋਂ ਇੱਕ ਆਇਤ ਨੂੰ, ਉਸ ਤੋਂ ਬਾਅਦ ਇਹਦੀ ਚਾਰ ਆਇਤ। ਹਰੇਕ ਕੰਮ ਦਾ ਇੱਕ ਸਮਾਂ ਹੈ। ਹਰੇਕ ਕੰਮ ਦਾ ਇੱਕ ਸਮਾਂ ਹੈ। ਹਰ ਮਨੋਰਥ ਦਾ, ਹਰ ਇੱਕ ਮਨੋਰਥ, ਮਨ ਦੀਆਂ ਸਾਰੀਆਂ ਇੱਛਾਵਾਂ ਦਾ, ਜੋ ਆਕਾਸ਼ ਦੇ ਹੇਠ ਹੈ, ਜੋ ਆਕਾਸ਼ ਦੇ ਹੇਠ ਹੈ, ਇੱਕ ਵੇਲਾ ਹੈ। ਇੱਕ ਵੇਲਾ ਆ। ਤੁਹਾਡੇ ਹਰੇਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਵਰ ਨੇ ਇੱਕ ਵੇਲਾ ਠਹਿਰਾਇਆ। ਪਰ ਤਦੇ ਜੇ ਅਸੀਂ ਉਸ ਵੇਲੇ ਦੇ ਉੱਤੇ ਮੇਰੇ ਜੋ ਧਿਆਨ ਦਵਾਂਗੇ, ਜਿਸ ਵੇਲੇ ਤੇ ਪਰਮੇਸ਼ਵਰ ਨੇ ਸਾਨੂੰ ਸੱਦ ਲਿਆ, ਉਸ ਵੇਲੇ ਅਸੀਂ ਪਰਮੇਸ਼ਵਰ ਦੇ ਅੱਗੇ ਝੁਕ ਜਾਵਾਂਗੇ। ਪਰਮੇਸ਼ਵਰ ਨੇ ਅਬਰਾਹਮ ਨੂੰ ਆਪਣੇ ਕੋਲ ਸੱਦਿਆ, 24 ਸਾਲ ਝੁਕਿਆ ਨਹੀਂ। ਜਿਸ ਰੂਪ ਚ ਖੁਦਾ ਉਹਨੂੰ ਵੇਖਣਾ ਚਾਹੁੰਦਾ ਸੀ, ਉਹ ਮੇਰੇ ਜੋ ਉਸ ਰੂਪ ਦੇ ਵਿੱਚ ਉਹਦੇ ਅੱਗੇ ਅਧੀਨ ਹੋਇਆ ਨਹੀਂ। 24 ਸਾਲ ਲੱਗ ਗਏ ਉਹਨੂੰ ਇੱਕ ਆਸ਼ੀਸ਼ ਪਾਉਣ ਲਈ। 24 ਸਾਲ। ਤੇ ਜੇ ਉਹਦੀ ਉਮਰ ਦੇਖਦੇ ਆ ਤਾਂ 99 ਸਾਲ 99 ਸਾਲ ਹੋ ਗਈ ਸੀ ਉਹਦੀ ਉਮਰ। ਜਦ ਕਿ ਖੁਦਾ ਨੇ 75 ਸਾਲ ਦੀ ਉਮਰ 'ਚ ਉਹਨੂੰ ਆਸ਼ੀਸ਼ ਦੇਣ ਦੇ ਲਈ ਤਿਆਰ ਕਰ ਲਿਆ, ਸੱਦ ਲਿਆ। ਲੇਕਿਨ 24 ਸਾਲ ਤੱਕ ਉਹਨੇ ਆਪਣੇ ਆਪ ਨੂੰ ਉਸ ਰੂਪ ਦੇ ਵਿੱਚ ਅਧੀਨ ਨਹੀਂ ਕੀਤਾ ਜਿਸ ਰੂਪ 'ਚ ਪਰਮੇਸ਼ਵਰ ਉਹਨੂੰ ਅਧੀਨ ਵੇਖਣਾ ਚਾਹੁੰਦਾ ਸੀ। ਹਰੇਕ ਕੰਮ ਦਾ, ਹਰੇਕ ਮਨੋਰਥ ਦਾ ਇੱਕ ਵੇਲਾ ਆ। ਹਰੇਕ ਇਨਸਾਨ ਚਾਹੁੰਦਾ ਹੈ ਕਿ ਸਾਡੇ ਲਈ ਚੰਗੇ ਵੇਲੇ ਹੀ ਆਉਣ। ਹਰ ਇੱਕ ਚਾਹੁੰਦਾ ਹੈ ਕਿ ਸਾਡੇ ਲਈ ਚੰਗੇ ਦਿਨ ਆਉਣ। ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਕੱਲ ਦੀ ਸਵੇਰ ਸਾਡੀ ਤੰਦਰੁਸਤੀ ਦੀ ਸਵੇਰ ਹੋਵੇ। ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਕੱਲ ਮੈਨੂੰ ਐਦਾਂ ਦਾ ਦਿਨ ਮਿਲੇ ਚੜੇ ਕਿ ਮੇਰੀ ਬਿਮਾਰੀ ਸੁਪਨੇ ਵਾਂਗੀ ਦੂਰ ਹੋ ਜਾਏ, ਭੁੱਲ ਜਾਵੇ ਮੈਨੂੰ। ਪਰਮੇਸ਼ਵਰ ਇਹ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਆ। ਪਰਮੇਸ਼ਵਰ ਸਮਿਆਂ ਤੇ ਵੇਲਿਆਂ ਨੂੰ ਤਾਕਤ ਬਦਲਣ ਦੀ ਤਾਕਤ ਰੱਖਦਾ ਆ। ਇਸੇ ਲਈ ਮੇਰੇ ਜੋ ਪਰਮੇਸ਼ਵਰ ਨੇ ਸਾਨੂੰ ਸੱਦਿਆ ਤਾਂ ਕਿ ਤੁਹਾਡੇ ਸਮੇਂ ਤੇ ਵੇਲੇ ਬਦਲੇ ਜਾਣ, ਤੁਹਾਡੀਆਂ ਜ਼ਿੰਦਗੀਆਂ ਬਦਲ ਦਿੱਤੀਆਂ ਜਾਣ।
ਉਹ ਸਮੇਂ ਤੇ ਵੇਲੇ ਜਿਹੜੇ ਅੱਜ ਤੱਕ ਸਾਡੇ ਉੱਤੇ ਭਾਰੂ ਆ, ਅੱਜ ਤੱਕ ਸਾਨੂੰ ਮੇਰੇ ਜੋ ਦੁੱਖ ਦੇ ਰਹੇ ਆ, ਉਹ ਸਮੇਂ ਤੇ ਵੇਲੇ ਅੱਜ ਤੱਕ ਸਾਨੂੰ ਮੇਰੇ ਜੋ ਰਵਾ ਰਹੇ ਆ। ਪਰਮੇਸ਼ਵਰ ਸਾਨੂੰ ਇੱਕ ਚੰਗਾ ਜੀਵਨ ਦੇਣਾ ਚਾਹੁੰਦਾ ਆ, ਸਾਡੇ ਸਮੇਂ ਤੇ ਵੇਲੇ ਨੂੰ ਬਦਲਣਾ ਚਾਹੁੰਦਾ ਆ। ਜਿਵੇਂ ਬਾਈਬਲ ਦੇ ਵਿੱਚ ਬਿਆਨ ਕੀਤਾ ਗਿਆ ਆ, ਕਹਿੰਦਾ ਕਿ ਉਹ ਤੁਹਾਡੇ ਵਿਛਾਉਣੇ ਨੂੰ ਪਲਟਾ ਕੇ ਵਿਛਾਵੇਗਾ। ਹਾਲੇਲੂਇਆ। ਤੁਹਾਡੇ ਬਿਮਾਰੀ ਦੇ ਵਿਛਾਉਣੇ ਨੂੰ ਪਲਟਾ ਦੇਵੇਗਾ। ਪਰ ਜੇ ਅਸੀਂ ਬਿਮਾਰੀ ਦੇ ਵਿਛਾਉਣੇ ਤੋਂ ਉੱਠਾਂਗੇ ਹੀ ਨਾ, ਤੇ ਫਿਰ ਵਿਛਾਉਣਾ ਬਦਲੇਗਾ ਕਿੱਦਾਂ? ਜੇ ਅਸੀਂ ਆਪਣੀ ਅੜੀ ਤੋਂ ਮੇਰੇ ਜੋ ਆਜ਼ਾਦ ਹੁੰਦੇ ਹੀ ਨਹੀਂ ਆ, ਅੜੀ ਛੱਡਦੇ ਹੀ ਨਹੀਂ ਆ, ਤੇ ਸਾਡਾ ਵੇਲਾ ਨਹੀਂ ਬਦਲਣਾ, ਸਮਾਂ ਨਹੀਂ ਬਦਲਣਾ। ਦਿਨ ਮਾੜੇ ਹੋਣ ਚੰਗੇ ਹੋਣ, ਠੰਡ ਹੋਵੇ ਗਰਮੀ ਹੋਵੇ ਧੁੰਦ ਹੋਵੇ, ਪਰਮੇਸ਼ਰ ਨੇ ਜੇ ਤੁਹਾਨੂੰ ਸੱਦਿਆ ਕਿ ਇੱਕ ਟਾਈਮ ਲਿਮਟ ਬੰਨੀ ਹੋਈ ਆ ਕਿ 10:30 ਮੀਟਿੰਗ ਸ਼ੁਰੂ ਹੋਣੀ ਆ, ਅਸੀਂ ਕਦੋਂ ਆਉਂਦੇ ਆ? ਜਦੋਂ ਸੂਰਜ ਸਾਡੇ ਵਿਹੜੇ ਦੇ ਉੱਪਰ ਆ ਜਾਂਦਾ, ਜਦੋਂ ਸਾਡੇ ਘਰ ਦਾ ਪਰਛਾਵਾਂ ਜਿਹੜਾ ਹੈ ਨਾ ਗੁਆਚ ਜਾਂਦਾ, ਜਦੋਂ ਮੇਰਾ ਪਰਛਾਵਾਂ ਮੇਰੇ ਪੈਰਾਂ 'ਚ ਆ ਜਾਂਦਾ, ਅਸੀਂ ਉਦੋਂ ਆਉਂਦੇ ਆ, ਅਸੀਂ ਉਦੋਂ ਆਉਂਦੇ ਆ। ਪਰਮੇਸ਼ਰ ਨੇ ਸਮਾਂ ਠਹਿਰਾਇਆ। ਕੀ ਗਰੰਟੀ ਆ ਕਿ 12 ਵਜੇ ਆਉਣ ਵਾਲਿਆਂ ਨੂੰ ਆਸ਼ੀਸ਼ ਮਿਲੇਗੀ? ਕੀ ਗਰੰਟੀ ਆ 12:30 ਵਜੇ ਆਉਣ ਵਾਲਿਆਂ ਨੂੰ ਬਰਕਤ ਮਿਲੇਗੀ? ਕੀ ਗਰੰਟੀ ਆ ਮੇਰੇ ਇਜ਼ੋ ਕਿ ਲੇਟ ਆਉਣ ਵਾਲਿਆਂ ਨੂੰ ਪਰਮੇਸ਼ਰ ਦੀ ਆਸ਼ੀਸ਼ ਮਿਲ ਜਾਏਗੀ? ਹੈਗੀ ਗਰੰਟੀ ਕੋਈ? ਹੈਗੀ ਗਰੰਟੀ ਕੋਈ? ਧਿਆਨ ਦਿਓ, ਹਰੇਕ ਕੰਮ ਦਾ ਇੱਕ ਸਮਾਂ ਆ। ਕੀ ਗਰੰਟੀ ਆ ਕਿ ਤੁਸੀਂ ਹੁਣ ਜਦੋਂ ਖੜੇ ਹੋ ਕੇ ਭਜਨ ਗਾਓਗੇ, ਪਰਮੇਸ਼ਰ ਤੁਹਾਡੇ ਭਜਨ ਨੂੰ ਪ੍ਰਵਾਨ ਕਰੇਗਾ, ਤੁਹਾਡੀ ਤਾੜੀ ਨੂੰ ਪ੍ਰਵਾਨ ਕਰੇਗਾ? ਜਾਂ ਤੁਸੀਂ ਵਚਨ ਤੋਂ ਬਾਅਦ ਪ੍ਰਾਰਥਨਾ ਕਰੋਗੇ ਕਿ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ, ਜਦ ਕਿ ਪਰਮੇਸ਼ਰ ਨੇ 10:30 ਵਾਲੀ ਪ੍ਰਾਰਥਨਾ ਦਾ ਉੱਤਰ ਦੇਣਾ ਸ਼ੁਰੂ ਕਰ ਦਿੱਤਾ ਸੀ। ਕਿੰਨੇ ਵਜੇ ਮੀਟਿੰਗ ਸ਼ੁਰੂ ਹੁੰਦੀ ਹੈ ਚਰਚ ਪਿੱਛੇ? ਕਿੰਨੇ ਵਜੇ ਸ਼ੁਰੂ ਹੁੰਦੀ ਆ? ਤੁਸੀਂ ਕਿੰਨੇ ਵਜੇ ਆਏ? ਆਪਣੇ ਆਪ ਨੂੰ ਦੱਸੋ, ਆਪਣੇ ਆਪ ਨੂੰ ਦੱਸੋ ਮੈਂ ਕਿੰਨੇ ਵਜੇ ਆਇਆ। ਤੇ ਜੇ ਪਰਮੇਸ਼ਰ 10:30 ਵਜੇ ਬਰਕਤ ਦੇ ਗਿਆ ਹੋਵੇ, ਜੇ ਪਰਮੇਸ਼ਰ ਨੇ 10:30 ਵਾਲੀ ਪ੍ਰਾਰਥਨਾ ਵਾਲਿਆਂ ਦੇ ਉੱਤੇ ਆਪਣੇ ਅਭਿਸ਼ੇਕ ਨੂੰ ਉਤਾਰ ਦਿੱਤਾ, ਤੇ 12 ਵਜੇ ਆਉਣ ਵਾਲਿਆਂ ਨੂੰ ਕੀ ਮਿਲੇਗਾ? ਬੋਲੋ, ਕੀ ਮਿਲੇਗਾ? ਕਦੀ ਵੀ ਤੁਸੀਂ ਸ਼ਾਦੀ ਚਲੇ ਜਾਓ, ਕਿਤੇ ਪਾਰਟੀ ਚਲੇ ਜਾਓ, ਜਦੋਂ ਖਾਣੇ ਦਾ ਟੇਬਲ ਲੱਗਦਾ ਨਾ, ਭੀੜ ਸਟਾਰਟਿੰਗ 'ਚ ਹੁੰਦੀ ਹੈ ਕਿ ਲਾਸਟ ਵਿੱਚ ਹੁੰਦੀ ਆ? ਸਟਾਰਟਿੰਗ 'ਚ ਭੀੜ ਹੁੰਦੀ, ਟੇਬਲ ਵੀ ਢਾਉਣ ਨੂੰ ਫਿਰਦੀਆਂ ਹੁੰਦੀਆਂ ਜਨਾਨੀਆਂ, ਇੱਕ ਦੂਜੇ ਨੂੰ ਥਾਲ ਖੋਣ ਨੂੰ ਫਿਰਦੀਆਂ ਹੁੰਦੀਆਂ। ਕਿਉਂ? ਉਹਨਾਂ ਨੂੰ ਪਤਾ ਆ ਸਟਾਰਟਿੰਗ 'ਚ ਹੀ ਸਭ ਕੁਝ ਵਧੀਆ ਮਿਲਣਾ, ਐਂਡ 'ਚ ਤਾਂ ਕੁਝ ਹੀ ਰਹਿ ਜਾਣਾ। ਐਂਡ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੀ ਕਹਿੰਦੇ ਹੁੰਦੇ ਉਹਨੂੰ, ਪਾਲਕ ਦੇ ਪਕੌੜਿਆਂ ਦਾ ਝੂਰਾ ਭੂਰਾ ਰਹਿ ਜਾਣਾ ਆ, ਪਹਿਲਾਂ ਜਾ ਕੇ ਪਨੀਰ ਦੇ ਪਕੌੜੇ ਚੁੱਕ ਲਓ। ਇਦਾਂ ਹੀ ਹੁੰਦੀ ਆ ਉੱਥੇ ਸਭ ਕੁਝ ਬੁੱਧ ਨਾਲ, ਤੇ ਖੁਦਾ ਦੀ ਹਜ਼ੂਰੀ 'ਚ ਵੀ ਇਸੇ ਤਰ੍ਹਾਂ ਆ। ਜੇ ਸਮੇਂ ਨਾਲ ਆਓਗੇ, ਸਮੇਂ ਨਾਲ ਆਸ਼ੀਸ਼ ਮਿਲੇਗੀ। ਕਿਉਂ ਅੱਜ ਵੀ ਖੁਦਾ ਦੇ ਉੱਤੇ ਦੋਸ਼ ਲਾ ਰਹੇ ਹਾਂ ਅਸੀਂ ਲੋਕ? ਅੱਜ ਵੀ ਕਿਉਂ ਅਸੀਂ ਇਹ ਗੱਲ ਕਹਿ ਰਹੇ ਪਰਮੇਸ਼ਰ ਮੇਰੇ ਜੀਵਨ 'ਚ ਕੰਮ ਨਹੀਂ ਕਰ ਰਿਹਾ? ਕਿਉਂ ਹਰੇਕ ਵਿਸ਼ਵਾਸੀ ਦੀ ਜ਼ੁਬਾਨ ਤੇ ਇਹੀ ਗੱਲ ਹੈ ਕਿ ਖੁਦਾ ਨੇ ਕੰਮ ਨਹੀਂ ਕੀਤਾ? ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹੀ ਹੈ ਕਿ ਅਸੀਂ ਸੰਸਾਰ ਦੇ ਭੋਜਨ ਵੱਲ ਧਿਆਨ ਜ਼ਿਆਦਾ ਦਿੰਨੇ ਆ, ਸੰਸਾਰ ਦੀਆਂ ਵਸਤੂਆਂ ਵੱਲ ਜ਼ਿਆਦਾ ਧਿਆਨ ਦਿੰਨੇ ਆ, ਸਰੀਰ ਵੱਲ ਧਿਆਨ ਦਿੰਨੇ ਆ, ਖੁਦਾ ਦੀ ਹਜ਼ੂਰੀ ਵੱਲ ਸਾਡਾ ਧਿਆਨ ਥੋੜਾ ਆ। ਤੇ ਜਿਹਦਾ ਖੁਦਾ ਦੀ ਹਜ਼ੂਰੀ 'ਚ ਧਿਆਨ ਥੋੜਾ ਆ, ਸਮਝ ਲਓ ਖੁਦਾ ਦਾ ਧਿਆਨ ਵੀ ਉਹਦੇ ਵੱਲ ਥੋੜਾ ਆ। ਹਾਲੇਲੂਇਆ। ਜਿੰਨਾ ਧਿਆਨ, ਜਿੰਨੇ ਪੈਸੇ ਜ਼ਿਆਦਾ ਤੁਸੀਂ ਲੈ ਕੇ ਦੁਕਾਨ ਤੇ ਜਾਓਗੇ, ਓਨਾ ਹੀ ਜ਼ਿਆਦਾ ਸਮਾਨ ਲਾਓਗੇ, ਤੇ ਜਿੰਨੇ ਥੋੜੇ ਪੈਸੇ ਲੈ ਕੇ ਜਾਓਗੇ, ਓਨਾ ਥੋੜਾ ਸਮਾਨ ਲਾਓਗੇ, ਜ਼ਿਆਦਾ ਤਾਂ ਲੈ ਨਹੀਂ ਸਕਦੇ। ਐਦਾਂ ਹੀ ਜਿਹਦਾ ਜ਼ਿਆਦਾ ਧਿਆਨ ਖੁਦਾ ਦੀ ਹਜ਼ੂਰੀ ਦੇ ਵੱਲ ਆ, ਉਹ ਓਨੀ ਹੀ ਆਸ਼ੀਸ਼ ਲਵੇਗਾ, ਤੇ ਜਿਹੜਾ ਘੱਟ ਧਿਆਨ ਲਾਵੇਗਾ ਉਹ ਘੱਟ ਹੀ ਲੈ ਕੇ ਜਾਵੇਗਾ। ਹਾਲੇਲੂਇਆ। ਅਸੀਂ ਤਾਂ ਉਹਨੇ ਆਰਾਮ ਦੇ ਨਾਲ ਮਜ਼ੇ ਨਾਲ 12 ਵਜੇ ਜਾਵਾਂਗੇ, ਪਿੱਛੇ ਬਹਿ ਕੇ, ਮੁੜ ਕੇ ਜਦੋਂ ਪ੍ਰਾਰਥਨਾ ਟਾਈਮ ਆਉਣਾ, ਪਾਦਰੀ ਸਭ ਤੋਂ ਮੋਹਰੇ ਸਾਡਾ ਸਿਰ ਹੁੰਦਾ। 1 ਵਜੇ ਆਉਣ ਵਾਲੇ ਦਾ ਸਿਰ ਸਭ ਤੋਂ ਮੋਹਰੇ ਹੁੰਦਾ ਪਾਦਰੀ ਦੇ ਅੱਗੇ, ਕਿ ਛੇਤੀ ਨਾਲ ਬਰਕਤ ਮਿਲ ਜਾਣੀ ਆ। ਬਰਕਤ ਪਾਦਰੀ ਦੇ ਸਿਰ ਤੇ ਹੱਥ ਰੱਖਣ ਨਾਲ ਨਹੀਂ, ਬਰਕਤ ਪ੍ਰਭੂ ਦੀ ਹਜ਼ੂਰੀ 'ਚ ਪਹਿਲਾਂ ਆਉਣ ਨਾਲ ਆ।
ਹਾਲੇਲੂਇਆ। ਪਹਿਲਾਂ ਆਉਣ ਵਾਲੇ ਦੇ ਲਈ ਆਸ਼ੀਸ਼ ਆ। ਤੇ ਜੇ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ, ਲਾਪਰਵਾਹੀ ਕਰਦੇ ਆ, ਬਾਈਬਲ 'ਚ ਬਹੁਤ ਸਾਰੀਆਂ ਉਦਾਹਰਨਾਂ ਆ ਜਿਨ੍ਹਾਂ ਨੇ ਸਮੇਂ ਦੀ ਲਾਪਰਵਾਹੀ ਕੀਤੀ ਤੇ ਘਾਟੇ ਖਾਦੇ, ਤੇ ਜਿਨ੍ਹਾਂ ਨੇ ਸਮੇਂ ਨੂੰ ਅਹਿਮੀਅਤ ਦਿੱਤੀ ਤੇ ਉਹਨਾਂ ਨੂੰ ਵੱਡਾ ਲਾਭ ਹੋਇਆ। ਹਾਲੇਲੂਇਆ, ਉਹਨਾਂ ਨੂੰ ਵੱਡਾ ਲਾਭ ਹੋਇਆ। ਇੱਕ ਇੱਕ ਗੱਲ ਦਾ ਜਵਾਬ ਪਰਮੇਸ਼ਰ ਦਿੰਦਾ ਆ, ਪਰ ਤਦੇ ਹੀ ਦੇਵੇਗਾ ਜੇ ਅਸੀਂ ਸਟਾਰਟਿੰਗ 'ਚ ਹੋਵਾਂਗੇ। ਤੇ ਜੇ ਮੇਰੇ ਇਸ ਤੋਂ ਧਿਆਨ ਦਿਓ, ਜੇ ਬੋਰਡ ਦਾ ਪੇਪਰ ਹੋਵੇ, 10 ਵਜੇ ਪੇਪਰ ਸ਼ੁਰੂ ਹੁੰਦਾ ਆ ਤੇ ਬੱਚਾ 11 ਵਜੇ ਪਹੁੰਚਦਾ ਆ, ਚਲੋ ਸਿਫਾਰਿਸ਼ ਪਾ ਲਈ ਆ, 11:30 ਉਹਦੀ ਐਂਟਰੀ ਹੋ ਗਈ ਆ, 1 ਵਜੇ ਪੇਪਰ ਖਤਮ ਹੋ ਜਾਣਾ। ਕੀ 10 ਵਜੇ ਆ ਕੇ ਪੇਪਰ ਦੇਣ ਵਾਲਿਆਂ ਦੀ ਬਰਾਬਰੀ ਕਰ ਲਵੇਗਾ 11:30 ਵਜੇ ਪੇਪਰ ਸ਼ੁਰੂ ਕਰਨ ਵਾਲਾ? ਉਹ ਜਿੰਨੀ ਮਰਜ਼ੀ ਕਾਲੀ ਲਿਖੀ ਜਾਵੇ, ਉਹ ਮੇਰੇ ਜੋ 9 ਵਜੇ 10 ਵਜੇ ਸਟਾਰਟ ਕਰਨ ਵਾਲੇ ਦੇ ਬਰਾਬਰ ਨਹੀਂ ਹੋ ਸਕਦਾ। ਜਿਹੜਾ ਬੰਦਾ 10 ਵਜੇ ਆਪਣੀ ਮੰਜ਼ਿਲ ਲਈ ਨਿਕਲ ਕੇ ਆਇਆ, ਉਹਦੀ ਬਰਾਬਰੀ 11 ਵਜੇ ਨਿਕਲਣ ਵਾਲਾ ਨਹੀਂ ਕਰ ਸਕਦਾ। ਧਿਆਨ ਦਿਓ। ਤਾਂ ਜਿਹੜਾ ਮੇਰੇ ਜੋ 10 ਵਜੇ ਨਿਕਲ ਕੇ ਆਇਆ, ਰਸਤਾ ਤੈਅ ਕਰਨ ਲੱਗ ਪਿਆ ਆ, ਜਿਹੜਾ ਬੰਦਾ ਆਪਣੀ ਮੰਜ਼ਿਲ ਤੇ 10 ਵਜੇ ਜਾਣ ਲਈ ਤਿਆਰ ਹੋ ਗਿਆ ਆ, ਉਹਦੀ ਬਰਾਬਰੀ ਘਰ ਬੈਠਾ ਬੰਦਾ ਨਹੀਂ ਕਰ ਸਕਦਾ। ਅਸੀਂ ਕਿਉਂ ਅਸਫਲ ਆ? ਕਾਰਨ ਕੀ ਆ? ਅਸੀਂ ਕਹਿੰਦੇ ਤਾਂ ਜ਼ਰੂਰ ਕਿ ਅਸੀਂ ਸਭ ਤੋਂ ਵੱਡੇ ਰੱਬ ਨੂੰ ਮੰਨਦੇ ਆ, ਪਰ ਕਿੰਨਾ ਪਿੱਛੇ ਰਹਿ ਕੇ ਮੰਨਦੇ ਆ। ਇੰਨਾ ਪਿੱਛੇ ਰਹਿ ਕੇ ਮੰਨਦੇ ਜਿੱਥੇ ਖੁਦਾ ਦੀ ਨਜ਼ਰ ਹੀ ਨਹੀਂ ਪਹੁੰਚੀ। ਕਿਉਂਕਿ ਬਾਈਬਲ 'ਚ ਲਿਖਿਆ ਕਿ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ, ਤੁਸੀਂ ਕੌਣ ਆ? ਮੈਂ ਪਹਿਚਾਣਦਾ ਨਹੀਂ, ਤੁਸੀਂ ਕੌਣ ਆ? ਕਿਉਂ? ਕਿਉਂਕਿ ਮੇਰੀ ਹਜ਼ੂਰੀ ਦੇ ਟਾਈਮ ਤੁਸੀਂ ਸੰਸਾਰ 'ਚ ਹੁੰਦੇ ਆ। ਜਿਸ ਵੇਲੇ ਮੈਂ ਤੇਰੇ ਗੁੱਟਨੇ ਆਪਣੀ ਹਜ਼ੂਰੀ 'ਚ ਵੇਖਣਾ ਚਾਹੁੰਦਾ ਆ, ਤੈਨੂੰ ਮੈਂ ਆਪਣੀ ਹਜ਼ੂਰੀ 'ਚ ਵੇਖਣਾ ਚਾਹੁੰਦਾ ਆ, ਉਸ ਵੇਲੇ ਤਾਂ ਮੇਰੀ ਤਾਂ ਹਜ਼ੂਰੀ 'ਚੋਂ ਗਾਇਬ ਹੁੰਦਾ ਆ, ਉਸ ਵੇਲੇ ਮੇਰੀ ਹਜ਼ੂਰੀ 'ਚੋਂ ਦੂਰ ਹੁੰਦਾ ਆ, ਤੇ ਬਰਕਤ ਤੂੰ ਸਭ ਤੋਂ ਮੋਹਰੇ ਚਾਹੁੰਦਾ ਆ। ਏਦਾਂ ਕਦੀ ਹੋ ਨਹੀਂ ਸਕਦੀ। ਹਾਲੇਲੂਇਆ। ਮੈਂ ਏਲੀਆ ਦੇ ਜੀਵਨ 'ਚੋਂ ਪੜ੍ਹਨਾ ਚਾਹੁੰਦਾ ਆ ਇੱਕ ਲਾਈਨ ਨੂੰ। ਪਹਿਲਾ ਰਾਜਿਆਂ 17 ਅਧਿਆਏ ਉਹਦੀ 8 ਤੇ 9 ਆਇਤ ਪੜਾਂਗੇ, ਧਿਆਨ ਨਾਲ ਸੁਣਾਂਗੇ ਜਲਦੀ ਦੇ ਨਾਲ। ਪਹਿਲਾ ਰਾਜਿਆਂ 17 ਅਧਿਆਏ 8 ਤੇ 9 ਆਇਤ। ਪਰਮੇਸ਼ਵਰ ਨੇ ਏਲੀਆ ਨੂੰ ਹੁਕਮ ਦਿੱਤਾ। ਹਾਂਜੀ। ਤਾਂ ਯਹੋਵਾ ਦਾ ਇਹ ਬਚਨ ਉਹਨੂੰ ਆਇਆ ਕਿ ਉੱਠ ਅਤੇ ਏਲੀਆ ਨੂੰ ਆਇਆ, ਉੱਠ ਅਤੇ ਸਿਦੋਨ ਦੇ ਸਾਫਰਤ ਨੂੰ ਚਲਾ ਜਾ, ਸਿਦੋਨ ਦੇ ਸਾਰਫਤ ਸ਼ਹਿਰ ਨੂੰ ਚਲਾ ਜਾ, ਉੱਥੇ ਜਾ ਟਿਕ, ਵੇਖ ਮੈਂ ਇੱਕ ਵਿਧਵਾ ਤੀਮੀ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ। ਸਿਦੋਨ ਦੇ ਸਾਰਫਤ ਸ਼ਹਿਰ ਦੇ ਵਿੱਚ ਇੱਕ ਵਿਧਵਾ ਔਰਤ ਠਹਿਰਾਈ ਆ ਪਰਮੇਸ਼ਵਰ ਦੇ ਬੰਦੇ ਲਈ, ਪਾਲਣ ਪੋਸ਼ਣ ਲਈ। ਔਰ ਸਮਾਂ ਕਿਹੜਾ ਚੱਲ ਰਿਹਾ? ਕਾਲ ਦਾ, ਦੁੱਖ ਦਾ, ਘਾਟੀਆਂ ਦਾ, ਕਮੀਆਂ ਦਾ, ਜਿਹਦੀ ਹਰ ਜ਼ਿੰਦਗੀ 'ਚ ਇਸ ਵੇਲੇ ਕਾਲ ਦਾ ਸਮਾਂ ਚੱਲ ਰਿਹਾ ਆ, ਦੁੱਖ ਦਾ ਸਮਾਂ ਚੱਲ ਰਿਹਾ ਆ, ਗੁਲਾਮੀ ਦਾ ਸਮਾਂ ਚੱਲ ਰਿਹਾ। ਤੇ ਪਰਮੇਸ਼ਵਰ ਨੇ ਆਪਣੇ ਬੰਦੇ ਨੂੰ ਕਿਹਾ, ਉੱਠ ਸਾਰਫਤ ਸ਼ਹਿਰ ਦੇ ਵਿੱਚ ਚਲਾ ਜਾ, ਇੱਕ ਔਰਤ ਨੂੰ ਮੈਂ ਉੱਥੇ ਠਹਿਰਾਇਆ ਹੋਇਆ। ਔਰ ਜਦੋਂ ਉੱਥੇ ਗਿਆ, ਲਿਖਿਆ ਗਿਆ ਬਾਈਬਲ ਦੇ ਵਿੱਚ, ਉਹ ਔਰਤ ਜਿਹੜੀ ਠਹਿਰਾਈ ਹੋਈ ਸੀ, ਉਹ ਆਪਣੇ ਘਰ ਦੇ ਬਾਹਰ ਲੱਕੜੀਆਂ ਚੁਗ ਰਹੀ ਸੀ। ਔਰ ਏਲੀਆ ਨੇ ਉਹਨੂੰ ਕਿਹਾ ਕਿ ਅੱਗੇ ਪੜੀਏ। ਜਦੋਂ ਲਿਆਉਣ ਲਈ ਚੱਲੀ ਤਾਂ ਉਹਨੂੰ ਕਿਹਾ ਕਿ ਥੋੜਾ ਪਾਣੀ ਪਿਲਾ। ਤਾਂ ਲਿਖਿਆ ਬਾਈਬਲ ਦੇ ਵਿੱਚ, ਜਦ ਉਹ ਪਾਣੀ ਲੈਣ ਲਈ ਅੰਦਰ ਚੱਲੀ ਤਾਂ ਉਹਨੇ ਉੱਚੀ ਦਿੱਤੀ ਆਖਿਆ, ਤਾਂ ਏਲੀਆ ਨੇ ਉੱਚੀ ਦੇ ਕੇ ਆਵਾਜ਼ ਦਿੱਤੀ, ਆਖਿਆ, ਜਰਾ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ, ਇੱਕ ਚੱਪਾ ਟੁਕੜਾ, ਰੋਟੀ ਦਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਈ। ਅੱਗੋਂ ਉਸ ਆਖਿਆ, ਜਿਉਂਦੇ ਯਹੋਵਾ ਤੇਰੇ ਪਰਮੇਸ਼ਵਰ ਦੀ ਸਹੁੰ, ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ। ਮੇਰੇ ਨਾਲ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ। ਹਾਲੇਲੂਇਆ। ਏਲੀਆ ਆ ਗਿਆ। ਜਦੋਂ ਉੱਥੇ ਆਇਆ, ਜਿਹੜਾ ਥਾਂ ਠਹਿਰਾਇਆ ਹੋਇਆ ਸੀ ਏਲੀਆ ਦੇ ਲਈ, ਇਹ ਬਰਕਤ ਦੋਨਾਂ ਪਾਸੇ ਹੀ ਆ, ਏਲੀਆ ਲਈ ਵੀ ਆ ਤੇ ਵਿਧਵਾ ਲਈ ਵੀ ਆ। ਏਲੀਆ ਉੱਥੇ ਪਹੁੰਚਾ ਔਰ ਉਹ ਔਰਤ ਆਪਣੇ ਘਰ ਦੇ ਬਾਹਰ ਲੱਕੜੀਆਂ ਚੁਗ ਰਹੀ ਸੀ। ਕਾਦੇ ਲਈ ਚੁਗ ਰਹੀ ਸੀ? ਲਿਖਿਆ ਗਿਆ ਬਾਈਬਲ ਦੇ ਵਿੱਚ, ਜਦੋਂ ਇਹਨੇ ਕਿਹਾ ਕਿ ਆਉਂਦੀ ਹੋਈ ਇੱਕ ਚੱਪਾ ਰੋਟੀ ਵੀ ਲੈ ਕੇ ਆਵੀਂ, ਉਹ ਕਹਿੰਦੀ ਘਰ ਚ ਰਿੱਧਾ ਪੱਕਾ ਕੁਛ ਨਹੀਂ ਆ। ਦੇਖ, ਕਹਿੰਦੀ ਕਿ ਮੈਂ ਲੱਕੜੀਆਂ ਚੁਗ ਰਹੀਆਂ ਤਾਂ ਕਿ ਮੈਂ
उस एक मुट्ठी आटे तो एक मन्नी बनावा, अद्धी मैं खावां ते अद्धी मेरा पुੱਤ खावेगा। फिर ध्यान देना हुण इत्थे, जे एलिया 10 मिनट 15 मिनट अद्धा घंटा लेट हो जाता, फिर उस औरत ने लकड़ियां चुक के अंदर जाना सी, अग बालनी सी, आटा गुनना सी, रोटी पकाउणी सी, आप भी खानी सी, अपने पुੱਤ ਨੂੰ खिलाउणी सी। एलिया ਲਈ बचना सी कुछ। जे एलिया लेट हो जाता, जे एलिया उस टाइम लेट हो जाता ਜਾਂ ਇਹ ਕਹਿ ਦਿੰਦਾ ਕਿ ਇੱਥੇ ਕਾਲ ਪਿਆ ਆ, ਰੱਬ ਨੇ ਮੈਨੂੰ ਹੁਣ ਇਹ ਹੁਕਮ ਲਾ ਦਿੱਤਾ ਆ, ਮੈਨੂੰ ਹੁਣ ਉੱਥੇ ਜਾਣਾ ਪੈਣਾ ਆ, ਚਲੋ ਅੱਧਾ ਘੰਟਾ ਲੇਟ ਹੀ ਚੱਲਦੇ ਆ, ਠਹਿਰ ਕੇ ਚੱਲਦੇ, ਉੱਥੇ ਕਿਹੜਾ ਕੁਝ ਖਾਣ ਪੀਣ ਨੂੰ ਪਿਆ ਆ। ਇੱਕ ਵਿਧਵਾ ਹੀ ਠਹਿਰ ਆਈ ਹੈ, ਵਿਧਵਾ ਦੇ ਘਰ ਚ ਕੀ ਆ? ਇੱਥੇ ਜਿਨ੍ਹਾਂ ਦੇ ਪਤੀ ਆ ਉਹਨਾਂ ਕੋਲ ਕੁਝ ਹੈ ਨਹੀਂ ਆ, ਤੇ ਵਿਧਵਾ ਦੇ ਘਰ ਚ ਕੀ ਮਿਲਣਾ? ਢੀਠ ਜੇ ਹੋ ਜਾਂਦਾ, ਜਿੱਦਾਂ ਦੇ ਹੁਣ ਦੇ ਸੁਭਾਅ ਆ, ਢੀਠ ਜਿੱਦਾਂ ਦੇ ਹੁਣ ਸੁਭਾਅ ਆ। ड्यूटी किन्ने बजे जाने जी? 9 बजे उत्थे हाजरी लग जाती है, उत्थे 8:45 पहुंच जाते गेट के विच, ते बंदगी किन्ने बजे? 10:30 बजे पहुंचते, किन्ने बजे? 12 बजे। की आ दुनिया दे लई असीं बहुत वफादार हाँ, संसार लई बहुत वफादार हाँ, लेकिन रब लई असीं ढीठ हाँ। चाहे किसी भी चर्च चले जाओ, जे ढीठ पूरा लेके जाओगे उत्थे भी खाली बैठे रहोगे, छुनछने खड़काउंदे चल जाओगे, छुनछने खड़काउंदे घर आ जाओगे। पर जे तुसीं मेरे इस ढीठ पुणे नूं छड्ड के रब दे विच समय नूं लाभदायक करना आ, अपने लई समा वधिया बनाउणा आ, फिर जरूरी आ चाहे छोटी तो छोटी चर्च क्यों नहीं, अजे तुसीं रब दे लई वफादार आ, समय लई वफादार आ, समा तुहानूं रब लई वफादार ठहरावेगा। हालेलुया, रब लई वफादार ठहरावेगा। एलिया जे आप ढीठ हो जाता, अद्धा घंटा भी लेट हो जाता, तो उन्होंने मां पुੱਤ ने रोटी पका के खा भी लैनी सी। हालेलुया, हुण ये हिसाब लाओ कि असीं अद्धा घंटा लेट हाँ, तो रोटी तो खुदा ने खा लई है। जिहड़े धन्नवाद दे बलिदान पहले चढ़ाए, ਜਿਹੜੇ 10:30 ਵਜੇ ਧੰਨਵਾਦ ਦੇ ਬलिदान ਆ, ਉਹ ਤਾਂ ਚੜ ਗਏ, ਤੇ ਤੁਹਾਡੇ ਧੰਨਵਾਦ ਦੇ ਬलिदान ਕਿੱਥੇ ਆ? ਤੁਹਾਡੇ ਧੰਨਵਾਦ ਦੇ ਬलिदान ਕਿੱਥੇ ਨੇ? ਬੋਲੋ। ਮੇਰੀ ਤਾਂ ਵਿੱਚ ਟੀਮ ਵੀ ਇਦਾਂ ਦੀ, ਕਈ ਟੀਮ ਦੇ ਮੈਂਬਰ ਵੀ ਇਦਾਂ ਦੇ ਜਿਹੜੇ ਇੰਨੇ ਢੀਠ ਆ, ਉਹ ਵੀ ਕਹਿੰਦੇ ਮੁੱਛਾਂ ਦੇ ਲਾਗੇ ਛਾਗੇ ਪਹੁੰਚਣਾ, ਕਿਉਂਕਿ ਖੜੇ ਤਾਂ ਅਸੀਂ ਬਾਅਦ ਵਿੱਚ, ਦਿਖਾਵਾ ਤਾਂ ਬਾਅਦ ਚ ਹੀ ਕਰਨਾ ਆ। ਪਹਿਲਾਂ ਕਿਹੜਾ ਸਾਨੂੰ ਅਸੀਂ ਖੜੇ ਹੋਣਾ ਆ? ਨਾ ਸਾਡੀ ਕਿਸੇ ਨੇ ਟਾਈ ਦੇਖਣੀ, ਨਾ ਸਾਡਾ ਕਿਸੇ ਨੇ ਸੂਟ ਬੂਟ ਦੇਖਣਾ, ਨਾ ਮੇਰੀ ਵਰਦੀ ਦੇਖਣੀ ਕਿਸੇ ਨੇ, ਨਾ ਮੇਰੀ ਚੰਗੀ ਬੰਬਰ ਦੀ ਚੁੰਨੀ ਦੇਖਣੀ, ਮੈਂ ਤਾਂ ਬਾਅਦ ਚ ਹੀ ਦੇਖਣਾ, ਮੈਨੂੰ ਮੈਂ ਬਾਅਦ ਚ ਹੀ ਖੜੀ ਹੋਊਂਗਾ, ਖੜਾ ਹੋਊਂਗਾ। ਉਹ ਵੀ 12 ਵਜੇ ਆਰਾਮ ਨਾਲ ਪਹੁੰਚਦੇ ਆ। ਪਰ ਧਿਆਨ ਦਿਓ ਬਾਈਬਲ ਕੀ ਬਿਆਨ ਕਰਦੀ ਆ, ਹਰੇਕ ਕੰਮ ਦਾ, ਧੰਨਵਾਦ ਦੇ ਬਲਿਦਾਨਾਂ ਦਾ ਵੀ ਇੱਕ ਸਮਾਂ ਆ, ਆਰਾਧਨਾ ਦਾ ਇੱਕ ਸਮਾਂ ਆ, ਉਹਦੀ ਮਹਿਮਾ ਦਾ ਇੱਕ ਸਮਾਂ ਆ, ਪ੍ਰਾਰਥਨਾ ਦਾ ਇੱਕ ਸਮਾਂ ਆ, ਉਹਦੀਆਂ ਗੱਲਾਂ ਸੁਣਨ ਦਾ ਇੱਕ ਸਮਾਂ ਆ, ਉਹਨੂੰ ਗੱਲਾਂ ਸੁਣਾਉਣ ਦਾ ਇੱਕ ਸਮਾਂ ਆ, ਆਸ਼ੀਸ਼ ਲਈ ਪ੍ਰਾਰਥਨਾ ਕਰਨ ਦਾ ਇੱਕ ਸਮਾਂ ਆ, ਆਸ਼ੀਸ਼ ਨੂੰ ਲੈਣ ਦਾ ਇੱਕ ਸਮਾਂ ਆ, ਬੀਜਣ ਦਾ ਇੱਕ ਸਮਾਂ ਆ, ਤੇ ਵੱਢਣ ਦਾ ਇੱਕ ਸਮਾਂ ਆ, ਭਰੀਆਂ ਬੰਨਣ ਦਾ ਇੱਕ ਸਮਾਂ ਆ, ਤੇ ਘਰ ਨੂੰ ਖੜਨ ਦਾ ਇੱਕ ਸਮਾਂ ਆ। ਤੇ ਜੇ ਅਸੀਂ ਸਭ ਕੁਝ ਢੱਬ ਨਾ ਕਰਦੇ ਆ, ਤੇ ਮੇਰੇ ਇਜ਼ੋ ਸੱਚੇ ਪਰਮੇਸ਼ਵਰ ਦੀ ਸੱਚੀ ਬੰਦਗੀ 'ਚ ਝੂਠ ਕਿਉਂ ਮਿਕਸ ਕਰੀ ਜਾਂਦੇ ਆ? ਕਿਉਂ ਕਣਕ ਦੇ ਵਿੱਚ ਜੌਂ ਬੀਜੀ ਜਾਂਦੇ ਆ, ਜਵੀ ਬੀਜੀ ਜਾਂਦੇ ਆ? कारण की है? क्योंकि सरीरक का संसारक है, ਜਿਹਦੇ ਅੰਦਰ ਰੱਬ ਦਾ ਡਰ ਆ, ਉਹਦੇ ਘੁੱਟਣੇ ਰੱਬ ਦੇ ਅੱਗੇ ਸਮੇਂ ਨਾਲ ਝੁਕ ਜਾਂਦੇ ਆ। ਜਿਹੜਾ ਅਣਖੀ ਵਿਸ਼ਵਾਸੀ ਆ, ਜਿਹਨੇ ਅਸਲ ਤੌਬਾ ਕੀਤੀ ਆ, ਜਿਹਦਾ ਅਸਲ ਬਪਤਿਸਮਾ ਹੋ ਗਿਆ ਆ, ਜਿਹਨੇ ਅਸਲ ਯਿਸੂ ਨੂੰ ਜਾਣ ਲਿਆ ਆ, ਉਹਦੇ ਘੁੱਟਣੇ ਸਮੇਂ ਤੋਂ ਪਹਿਲਾਂ ਝੁਕ ਜਾਂਦੇ ਆ। ਹਾਲੇਲੂਇਆ, ਉਹਦੇ ਘੁੱਟਣੇ ਖੁਦਾ ਦੇ ਅੱਗੇ ਸਮੇਂ ਤੋਂ ਪਹਿਲਾਂ ਝੁਕ ਜਾਂਦੇ ਆ। ਤੇ ਜਿਹਨੇ ਅਸਲੀ ਤੌਬਾ ਕੀਤੀ ਨਹੀਂ ਹੈ, ਜਿਹਨੇ ਬਪਤਿਸਮਾ ਨਹਾਉਣ ਹੀ ਕੀਤਾ ਆ, ਜਿਹਦੇ ਅੰਦਰ ਰੱਬ ਦਾ ਡਰ ਹੀ ਨਹੀਂ ਆ, ਉਹ ਤਾਂ ਕਹਿੰਦਾ 12 ਵਜੇ ਵੀ ਰੱਬ ਨੇ ਮੇਰਾ ਕੀ ਵਿਗਾੜ ਲੈਣਾ। ਇਦਾਂ ਹੀ ਆ। ਬੋਲੋ। ਤੁਹਾਨੂੰ ਇਹ ਪਤਾ ਹੈ ਕਿ ਮੇਰੀ ਫਲਾਈਟ ਕਿੰਨੇ ਦੀ ਹੈ, ਇਹ ਪਤਾ ਕਿ ਟ੍ਰੇਨ ਕਿੰਨੇ ਵਜੇ ਆਉਣੀ ਜਾਣੀ ਆ, ਇਹ ਪਤਾ ਕਿ ਮੇਰੀ ਬੱਸ ਕਿੰਨੇ ਵਜੇ ਮਿਲਣੀ ਹੈ, ਇਹ ਪਤਾ ਕਿ ਮੇਰੇ ਅਫਸਰ ਨੇ ਕਿੰਨੇ ਵਜੇ ਕੁਰਸੀ ਤੇ ਬਹਿ ਜਾਣਾ, ਪਰ ਇਹ ਨਹੀਂ ਪਤਾ ਮੇਰੇ ਖੁਦਾ ਨੇ ਕਿਹੜੇ ਵੇਲੇ ਦੀ ਪ੍ਰਾਰਥਨਾ ਸੁਣਨੀ ਆ। ਹਾਲੇਲੂਇਆ। ਬਾਈਬਲ ਦੇ ਵਿੱਚ ਕੀ ਲਿਖਿਆ ਗਿਆ ਆ? ਕਹਿੰਦਾ ਸਵੇਰ ਨੂੰ ਆਪਣਾ ਬੀਜ ਤੇ ਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਪੈਣ ਦੇਵੇਂ। ਸਮੇਂ ਦਾ ਗੱਲ ਕੀਤੀ ਗਈ ਆ, ਸਮੇਂ ਦੀ ਗੱਲ ਕੀਤੀ ਗਈ ਆ, ਨਾ ਸਵੇਰੇ ਲੇਟ ਹੋਣਾ ਨਾ ਸ਼ਾਮ ਨੂੰ। ਹਾਲੇਲੂਇਆ। ਕਿੰਨੇ ਸਮਝ ਰਹੇ ਆ? ਇਹ ਮੈਂ ਨਹੀਂ ਕਹਿ ਰਿਹਾ, ਬਾਈਬਲ ਕਹਿ ਰਹੀ ਹੈ। ਹੱਥ ਖੜਾ ਕਰੀ, ਕਿੰਨੇ ਸਮਝ ਰਹੇ ਆ? ਆਪਣਾ ਹੱਥ ਖੜਾ ਕਰੀਏ, ਕਿੰਨੇ ਸਮਝ ਰਹੇ ਆ? ਅਗਲੇ ਐਤਵਾਰ ਕਿੰਨੇ ਵਜੇ ਆਉਣਾ?
देख लो तुसीं हत्थ खड़े कीते आ। ਇਹ वचन मैं अपने लाभ ਦੇ ਲਈ नहीं ਤੁਹਾਨੂੰ ਸੁਣਾ ਰਿਹਾ, ਇਹ वचन ਤੁਹਾਡੇ ਹੀ ਲਾਭ ਲਈ ਆ। ਇਹ वचन ਤੁਹਾਡੇ ਹੀ ਲਾਭ ਲਈ ਆ। ਜੇ ਏਲੀਆ ਢਿੱਲਾ ਪੈ ਜਾਂਦਾ, ਅੱਧਾ ਘੰਟਾ ਵੀ ਲੇਟ ਹੋ ਜਾਂਦਾ, ਤਾਂ ਉਸ ਔਰਤ ਨੇ ਉਹ ਰੋਟੀ ਖਾ ਲੈਣੀ ਸੀ। ਏਲੀਆ ਵੀ ਭੁੱਖਾ ਰਹਿਣਾ ਸੀ। ਉਸ ਔਰਤ ਦਾ ਟੱਬਰ ਜਿਵੇਂ ਕਹਿੰਦੀ ਹੈ ਕਿ ਕੱਲ ਨੂੰ ਮਰ ਜਾਣਾ ਹੈ, ਉਹ ਵੀ ਮਰ ਜਾਣੇ ਸੀ। ਦੋਨਾਂ ਤਰਫ ਦੀ ਬਰਕਤ ਜਿਹੜੀ ਆ, ਉਹਨੇ ਸਮੇਂ ਨੂੰ ਨਹੀਂ ਦੇਖਿਆ ਕਿ ਮਤਲਬ ਕੱਲ ਨੂੰ ਕਿੱਦਾਂ ਦਾ ਸਮਾਂ ਆਉਣਾ। ਕਹਿੰਦਾ ਅੱਜ ਜਿਹੜਾ ਸਮਾਂ ਆ ਰੱਬ ਮੇਰੇ ਤੋਂ ਮੰਗਦਾ ਆ, ਉਹ ਔਰਤ ਕਹਿੰਦੀ ਅੱਜ ਦੇ ਸਮੇਂ ਨੂੰ ਲਾਭਦਾਇਕ ਕਰਨਾ ਆ। ਉਹਨੇ ਏਲੀਆ ਦੇ ਕਹਿਣ ਦੇ ਅਨੁਸਾਰ ਉਸੇ ਵਕਤ ਜਿਸ ਵੇਲੇ ਏਲੀਆ ਨੇ ਕਿਹਾ ਪਹਿਲਾਂ ਮੇਰੇ ਲਈ ਪਕਾ, ਕੀ ਕਰ, ਪਹਿਲਾਂ ਮੇਰੇ ਲਈ ਪਕਾ, ਉਸ ਤੋਂ ਬਾਅਦ ਆਪਣੇ ਲਈ ਪਕਾਵੀਂ। ਤਾਂ ਮੇਰੇ ਜੋ ਸਮੇਂ ਨਾਲ ਪਹੁੰਚਾ ਆ, ਸਮੇਂ ਨਾਲ ਉਸ ਔਰਤ ਨੇ ਰੋਟੀ ਬਣਾ ਕੇ ਏਲੀਆ ਦੇ ਹੱਥ ਵਿੱਚ ਫੜਾ ਦਿੱਤੀ ਆ। ਕਹਿੰਦਾ ਜਾ ਹੁਣ ਆਪਣੇ ਲਈ ਤੇ ਆਪਣੇ ਪੁੱਤਰ ਲਈ ਪਕਾ। ਬਾਈਬਲ 'ਚ ਲਿਖਿਆ ਗਿਆ ਆ ਏਲੀਆ ਵੀ ਰੱਜਿਆ ਆ। ਲਿਖਿਆ ਕਾਲ ਦੇ ਦਿਨਾਂ ਦੇ ਵਿੱਚ ਵਿਧਵਾ ਤੇ ਵਿਧਵਾ ਦਾ ਘਰਾਣਾ ਵੀ ਰੋਜ਼ ਰੱਜ ਕੇ ਰੋਟੀ ਖਾਂਦੇ ਸੀ। ਹਾਲੇਲੂਇਆ। ਸਮੇਂ ਅਨੁਸਾਰ ਕੀਤਾ ਹੋਇਆ ਕੰਮ ਫਲਦਾਰ ਹੁੰਦਾ ਆ। ਸਮੇਂ ਦੇ ਅੱਗੜ ਪਿੱਛੜ ਕਰੋਗੇ ਕੋਈ ਲਾਭ ਨਹੀਂ ਆ। ਸਮੇਂ ਦੀ ਅਹਿਮੀਅਤ ਬਾਈਬਲ ਦੇ ਵਿੱਚ ਦਿੱਤੀ ਗਈ ਆ। ਜੇ ਤੁਸੀਂ ਕਹੋ ਕਿ ਭਗਤੀ ਆ, ਕੋਈ ਗੱਲ ਨਹੀਂ, ਕਰ ਲਵਾਂਗੇ। ਮੇਰਾ ਪਰਮੇਸ਼ਰ ਮੈਨੂੰ ਸਵੇਰੇ 4 ਵਜੇ ਉਠਾਉਂਦਾ, ਉੱਠ ਤੇ ਪ੍ਰਾਰਥਨਾ ਕਰ। ਮੈਂ ਤੇਰੇ ਤੋਂ ਪ੍ਰਾਰਥਨਾ ਇਸ ਸਮੇਂ ਦੀ ਲੈਣੀ ਆ। ਮੈਂ ਖੁਦ ਮੰਗ ਕੇ ਪ੍ਰਭੂ ਤੋਂ ਟਾਈਮ ਲੈਂਦਾ। ਪ੍ਰਭੂ ਜੀ ਮੈਂ 12 ਵਜੇ ਘਰ ਪਹੁੰਚਿਆ ਆ, 1 ਵਜੇ ਬਿਸਤਰ ਤੇ ਲੇਟਿਆ ਆ, ਤੁਸੀਂ ਜੇ ਆਗਿਆ ਦਿਓ ਤਾਂ ਮੈਨੂੰ 6 ਵਜੇ ਤੱਕ ਮੈਂ ਸੌਂ ਲਵਾਂ। ਪ੍ਰਭੂ ਮੈਂ 6 ਵਜੇ ਪ੍ਰਾਰਥਨਾ ਤੇ ਬੈਠਾਂਗਾ, ਫਿਰ ਮੈਨੂੰ ਪਰਮੇਸ਼ਰ ਦਾ ਆਤਮਾ 6 ਵਜੇ ਉਠਾਲੇਗਾ। ਹਾਲੇਲੂਇਆ। ਮੈਨੂੰ ਪਤਾ ਮੇਰੇ ਪਰਮੇਸ਼ਰ ਨੇ ਮੈਨੂੰ ਬਰਕਤ ਕਿੱਦਾਂ ਦੇਣੀ ਹੈ। ਮੈਨੂੰ ਪਤਾ ਕਿ ਮੇਰੇ ਪਰਮੇਸ਼ਰ ਨੇ ਮੈਨੂੰ ਆਦਰ ਕਿੱਦਾਂ ਦਿਵਾਉਣਾ ਆ। ਮੈਨੂੰ ਪਤਾ ਕਿ ਮੇਰੇ ਪਰਮੇਸ਼ਰ ਨੇ ਮੇਰੇ ਲਈ ਕੰਮ ਕਿੱਦਾਂ ਕਰਨਾ ਆ। ਜੇ ਸਹੀ ਟਾਈਮ ਦੇ ਨਾਲ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਦੇਖਾਂਗੇ, ਖੁਦਾ ਸਾਡੇ ਲਈ ਹਰ ਇੱਕ ਸਮਾਂ ਵਧੀਆ ਲੈ ਕੇ ਆਵੇਗਾ। ਆਪਣੇ ਸਮੇਂ ਨੂੰ ਅਸੀਂ ਆਪ ਵਿਗਾੜ ਰਹੇ ਹਾਂ। ਆਪਣੇ ਸਮੇਂ ਨੂੰ ਅਸੀਂ ਆਪ ਵਿਗਾੜ ਰਹੇ ਹਾਂ। ਹਾਲੇਲੂਇਆ। ਕਈ ਵਾਰ ਕੋਈ ਏਦਾਂ ਦੇ ਮਰੀਜ਼ ਹੁੰਦੇ ਆ, ਜੇ ਹਸਪਤਾਲ ਲੈ ਕੇ ਜਾਓ ਤੇ ਡਾਕਟਰ ਕਹਿ ਦਿੰਦੇ ਆ ਜੇ ਅੱਧਾ ਘੰਟਾ ਪਹਿਲਾਂ ਲੈ ਆਉਂਦੇ ਇਹਨੇ ਬਚ ਜਾਣਾ ਸੀ, ਇਹਨੇ ਬਚ ਜਾਣਾ ਸੀ। ਉਸ ਵੇਲੇ ਅਸੀਂ ਕਹਿੰਦੇ ਆ ਕਾਸ਼ ਅੱਧਾ ਘੰਟਾ ਪਹਿਲਾਂ ਪਹੁੰਚ ਜਾਂਦੇ ਸੀ, ਕਾਸ਼ ਅੱਧਾ ਘੰਟਾ ਪਹਿਲਾਂ ਪਹੁੰਚ ਜਾਂਦੇ, ਸਾਡਾ ਬੰਦਾ ਬਚ ਜਾਣਾ ਸੀ। ਕਹਿੰਦਾ ਮਤਲਬ ਉੱਥੇ ਡਾਕਟਰ ਵੀ ਕਹਿ ਦਿੰਦੇ ਆ ਟਾਈਮ ਦੀ ਅਹਿਮੀਅਤ ਨੂੰ ਜਾਣੋ। ਜੇ ਤੁਸੀਂ 10 ਮਿੰਟ ਪਹਿਲਾਂ ਵੀ ਆ ਜਾਂਦੇ, ਅੱਧਾ ਘੰਟਾ ਪਹਿਲਾਂ ਵੀ ਆ ਜਾਂਦੇ, ਤੁਹਾਡਾ ਮਰੀਜ਼ ਬਚ ਜਾਣਾ ਸੀ। ਅਸੀਂ ਕੁਝ ਕਰ ਸਕਦੇ ਸੀ। ਹੁਣ ਤੁਸੀਂ ਲੇਟ ਹੋ ਗਏ, ਹੁਣ ਅਸੀਂ ਕੁਝ ਨਹੀਂ ਕਰ ਸਕਦੇ, ਸਾਡੇ ਹੱਥ ਖੜੇ ਆ। ਹੁਣ ਤਾਂ ਰੱਬ ਆਸ ਰਹੀ ਆ। ਹੁਣ ਕੀ ਆ? ਰੱਬ ਆਸ ਰਹੀ ਆ। ਤੇ ਧਿਆਨ ਦਿਓ, ਰੱਬ ਆਸ ਰਹੀ ਉਹੀ ਆ ਜਿਹੜਾ ਸਹੀ ਢੰਗ ਦੇ ਨਾਲ ਪਰਮੇਸ਼ਰ ਤੇ ਸਮੇਂ ਦੀ ਅਹਿਮੀਅਤ ਨੂੰ ਜਾਣ ਲੈਂਦਾ ਹੈ। ਹਾਲੇਲੂਇਆ। ਏਲੀਆ ਦਾ ਚੇਲਾ ਅਲੀਸ਼ਾ ਤੇ ਅਲੀਸ਼ਾ ਦਾ ਚੇਲਾ ਗਿਹਾਜੀ, ਉਹਦੇ ਜੀਵਨ ਦੇ ਵਿੱਚ ਵੀ ਸਮੇਂ ਦੀ ਕਦਰ ਦੇ ਬਾਰੇ ਦਿੱਤਾ ਗਿਆ ਆ। ਜਦੋਂ ਨਮਾਨ ਨੇ ਸੋਨਾ ਚਾਂਦੀ ਮਰੇਜ਼ੋ ਅਲੀਸ਼ਾ ਦੇ ਲਈ ਭੇਜਿਆ, ਅਲੀਸ਼ਾ ਨੇ ਵਾਪਸ ਕਰ ਦਿੱਤਾ। ਅਲੀਸ਼ਾ ਗਿਹਾਜੀ ਨੇ ਕਿਹਾ ਕਿ ਮੈਂ ਪਿੱਛੇ ਪਿੱਛੇ ਜਾਵਾਂਗੇ, ਕੁਝ ਚਾਂਦੀ ਤੇ ਕੁਝ ਚੰਗੇ ਵਸਤਰ ਲੈ ਲਵਾਂਗਾ। ਬਾਈਬਲ ਦੇ ਵਿੱਚ ਪੜ੍ਹੀਏ, ਦੂਸਰਾ ਰਾਜਿਆ 5 ਅਧਿਆਇ ਉਹਦੀ 26 ਆਇਤ। ਸਮਾਂ ਬੜਾ ਬਲਵਾਨ ਆ। ਇੱਕ ਪਾਸੇ ਤੁਹਾਡੀ ਜਿੱਤ ਦਾ ਨਿਸ਼ਾਨ ਆ, ਇੱਕ ਪਾਸੇ ਹਾਰ ਦਾ ਨਿਸ਼ਾਨ ਆ। ਬਲਵਾਨ ਦੋਨਾਂ ਤਰਫਾਂ ਨੂੰ ਹੀ ਆ, ਕਿਉਂਕਿ ਬਾਈਬਲ ਬਿਆਨ ਕਰਦੀ ਵਚਨ 2 ਧਾਰੀ ਤਲਵਾਰ ਆ, ਜਿਹੜਾ ਸਮੇਂ ਦੇ ਅਨੁਸਾਰ ਢਲ ਜਾਂਦਾ ਹੈ, ਜਿਹੜਾ ਸਮੇਂ ਦੇ ਅਨੁਸਾਰ ਚੱਲ ਪੈਂਦਾ ਆ ਪ੍ਰਭੂ ਦੇ ਨਾਲ। ਪਰਮੇਸ਼ਰ ਉਹਨੂੰ ਇੱਕ ਅੱਛੇ ਰੁਤਬੇ ਉੱਤੇ, ਇੱਕ ਅੱਛੀ ਆਸ਼ੀਸ਼ ਨਾਲ ਮੇਰੇ ਜੋ ਲੈਸ ਕਰਦਾ ਆ। ਤਾਂ ਜਿਹੜਾ ਮੇਰੇ ਜੋ ਪਰਮੇਸ਼ਰ ਦੇ ਸਮੇਂ ਨੂੰ, ਸਮੇਂ ਦੀ ਕਦਰ ਨਹੀਂ ਕਰਦਾ, ਉਹ ਕਦੇ ਵੀ ਆਪਣੇ ਜੀਵਨ 'ਚ ਸਫਲ ਨਹੀਂ ਹੋਵੇਗਾ। ਸਮਾਂ ਬਲਵਾਨ ਹੀ ਆ, ਜਾਂ ਤਾਂ ਉੱਚਾ ਕਰਨ ਲਈ ਜਾਂ ਡਾਊਨ ਕਰਨ ਲਈ। ਹਾਲੇਲੂਇਆ। ਉੱਚਾ ਕਰਨ ਲਈ ਜਾਂ ਡਾਊਨ ਕਰਨ ਦੇ ਲਈ। ਜੇ ਏਲੀਆ ਸਮੇਂ ਨਾਲ ਪਹੁੰਚ ਗਿਆ, ਉਹਨੇ ਆਪ ਤਾਂ ਆਸ਼ੀਸ਼ ਲਈ ਆ, ਉਹਦੇ ਦੁਆਰਾ ਵਿਧਵਾ ਦੇ ਘਰਾਣੇ ਨੂੰ ਵੀ ਆਸ਼ੀਸ਼ ਮਿਲੀ।
ਉਹਦੇ ਦੁਆਰਾ ਵਿਧਵਾ ਦੇ ਘਰਾਣੇ ਨੂੰ ਵੀ ਆਸ਼ੀਸ਼ ਮਿਲੀ। ਏਲੀਆ ਸਮੇਂ ਨਾਲ ਪਹੁੰਚਾ। ਬਾਈਬਲ ਬਿਆਨ ਕਰਦੀ ਆ ਕਿ ਉਹਨੇ 3.5 ਸਾਲ ਦੇ ਉਸ ਕਾਲ ਨੂੰ ਤੋੜਨ ਦੇ ਲਈ ਬਰਖਾ ਦੀ ਪ੍ਰਾਰਥਨਾ ਕੀਤੀ ਤਾਂ ਮੇਰੇ ਇਜ਼ੋ ਦਾ ਇੱਕ ਹਿੱਸਾ ਆ। ਹੁਣ ਇੱਥੇ ਇਹਦੇ ਚੇਲੇ ਅਲੀਸ਼ਾ ਦੇ ਗਾਂ ਚੇਲੇ ਦੀ ਗੱਲ ਪੜ੍ਹਦੇ ਆ। ਕਹਿੰਦਾ ਕਿ ਮੈਂ ਇਹ ਧਨ ਦੌਲਤ ਛੱਡਣਾ ਨਹੀਂ ਆ, ਮੈਂ ਤਾਂ ਇਹ ਲੁੱਟ ਲੈਣਾ ਜਿੰਨਾ ਲੁੱਟ ਸਕਦਾ ਆ, ਗੱਫਾ ਲੈਣਾ ਹੀ ਲੈਣਾ ਆ। ਪੜ੍ਹੀਏ ਦੂਸਰਾ ਰਾਜਿਆ 5 ਅਧਿਆਏ 26 ਆਇਤ। ਜਦੋਂ ਧਨ ਦੌਲਤ ਲੈ ਕੇ ਆਪਣੇ ਘਰ ਛੱਡਿਆ ਆ, ਮੁੜ ਕੇ ਫਿਰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਇਆ। ਹਾਂਜੀ, ਤਦ ਉਸਨੇ ਆਖਿਆ, ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰੱਥ ਉੱਤੋਂ ਮੁੜ ਆਇਆ ਤਾਂ ਕਿ ਮੇਰਾ ਮਨ ਤੇਰੇ ਨਾਲ ਨਹੀਂ ਸੀ ਕਿ ਚਾਂਦੀ ਲੈਣ ਅਰ ਬਸਤਰ ਅਤੇ ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ ਅਰਿਜੜਾਂ ਦੇ ਵੱਗਾਂ ਤੇ ਗੋਲੇ ਗੋਲੀਆਂ ਦੇ ਲੈਣ ਦਾ ਇਹੋ ਵੇਲਾ ਹੈ। ਵੇਲਾ ਹੈ। ਇੰਗਲਿਸ਼ ਟਾਈਮ ਲਿਖਿਆ ਆ, ਇੰਗਲਿਸ਼ ਟਾਈਮ ਲਿਖਿਆ ਆ ਕਿ ਇਹੀ ਟਾਈਮ ਆ। ਕਿੱਥੇ ਆਇਆ ਗਿਹਾਜੀ ਵਾਪਸ? ਅਲੀਸ਼ਾ ਦੇ ਕੋਲ ਗਿਆ। ਕਿੱਥੋਂ ਸੀ? ਬਾਈਬਲ ਬਿਆਨ ਕਰਦੀ ਆ ਉਹ ਅਲੀਸ਼ਾ ਦੇ ਕੋਲੋਂ ਹੀ ਚਲਾ ਗਿਆ ਸੀ। ਅਲੀਸ਼ਾ ਦੇ ਕੋਲੋਂ ਚਲਾ ਗਿਆ ਕਿ ਮੈਂ ਧਨ ਦੌਲਤ ਕਮਾ ਲਿਆ ਵਾਂ, ਮੈਂ ਰੁਤਬਾ ਕਮਾ ਲਿਆ ਵਾਂ, ਮੈਂ ਘਰ ਦੀਆਂ ਜ਼ਰੂਰਤਾਂ ਨੂੰ ਕਮਾ ਲਿਆ ਵਾਂ, ਘਰ ਦੀਆਂ ਵਸਤੂਆਂ ਨੂੰ ਕਮਾ ਲਵਾਂ। ਅਲੀਸ਼ਾ ਉਸ ਵੇਲੇ ਕਿੱਥੇ ਸੀ? ਪ੍ਰਭੂ ਦੀ ਹਜ਼ੂਰੀ 'ਚ। ਅਲੀਸ਼ਾ ਉਸ ਵੇਲੇ ਕਿੱਥੇ ਸੀ? ਪ੍ਰਭੂ ਦੀ ਹਜ਼ੂਰੀ 'ਚ। ਤੇ ਗਿਹਾਜੀ ਪ੍ਰਭੂ ਦੀ ਹਜ਼ੂਰੀ 'ਚੋਂ ਬਾਹਰ ਚਲਾ ਗਿਆ, ਧਨ ਦੌਲਤ ਕਮਾਇਆ ਤੇ ਘਰ ਰੱਖ ਦਿੱਤਾ। ਵਾਪਸ ਫਿਰ ਪ੍ਰਭੂ ਦੀ ਹਜ਼ੂਰੀ 'ਚ ਆਇਆ ਤੇ ਅਲੀਸ਼ਾ ਨੇ ਕਿਹਾ ਤੂੰ ਕਿੱਥੋਂ ਆਇਆ? ਕਹਿੰਦਾ ਕਿਤੇ ਨਹੀਂ, ਤੇਰਾ ਟੈਲੂਆ ਇੱਧਰ ਘੁੰਮ ਕੇ ਆ ਗਿਆ। ਕਹਿੰਦਾ ਜਦੋਂ ਤੂੰ ਇਹ ਸਮਾਨ ਲੈਣ ਗਿਆ ਕੀ ਮੇਰਾ ਮਨ ਮੇਰਾ ਦਿਲ ਤੇਰੇ ਨਾਲ ਨਹੀਂ ਗਿਆ? ਕੀ? ਕਹਿੰਦਾ ਸੋਨਾ ਚਾਂਦੀ ਬਸਤਰ ਅੰਗੂਰੀ ਬਾਗ ਜੈਤੂਨੀ ਬਾਗ ਲੈਣ ਦਾ ਇਹੀ ਵੇਲਾ ਸੀ। ਇਹ ਤਾਂ ਵੇਲਾ ਖੁਦਾ ਦੀ ਹਜ਼ੂਰੀ 'ਚ ਘੁਟਨੇ ਟੇਕਣ ਦਾ ਸੀ। ਇਹ ਵੇਲਾ ਤਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਣ ਦਾ ਸੀ, ਉਹਦੀ ਮਹਿਮਾ ਕਰਨ ਦਾ ਸੀ, ਵਡਿਆਈ ਕਰਨ ਦਾ ਸੀ, ਸ਼ੁਕਰਾਨਾ ਕਰਨ ਦਾ ਸੀ। ਤੂੰ ਕਿੱਧਰ ਤੁਰਿਆ ਫਿਰਦਾ ਰਿਹਾ? ਹਾਲੇਲੂਇਆ। ਸਾਨੂੰ ਕਈ ਵਾਰੀ ਮੌਕਾ ਮਿਲਦਾ ਆ, ਕਿਉਂਕਿ ਜਦੋਂ ਅਸੀਂ ਉਪਦੇਸ਼ਕ ਦੀ ਪੋਥੀ 3 ਅਧਿਆਏ ਉਹਦੀ ਫਿਰ ਇੱਥੇ ਰੱਖਾਂਗੇ ਹਿੰਦੀ 'ਚ ਹਾਂ ਇੱਥੇ ਰੱਖਾਂਗੇ। ਸਾਨੂੰ ਮੌਕਾ ਮਿਲਦਾ ਇੱਕ ਆਇਤ, सब कामों का एक निश्चित समय, सब कामों का एक निश्चित समय, हर एक बात का एक अवसर, हर एक बात का एक अवसर, और प्रत्येक काम का, और प्रत्येक काम का जो आकाश के नीचे होता है, हाँ, एक समय है। एक समय। हरेक गल दा ते हरेक काम दा एक अवसर ते समय। ਅਸੀਂ ਕਈ ਵਾਰ ਇੰਨੇ ਅਫਸਰ ਗਵਾ ਬੈਠਦੇ ਆ, ਇੰਨੇ ਸਾਨੂੰ ਲੱਗਦਾ ਕਿ ਸਾਡੀ ਮਾਂ ਨੇ ਪ੍ਰਾਰਥਨਾ ਕਰ ਲੈਣੀ, ਸਾਡੇ ਬਾਪ ਨੇ ਪ੍ਰਾਰਥਨਾ ਕਰ ਲੈਣੀ, ਮੇਰੇ ਪਤੀ ਨੇ ਪ੍ਰਾਰਥਨਾ ਕਰ ਲੈਣੀ, ਮੇਰੀ ਪਤਨੀ ਨੇ ਪ੍ਰਾਰਥਨਾ ਕਰ ਲੈਣੀ। ਮੌਕਾ ਤੈਨੂੰ ਦਿੱਤਾ ਗਿਆ ਆ, ਤੇਰੇ ਬਾਪ ਨੂੰ ਨਹੀਂ। ਮੌਕਾ ਤੈਨੂੰ ਦਿੱਤਾ ਗਿਆ ਤੇਰੀ ਮਾਤਾ ਨੂੰ ਨਹੀਂ। ਮੌਕਾ ਤੈਨੂੰ ਦਿੱਤਾ ਗਿਆ ਤੇਰੇ ਬੱਚਿਆਂ ਨੂੰ ਨਹੀਂ। ਆਪਣਾ ਮੌਕਾ ਆਪ ਸਾਂਭਣਾ। ਹਾਲੇਲੂਇਆ। ਆਪਣੇ ਲਈ ਮੌਕਾ ਆਪ ਸਾਂਭਣਾ ਆ। ਇਸੇ ਲਈ ਬਾਈਬਲ ਦੇ ਵਿੱਚ ਬਿਆਨ ਕੀਤਾ ਗਿਆ ਆ ਹਰੇਕ ਨੇ ਆਪਣਾ ਆਪਣਾ ਨਿਆਂ ਦੇਣਾ ਹੈ, ਆਪਣੀ ਆਪਣੀ ਕਰਨੀਆਂ ਦਾ ਫਲ ਭੋਗਣਾ ਹੈ ਹਰੇਕ ਨੇ। ਅੱਜ ਜੇ ਤੁਸੀਂ ਬਿਮਾਰੀ ਦੀ ਅਵਸਥਾ ਚੋਂ ਨਹੀਂ ਉੱਠ ਪਾ ਰਹੇ, ਤੁਸੀਂ ਆਪਣੀ ਕਰਨੀ ਦਾ ਫਲ ਭੋਗ ਰਹੇ ਆ, ਕਿਉਂਕਿ ਤੁਸੀਂ ਸਹੀ ਸਮਾਂ ਪਰਮੇਸ਼ਰ ਨੂੰ ਨਹੀਂ ਦੇ ਰਹੇ। ਸਹੀ ਸਮਾਂ ਪਰਮੇਸ਼ਰ ਨੂੰ ਨਹੀਂ ਦੇ ਰਹੇ। ਤੁਸੀਂ ਆਪਣੇ ਖੇਤ ਨੂੰ ਸਹੀ ਸਮਾਂ ਨਹੀਂ ਦਿੰਦੇ। ਤੁਹਾਡੇ ਖੇਤ ਦੇ ਵਿੱਚ ਫਸਲ ਤਾਂ ਹੋਵੇਗੀ ਪਰ ਕੰਡਿਆਲੇ ਜ਼ਿਆਦਾ ਹੋਣਗੇ। ਤੁਸੀਂ ਆਪਣੇ ਬਾਗ ਨੂੰ ਸਹੀ ਸਮਾਂ ਨਹੀਂ ਦੇ ਰਹੇ। ਬਾਗ ਤਾਂ ਵਧੇਗਾ ਫੁੱਲੇਗਾ ਪਰ ਕੰਡਿਆਲੇ ਝਾੜੀਆਂ ਜ਼ਿਆਦਾ ਹੋਣਗੇ। ਹਾਲੇਲੂਇਆ। ਤੁਸੀਂ ਕਿਸੇ ਵੀ ਚੀਜ਼ ਨੂੰ ਸਮਾਂ ਨਹੀਂ ਦੇ ਰਹੇ। ਤੁਸੀਂ ਆਪਣੇ ਬੱਚੇ ਨੂੰ ਸਮਾਂ ਨਹੀਂ ਦੇ ਰਹੇ, ਤੁਹਾਡਾ ਬੱਚਾ ਵਿਗੜ ਜਾਏਗਾ। ਤੁਸੀਂ ਆਪਣੇ ਪਤੀ ਨੂੰ ਸਹੀ ਸਮਾਂ ਨਹੀਂ ਦੇ ਰਹੇ, ਤੁਹਾਡਾ ਪਤੀ ਜ਼ਿਆਦਾ ਸਮਾਂ ਬਾਹਰ ਰਹੇਗਾ। ਤੁਸੀਂ ਆਪਣੀ ਪਤਨੀ ਨੂੰ ਸਹੀ ਸਮਾਂ ਨਹੀਂ ਦੇ ਰਹੇ, ਪੂਰਾ ਸਮਾਂ ਨਹੀਂ ਦੇ ਰਹੇ, ਤੁਹਾਡੀ ਪਤਨੀ ਵੀ ਤੁਹਾਡੇ ਨਾਲ ਲੜਦੀ ਰਹੇਗੀ। ਤੁਸੀਂ ਆਪਣੇ ਮਾਪਿਆਂ ਨੂੰ ਸਹੀ ਸਮਾਂ ਨਹੀਂ ਦਿੰਦੇ ਕਿ ਤੁਹਾਡੇ ਮਾਪਿਆਂ ਤੋਂ ਤੁਹਾਡੇ ਵਿਚਕਾਰ ਦਰਾਰ ਹੋਵੇਗੀ। ਤੁਸੀਂ ਰੱਬ ਨੂੰ ਸਹੀ ਸਮਾਂ ਨਹੀਂ ਦਿੰਦੇ, ਤੁਹਾਡੇ ਤੇ ਰੱਬ ਦੇ ਵਿਚਕਾਰ ਇੱਕ ਦੀਵਾਰ ਹੋਵੇਗੀ। ਹਾਲੇਲੂਇਆ। ਧਿਆਨ ਦੇ ਕੇ ਦੇਖੋ ਕਿੰਨਾ ਸਮਾਂ ਦਿੰਨੇ ਅਸੀਂ ਰੱਬ ਨੂੰ, ਜਦ ਕਿ ਰੱਬ ਨੇ ਸਾਨੂੰ, ਪ੍ਰਭੂ ਨੇ ਸਾਨੂੰ ਸੱਦ ਲਿਆ। ਅਸੀਂ ਉਸ ਪ੍ਰਭੂ ਨੂੰ ਸਮਾਂ ਹੀ ਨਹੀਂ ਦੇ ਰਹੇ। ਅਸੀਂ ਉਸ ਪ੍ਰਭੂ ਨੂੰ ਸਮਾਂ ਹੀ ਨਹੀਂ ਦੇ ਰਹੇ ਜਿਸ ਪਰਮੇਸ਼ਵਰ ਨੇ ਸਾਨੂੰ ਸੱਦਿਆ ਆ। ਸਾਡੇ ਕੋਲ ਸਮਾਂ ਨਹੀਂ ਹੈ ਪ੍ਰਭੂ ਦੇ ਲਈ। ਵਿਆਹ ਦੇ ਉੱਤੇ 2-2 3-3 ਦਿਨ ਸਾਡੇ ਕੋਲ ਸਮਾਂ ਹੈਗਾ ਰਿਸ਼ਤੇਦਾਰਾਂ ਦੇ ਜਾਣ ਲਈ, ਇੱਕ ਦੂਜੇ ਦੀ ਖਬਰ ਲੈਣ ਜਾਣ ਲਈ ਸਮਾਂ ਹੈਗਾ ਆ, ਇੱਕ ਦੂਜੇ ਦਾ ਸਾਥ ਦੇਣ ਲਈ ਸਮਾਂ ਹੈਗਾ। ਜੀ ਅੱਜ ਅਸੀਂ ਉਹਦੇ ਕੋਲ ਨਾ ਗਏ ਤਾਂ ਕੱਲ ਨੂੰ ਸਾਡਾ ਵੀ ਉਹਨੇ ਸਾਥ ਨਹੀਂ ਦੇਣਾਗਾ, ਇਸ ਲਈ ਸਾਨੂੰ ਜਾਣਾ ਪੈਣਾ।
ਜਿਹਨੇ ਜੀਵਨ ਦਿੱਤਾ ਉਹਦੇ ਲਈ ਵੀ ਸਮਾਂ ਕੱਢ ਕੇ ਦੇਖੋ। ਹਾਲੇਲੂਇਆ। ਜਿਹਨੇ ਜੀਵਨ ਦਿੱਤਾ ਉਹਦੇ ਲਈ ਵੀ ਸਮਾਂ ਕੱਢ ਕੇ ਦੇਖਿਓ, ਕਿਉਂਕਿ ਸਮਾਂ ਬੜਾ ਬਲਵਾਨ ਆ। ਲਿਖਿਆ ਬਾਈਬਲ ਦੇ ਵਿੱਚ ਹਰੇਕ ਕੰਮ ਦਾ ਇੱਕ ਅਵਸਰ ਆ, ਹਰੇਕ ਮਨੋਰਥ ਦਾ ਇੱਕ ਸਮਾਂ ਆ। ਮਨੋਰਥ ਦਾ ਮਤਲਬ ਤੁਹਾਡੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਇੱਕ ਸਮਾਂ ਆ। ਪਰਮੇਸ਼ਵਰ ਨੇ ਸਾਨੂੰ ਇਸ ਲਈ ਸੱਦਿਆ ਕਿ ਸਾਡੇ ਸਾਰੇ ਮਨੋਰਥ ਪੂਰੇ ਹੋਣ। ਹਾਲੇਲੂਇਆ। ਇਸੇ ਲਈ ਪ੍ਰਭੂ ਦਾ ਦਾਸ ਦਾਊਦ 37 ਜ਼ਬੂਰ ਦੇ ਵਿੱਚ ਬਿਆਨ ਕਰਦਾ ਹੈ, ਲਿਖਿਆ ਗਿਆ ਕਿ ਤੂੰ ਯਹੋਵਾ ਤੇ ਨਿਹਾਲ ਰਹਿ ਤਾਂ ਤੇਰੇ ਸਾਰੇ ਮਨੋਰਥ ਪੂਰੇ ਕਰੇਗਾ। ਕਿੰਨੇ ਪਰਮੇਸ਼ਵਰ ਤੇ ਨਿਹਾਲ ਆ। ਨਿਹਾਲ ਦਾ ਮਤਲਬ ਜੋ ਪਰਮੇਸ਼ਵਰ ਨੇ ਸਾਨੂੰ ਅੱਜ ਦੇ ਟਾਈਮ ਦਿੱਤਾ ਆ, ਅਸੀਂ ਖੁਸ਼ ਆ। ਜਿੱਦਾਂ ਦਾ ਸਮਾਂ ਸਾਨੂੰ ਰੱਬ ਨੇ ਅੱਜ ਦਿੱਤਾ ਆ, ਅਸੀਂ ਖੁਸ਼ ਆ। ਜਿੰਨੀ ਕਿ ਹੈਸੀਅਤ ਸਾਨੂੰ ਰੱਬ ਨੇ ਦਿੱਤੀ ਹੈ, ਅਸੀਂ ਖੁਸ਼ ਹਾਂ ਉਸ ਹੈਸੀਅਤ ਵਿੱਚ। ਜਿਵੇਂ ਅਯੂਬ ਹਰ ਅਵਸਥਾ ਵਿੱਚ ਨਿਹਾਲ ਰਹਿੰਦਾ ਸੀ ਆਪਣੇ ਪਰਮੇਸ਼ਵਰ ਤੋਂ। ਕਿੰਨੇ ਨਿਹਾਲ ਰਹਿੰਦੇ ਆ ਪ੍ਰਭੂ ਤੋਂ? ਕਰੋ ਹੱਥ ਖੜਾ ਪੂਰਾ। 50% ਵਾਲੇ ਨਿਹਾਲ ਜਿਹੜੇ ਉਹ ਰਹਿਣ ਦੋ। ਬਾਕੀ ਖੁਸ਼ ਨਹੀਂ ਆ ਆਪਣੇ ਰੱਬ ਤੋਂ, ਬਾਕੀ ਖੁਸ਼ ਨਹੀਂ ਆ। ਮੈਨੂੰ ਇੰਨੀ ਬਹੁਤ ਵੱਡੀ ਖੁਸ਼ੀ ਹੈ ਕਿ ਪ੍ਰਭੂ ਨੇ ਮੈਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਤੇ ਸਾਹ ਦਿੱਤੇ ਆ। ਇੰਨੀ ਬਹੁਤ ਖੁਸ਼ੀ ਹੈ ਕਿ ਮੈਨੂੰ ਉਹਨੇ ਆਪਣੀ ਹਜ਼ੂਰੀ ਨਾਲ ਜੋੜ ਕੇ ਰੱਖਿਆ ਹੈ। ਇੰਨੀ ਬਹੁਤ ਖੁਸ਼ੀ ਹੈ ਮੈਨੂੰ ਕਿ ਮੈਨੂੰ ਮੇਰੇ ਉੱਤੇ ਖੁਦਾ ਨੇ ਆਪਣੇ ਭੇਦ ਨੂੰ ਪ੍ਰਗਟ ਕੀਤਾ ਆ। ਇੰਨੀ ਖੁਸ਼ੀ ਬਹੁਤ, ਉਹਦੀ ਕਿਰਪਾ ਹੀ ਕਾਫੀ ਹੈ ਮੇਰੇ ਲਈ। ਮੈਂ ਨਿਹਾਲ ਆ, ਹਰ ਅਵਸਥਾ 'ਚ ਮੈਂ ਖੁਸ਼ ਰਹਿਣਾ ਆ। ਹਰ ਅਵਸਥਾ 'ਚ ਮੈਂ ਨਿਹਾਲ ਰਹਿਣਾ ਕਿ ਠੀਕ ਆ, ਜੋ ਮੈਨੂੰ ਦੇ ਦਿੱਤਾ ਆ ਧੰਨਵਾਦ ਆ। ਜੋ ਮੇਰੇ ਤੋਂ ਅੱਡ ਹੋ ਗਿਆ ਪ੍ਰਭੂ ਤੇਰਾ ਧੰਨਵਾਦ ਆ। ਜਿਹੜਾ ਅੱਡ ਹੋਇਆ ਵਾਪਸ ਇੱਕ ਦਿਨ ਆਏਗਾ, ਵਾਪਸ ਇੱਕ ਦਿਨ ਆਏਗਾ। ਹਰੇਕ ਕੰਮ ਦਾ ਇੱਕ ਸਮਾਂ ਆ। ਤੁਹਾਡੇ ਜੀਵਨ ਦੀ ਖੁਸ਼ੀ ਦਾ ਇੱਕ ਸਮਾਂ ਆ, ਬਸ਼ਰਤੇ ਕਿ ਖੁਸ਼ੀ ਤੋਂ ਪਹਿਲਾਂ ਦੁੱਖ ਦੇ ਵਿੱਚ ਵੀ ਤੁਹਾਡੇ ਘੁਟਨੇ ਖੁਦਾ ਦੇ ਅੱਗੇ ਸਮੇਂ ਸਿਰ ਝੁਕੇ ਹੋਣ। ਉਪਦੇਸ਼ਕ 3 ਅਧਿਆਏ ਉਹਦੀ 4 ਆਇਤ ਪੜ੍ਹੀਏ। ਇੱਥੇ ਵੀ ਰੱਖ ਲਓ। ਇੱਕ ਰੋਣ ਦਾ ਵੇਲਾ ਹੈ, ਇੱਕ ਰੋਣ ਦਾ ਵੇਲਾ ਹੈ, ਇੱਕ ਹੱਸਣ ਦਾ ਵੇਲਾ ਹੈ, ਇੱਕ ਹੱਸਣ ਦਾ ਵੇਲਾ ਹੈ। ਜਿਹਦੀ ਜ਼ਿੰਦਗੀ 'ਚ ਰੋਣਾ ਹੀ ਰੋਣਾ ਆ, ਉਹ ਹਾਸਿਆਂ ਨੂੰ ਉਡੀਕਦਾ ਆ ਕਿ ਮੇਰੀ ਜ਼ਿੰਦਗੀ 'ਚ ਕਦੋਂ ਹਾਸਾ ਆਵੇਗਾ, ਕਦੋਂ ਖੁਸ਼ੀ ਆਵੇਗੀ। ਤੇ ਜਿਹਦੀ ਜ਼ਿੰਦਗੀ 'ਚ ਹਾਸਾ ਆ, ਜਿਹਦੀ ਜ਼ਿੰਦਗੀ ਖੁਸ਼ੀ ਆ, ਉਹ ਕਦੀ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ 'ਚ ਰੋਣਾ ਆਵੇ। ਪਰ ਇਹ ਗੱਲ ਪੱਕੀ ਆ ਕਿ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਆਉਣੀ ਆਉਣੀ ਆ। ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਆਉਣੀ ਆਉਣੀ। ਇਹ ਨਹੀਂ ਹੈਗਾ ਕਿ ਜੇ ਦਿਨ ਚੜ ਗਿਆ ਤਾਂ ਮੁੜ ਕੇ ਰਾਤ ਪੈਣੀ ਨਹੀਂ ਆ। ਇਹ ਨਹੀਂ ਹੈ ਜੇ ਰਾਤ ਪੈ ਗਈ ਤਾਂ ਮੁੜ ਕੇ ਦਿਨ ਆਉਣਾ ਨਹੀਂ ਆ, ਆਉਣਾ ਹੀ ਆਉਣਾ ਆ। ਇਹ ਤਾਂ ਮੇਰੇ ਜੋ ਸਰਕਲ ਆ ਚੱਲਦਾ ਹੀ ਰਹਿਣਾ ਆ। ਪਰ ਪ੍ਰਭੂ ਯਿਸੂ ਮਸੀਹ ਬਦਲਾਵ ਲਿਆਉਂਦੇ ਆ। ਜਿਹਦੀ ਜ਼ਿੰਦਗੀ 'ਚ ਰੋਣਾ ਆ, ਜਦੋਂ ਉਹ ਖੁਸ਼ੀ ਲਿਆ ਦਿੰਦੇ ਆ, ਉਹਦੀਆਂ ਖੁਸ਼ੀਆਂ ਨੂੰ ਕੋਈ ਦੂਜਾ ਮਰੀਜ਼ ਖੋ ਨਹੀਂ ਸਕਦਾ। ਜਿਹਦੇ ਬਾਰੇ ਬਾਈਬਲ ਬਿਆਨ ਕਰਦੀ ਹੈ ਯੋਹੰਨਾ ਦੀ ਅੰਜੀਲ ਦੇ ਵਿੱਚ, ਕਹਿੰਦਾ ਜਿਹਨੂੰ ਮੈਂ ਸਦੀਪਕ ਜੀਵਨ ਦਿੰਦਾ ਆ, ਸਦੀਪ ਕਾਲ ਤੋੜੀ ਉਹਦਾ ਕੋਈ ਨਾਸ਼ ਨਹੀਂ ਕਰ ਸਕਦਾ। ਤੇ ਪਰਮੇਸ਼ਰ ਸਦੀਪਕ ਜੀਵਨ ਦਿੰਦਾ ਕਿਹਨੂੰ ਆ? ਜਿਹਦੇ ਘੁਟਨੇ ਸਮੇਂ ਦੇ ਨਾਲ ਰੱਬ ਦੇ ਅੱਗੇ ਝੁਕਦੇ ਆ। ਘੁਟਨੇ ਝੁਕਣ ਦਾ ਮਤਲਬ ਜਿਹੜਾ ਇਨਸਾਨ ਸਮੇਂ ਦੇ ਨਾਲ ਰੱਬ ਦੀ ਭਗਤੀ ਲਈ ਚੱਲ ਪੈਂਦਾ ਆ, ਰੱਬ ਦੇ ਵਚਨ ਲਈ ਚੱਲ ਪੈਂਦਾ ਆ, ਰੱਬ ਦੇ ਕੰਮ ਲਈ ਚੱਲ ਪੈਂਦਾ ਆ। ਮੇਰਾ ਜੀਵਨ ਸਮਰਪਿਤ ਆ ਪਰਮੇਸ਼ਵਰ ਦੇ ਲਈ। ਜੋ ਮੈਨੂੰ ਪਰਮੇਸ਼ਵਰ ਕਹਿੰਦਾ ਹੈ ਮੈਂ ਉਹ ਕਰਦਾ ਆ। ਜੇ ਮੈਨੂੰ ਰਾਤ ਦੇ 12 ਵਜੇ ਉਹ ਮੈਨੂੰ ਕੰਮ ਕਹਿੰਦਾ ਆ ਤੇ ਮੈਂ ਉਹ ਕੰਮ ਕਰਦਾ ਆ। ਜੇ ਮੈਨੂੰ ਰਾਤ ਦੇ 2 ਵਜੇ ਮੈਨੂੰ ਕਹਿੰਦਾ ਮੈਂ 2 ਵਜੇ ਕੰਮ ਕਰਦਾ ਆ। ਜੇ ਮੈਂ ਕਿਸੇ ਦੇ ਘਰ ਸ਼ਾਮ ਦੀ ਮੀਟਿੰਗ ਲਈ ਜਾਂਦਾ ਆ ਔਰ ਸ਼ਾਮ 8 ਵਜੇ ਮੀਟਿੰਗ ਸਮਾਪਤ ਹੁੰਦੀ ਆ, ਰੱਬ ਦਾ ਆਤਮਾ ਮੈਨੂੰ ਕਹਿੰਦਾ ਆ ਕਿ ਤੂੰ ਇੱਥੇ ਰਾਤ ਦੇ 2 ਵਜੇ ਤੱਕ ਬਹਿ ਕੇ ਵਚਨ ਸੁਣਾ। ਮੈਂ 2 ਵਜੇ ਤੱਕ ਬਹਿ ਕੇ ਹੀ ਵਚਨ ਸੁਣਾਉਂਦਾ ਰਹਿੰਦਾ ਆ। ਮੇਰੀਆਂ ਨਾਈਟ ਮੀਟਿੰਗਾਂ ਜਿਹੜੀਆਂ ਫਿਕਸ ਕੀਤੀਆਂ ਆ, ਪੁੱਛ ਲਓ ਜਾ ਕੇ ਮੀਟਿੰਗਾਂ ਜਿੱਥੇ ਵੀ ਚੱਲਦੀਆਂ ਆ, ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਹੁੰਦਾ ਆ ਕਿ ਜਦੋਂ ਮੈਨੂੰ ਮਾਈਕ ਦੇ ਦਿੱਤਾ ਆ, ਹੁਣ ਕਲੌਕ ਨਹੀਂ ਦੇਖਣਾ ਕਿਸੇ ਨੇ ਵੀ। ਤੁਸੀਂ ਆਪਣੇ ਘਰਾਂ ਦੇ ਵਿੱਚ, ਮੈਂ ਦੂਰ ਚੱਲ ਕੇ ਆਇਆ ਆ, ਕੋਈ 20 ਕਿਲੋਮੀਟਰ 40 ਕਿਲੋਮੀਟਰ 50 ਕਿਲੋਮੀਟਰ 100 ਕਿਲੋਮੀਟਰ ਚੱਲ ਕੇ ਆਏ ਆ। ਤੁਸੀਂ ਮੇਰੀ ਚਿੰਤਾ ਨਹੀਂ ਕਰਨੀ ਕਿ ਲੇਟ ਹੋ ਜਾਣਾ ਆ, ਭੋਜਨ ਲੇਟ ਹੋ ਜਾਣਾ ਆ, ਪਾਸਟਰ ਨੇ ਜਾਣਾ ਕਿਹੜੇ ਵੇਲੇ ਆ। ਮੇਰੀ ਚਿੰਤਾ ਨਹੀਂ ਕਰਨੀ, ਕਿਉਂਕਿ ਮੈਨੂੰ ਪਰਮੇਸ਼ਰ ਨੇ ਜਿੱਥੇ ਬਿਠਾ ਦਿੱਤਾ, ਜਿੱਥੇ ਖੜਾ ਕਰ ਦਿੱਤਾ ਵਚਨ ਲਈ, ਜਿੰਨਾ ਉਹਨੇ ਮੇਰੇ ਵਿੱਚ ਦੀ ਬੋਲਣਾ ਮੈਂ ਬੋਲੀ ਜਾਣਾ ਆ। ਤੁਸੀਂ ਕਲੌਕ ਨਹੀਂ ਵੇਖਣਾਗਾ। ਤੁਸੀਂ ਉੱਠ ਕੇ ਆਪਣੇ ਘਰ 'ਚ ਵੜ ਜਾਣਾ। 50 ਕਿਲੋਮੀਟਰ ਤਾਂ ਮੈਂ ਤੁਰ ਕੇ ਜਾਣਾ ਆ। ਮੇਰੀ ਚਿੰਤਾ ਨਾ ਕਰੋ, ਕਿਉਂਕਿ ਮੈਂ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਕ ਚੱਲ ਪੈਂਦਾ ਆ। ਹਾਲੇਲੂਇਆ। ਹੁਣ ਬਾਰੀ ਤੁਹਾਡੀ ਆ, ਹੁਣ ਸਮਾਂ ਤੁਹਾਡਾ ਆ। ਇੱਕ ਕਹਿੰਦਾ ਰੋਣ ਦਾ ਸਮਾਂ ਤੇ ਇੱਕ ਹੱਸਣ ਦਾ ਸਮਾਂ ਆ।
ਜੇ ਕਹੋ ਪ੍ਰਾਰਥਨਾ ਦੇ ਨਾਲ ਮੇਰਾ ਹਾਸਾ ਸ਼ੁਰੂ ਹੋ ਜਾਊਗਾ, ਜਾਂ ਪਰਮੇਸ਼ਰ ਮੈਨੂੰ ਹਸਾਵੇਗਾ, ਜਾਂ ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਕੰਮ ਕਰੇਗਾ, ਨਹੀਂ। ਕੱਲੀ ਪ੍ਰਾਰਥਨਾ ਨਾਲ ਨਹੀਂ, ਸਮੇਂ ਤੇ ਫੋਕਸ ਕਰਨਾ ਪੈਣਾ ਕਿ ਕਿਸ ਵੇਲੇ ਰੋਣ ਦੀ ਅਵਸਥਾ 'ਚ, ਕਿਸ ਵੇਲੇ ਪਰਮੇਸ਼ਰ ਮੈਨੂੰ ਆਪਣੀ ਹਜ਼ੂਰੀ 'ਚ ਵੇਖਣਾ ਚਾਹੁੰਦਾ ਆ। ਰੋਂਦੇ ਤਾਂ ਅਸੀਂ 24 ਘੰਟੇ ਰਹਿੰਦੇ ਆ। ਮੈਂ ਭਾਵੇਂ ਇੱਕ ਪਰਿਵਾਰ 'ਚ 4 ਵਾਰੀ ਫੋਨ ਕਰਦਾ, ਮੈਂ 4 ਵਾਰੀ ਕਹਿਣਗੇ ਪਤਾ ਨਹੀਂ ਹਾਲਾਤ ਨਹੀਂ ਸੁਧਰਦੇ। ਹਾਲਾਤ ਉਦੋਂ ਸੁਧਰਨੇ ਜਦੋਂ ਬੰਦਾ ਸੁਧਰ ਗਿਆ। ਪਰਮੇਸ਼ਰ ਦੇ ਅੱਗੇ ਸੁਧਰਨਾ ਕਿਹਨੂੰ ਕਹਿੰਦੇ ਆ? ਖੁਦਾ ਦੀ ਹਜ਼ੂਰੀ ਲਈ ਵਫਾਦਾਰੀ। ਜਿਹੜਾ ਇਨਸਾਨ ਪਰਮੇਸ਼ਰ ਦੀ ਹਜ਼ੂਰੀ ਲਈ ਵਫਾਦਾਰ ਆ, ਧਰਤੀ ਉੱਤੇ ਕਦੇ ਵੀ ਉਹ ਫੇਲ ਨਹੀਂ ਹੋ ਸਕਦਾ, ਉਹ ਕਦੇ ਵੀ ਅਸਫਲ ਨਹੀਂ ਰਹਿ ਸਕਦਾ। ਜਦੋਂ ਤੁਹਾਡੀ ਜ਼ਿੰਦਗੀ 'ਚ ਦੁੱਖ ਆ, ਤੁਸੀਂ ਸੁੱਖ ਦੀ ਆਸ ਰੱਖਦੇ ਆ, ਤੇ ਸਮੇਂ ਨਾਲ ਖੁਦਾ ਦੀ ਹਜ਼ੂਰੀ 'ਚ ਆਓ, ਸਮੇਂ ਨਾਲ ਤੁਹਾਡਾ ਰੋਣਾ ਸੁੱਖ 'ਚ ਬਦਲ ਜਾਏਗਾ, ਖੁਸ਼ੀ 'ਚ ਬਦਲ ਜਾਏਗਾ। ਸਮੇਂ ਨਾਲ। ਤੇ ਸਮਾਂ ਨਹੀਂ ਆ, ਕੁਛ ਵੀ ਨਹੀਂ ਆ। ਅਲੀਸ਼ਾ ਉਸ ਵਕਤ ਚਾਹੁੰਦਾ ਸੀ ਕਿ ਹਾਜੀ ਇੱਥੇ ਹੀ ਰਹਿੰਦਾ। ਅਲੀਸ਼ਾ ਸੋਨਾ ਚਾਂਦੀ ਲੈਣ ਨਹੀਂ ਗਿਆ ਸੀ, ਦੂਸਰੇ ਸ਼ਹਿਰ ਤੋਂ ਰੱਥ ਭਰ ਕੇ ਅਲੀਸ਼ਾ ਦੇ ਮਰੇਜ਼ੋ ਕੋਲ ਆਇਆ ਸੀ। ਇਸੇ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਨਾਸ਼ ਹੋਣ ਵਾਲੇ ਭੋਜਨ ਦੇ ਲਈ ਦੌੜ ਭੱਜ ਨਾ ਕਰੋ, ਉਸ ਭੋਜਨ ਦੇ ਲਈ ਜਿਹੜਾ ਪਿਤਾ ਨੇ ਠਹਿਰਾਇਆ ਆ। ਅਲੀਸ਼ਾ ਪ੍ਰਭੂ ਦੀ ਹਜ਼ੂਰੀ 'ਚ ਘੁਟਨੇ ਟੇਕ ਕੇ ਬੈਠਾ ਆ। ਗਿਹਾਜੀ ਵੀ ਨਾਲ ਹੀ ਆ। ਅਲੀਸ਼ਾ ਦੇ ਕੋਲ ਇੱਕ ਰੱਥ ਆਇਆ ਜਿਹਦੇ ਵਿੱਚ ਚਾਂਦੀ, ਬਸਤਰ, ਬਹੁਤ ਸਾਰਾ ਹੋਰ ਕੀਮਤੀ ਸਮਾਨ ਆਇਆ। ਅਲੀਸ਼ਾ ਜਿਸ ਸ਼ਹਿਰ ਦੇ ਵਿੱਚ ਸੀ, ਉਸ ਸ਼ਹਿਰ ਤੋਂ ਨਹੀਂ ਬਲਕਿ ਉਹ ਹੋਰ ਸ਼ਹਿਰ ਚੋਂ ਅਲੀਸ਼ਾ ਨੇ ਵਾਪਸ ਭੇਜਤਾ, ਕਹਿੰਦਾ ਇਹਦੀ ਮੈਨੂੰ ਜ਼ਰੂਰਤ ਨਹੀਂ ਹੈ, ਲੈ ਕੇ ਚਲਾ ਜਾ। ਗਿਹਾਜੀ ਕਹਿੰਦਾ ਇਹਨੂੰ ਤਾਂ ਜ਼ਰੂਰਤ ਹੈ ਨਹੀਂ, ਪੜ ਲਿਓ ਤੁਸੀਂ ਘਰ ਜਾ ਕੇ, ਇਹਨੇ ਤਾਂ ਲੈਣਾ ਨਹੀਂ ਪਰ ਮੈਂ ਛੱਡਣਾ ਨਹੀਂ। ਉਹਨੇ ਪ੍ਰਭੂ ਦੀ ਹਜ਼ੂਰੀ ਦੀ ਅਹਿਮੀਅਤ ਨਹੀਂ ਰੱਖੀ। ਉਹ ਸਮਾਂ ਜਦੋਂ ਆਪਣੇ ਚੇਲੇ, ਆਪਣੇ ਉਸਤਾਦ ਨਾਲ ਬੈਠ ਕੇ ਪ੍ਰਾਰਥਨਾ ਕਰਨ ਦਾ ਸੀ, ਉਹਨੇ ਉਸ ਸਮੇਂ ਦੀ ਕਦਰ ਨਹੀਂ ਕੀਤੀ। ਉਹਨੇ ਉਸ ਸਮੇਂ 'ਚ ਉੱਠ ਕੇ ਉਸ ਧਨ ਦੌਲਤ ਲਈ ਦੌੜ ਲਾਤੀ। ਜਦੋਂ ਵਾਪਸ ਫਿਰ ਉੱਥੇ ਆਇਆ ਤਾਂ ਅਲੀਸ਼ਾ ਨੇ ਕਿਹਾ ਕਿੱਥੋਂ ਆਇਆ? ਕਹਿੰਦਾ ਕਿਤੇ ਨਹੀਂ, ਤੇਰਾ ਬਾਲਕਾ ਇੱਧਰੋਂ ਉੱਧਰੋਂ ਘੁੰਮ ਕੇ ਆ ਗਿਆ। ਤਾਂ ਵਾਸ਼ਰੂਮ ਗਿਆ ਸੀ। ਇੱਥੇ ਇਦਾਂ ਦੇ ਵੀ ਲੋਕ ਹੈਗੇ ਆ ਜਿਹਨਾਂ ਨੂੰ ਪਤਾ ਹੁੰਦਾ ਨਾ ਕੋਈ ਪਾਸਟਰ ਕੋਈ ਗੱਲ ਪੁੱਛਣੀ, ਉਹਨਾਂ ਨੂੰ ਪਿਸ਼ਾਬ ਆ ਜਾਂਦਾ, ਬਾਥਰੂਮ 'ਚ ਵੜ ਜਾਂਦੇ ਜਾ ਕੇ। ਮੈਂ ਹੁਣ ਜਦੋਂ ਆਰਾਧਨਾ ਲਈ ਖੜੇ ਕਰਨੇ ਆ, ਅੱਧੇ ਤਾਂ ਬਾਥਰੂਮ 'ਚ ਹੀ ਹੋਣੇ ਆ। ਕਿਸੇ ਨੇ ਮੂੰਹ 'ਚੋਂ ਲਿਫਾਫੀ ਜੀ ਕੱਢਣ ਜਾਣਾ, ਕਿਸੇ ਨੇ ਤਾਜੀ ਰੱਖਣ ਜਾਣਾ। ਠੇਕੀ ਲੱਭਦੇ ਆ ਰੱਬ ਦੀ ਹਜ਼ੂਰੀ 'ਚੋਂ ਪਵਿੱਤਰ ਆਤਮਾ। ਤੁਹਾਡੀ ਬੋਰੀ ਮੂੰਹ 'ਚ ਲਈ ਫਿਰਦਾ ਉਹ। ਕਿੰਨੇ ਜਿਨ੍ਹਾਂ ਨੇ ਬਦਲਣ ਜਾਣਾ ਆ? ਹੱਥ ਖੜਾ ਕਰੋ, ਕਿੰਨਿਆਂ ਨੇ ਬਦਲਣ ਜਾਣਾ? ਲਕੋਰੋ ਜਿੰਨਾ ਲਕੋਣਾ ਹੈ, ਮੈਨੂੰ ਦਿਸ ਪੈਂਦੀਆਂ ਆ। ਫਿਰ ਇਹਨਾਂ ਨੇ ਰੱਖ ਕੇ ਕਿੱਥੇ ਆਉਣੀ? ਰੋਸ਼ਨਦਾਨ 'ਚ, ਜਿੱਥੇ ਪਾਸਟਰ ਨੇ ਸਫਾਈ ਕਰਨੀ ਜਾ ਕੇ। ਮੈਂ ਤਾਂ ਕਰੀ ਜਾਣੀ ਸਫਾਈ। ਜਿਹੜੀ ਸਫਾਈ ਕਰਨ ਤੁਹਾਨੂੰ ਰੱਬ ਨੇ ਮੁੜ ਕੇ ਲਾਉਣਾ ਨਾ, ਫਿਰ ਤਾਂ ਤੋਂ ਸਫਾਈ ਕਰਨੀ ਹੋਣੀ। ਹਾਲੇਲੂਇਆ। ਚਲੋ ਚੱਲਦੇ ਵਚਨ ਦੇ ਵੱਲ। ਪਰਮੇਸ਼ਰ ਦਾ ਦਾਸ ਅਲੀਸ਼ਾ ਨੂੰ ਕਹਿੰਦਾ ਅਲੀਸ਼ਾ ਗਿਹਾਜੀ ਨੂੰ ਕਹਿੰਦਾ ਕੀ ਇਹ ਵੇਲਾ, ਇਹ ਟਾਈਮ ਇਹਨਾਂ ਚੀਜ਼ਾਂ ਦੇ ਪਿੱਛੇ ਦੌੜਨ ਦਾ ਸੀ? ਦੱਸਣਾ ਚਾਹੁੰਦਾ ਆ ਅਲੀਸ਼ਾ ਆਪਣੇ ਚੇਲੇ ਨੂੰ ਕਿ ਇਹ ਸਮਾਂ ਪ੍ਰਾਰਥਨਾ ਕਰਨ ਦਾ ਸੀ, ਸ਼ੁਕਰਾਨਾ ਕਰਨ ਦਾ ਸੀ, ਕਿਉਂਕਿ ਮੈਂ ਇੱਥੇ ਬੈਠਾ ਸ਼ੁਕਰਾਨਾ ਕਰ ਰਿਹਾ ਆ। ਇਸੇ ਲਈ ਦੂਜੇ ਦੇਸ਼ਾਂ, ਦੂਜੇ ਸ਼ਹਿਰਾਂ 'ਚੋਂ ਧਨ ਮੇਰੇ ਕੋਲ ਆ ਰਿਹਾ ਆ। ਤੂੰ ਇਸ ਧਨ ਦੇ ਪਿੱਛੇ ਦੌੜਾ ਭੱਜਾ ਫਿਰਦਾ ਆ। ਕਹਿੰਦਾ ਤੇਰੀ ਤੇ ਤੇਰੀ ਅੰਸ਼ ਦੇ ਉੱਤੇ ਐਸਾ ਨਿਮਾਨ ਦਾ ਕੋੜ ਆਵੇਗਾ, ਕਿਸੇ ਵੀ ਬਲੀ ਨਾਲ ਧੋਤਿਆ ਨਹੀਂ ਜਾਣਾ, ਕਿਸੇ ਵੀ ਚੜਾਵੇ ਨਾਲ ਧੋ ਨਹੀਂ ਹੋਣਾ। ਲਾਸਟ ਆਇਤਾਂ ਪੜ੍ਹਿਓ ਦੀਆਂ, ਲਾਸਟ। ਇਸ ਲਈ ਨਿਮਾਨ ਦਾ ਕੋੜ ਤੈਨੂੰ ਤੇ ਤੇਰੇ ਅੰਸ਼ ਨੂੰ ਸਦਾ ਤੱਕ ਲੱਗਾ ਰਹੇਗਾ। ਤੈਨੂੰ ਤੇ ਤੇਰੀ ਅੰਸ਼ ਨੂੰ ਸਦਾ ਤੱਕ ਲੱਗਾ ਰਹੇਗਾ। ਉਹ ਬਰਫ਼ ਵਰਗਾ ਚਿੱਟਾ ਕੋੜੀ ਹੋ ਕੇ ਉੱਥੋਂ ਚਲਾ ਗਿਆ। ਤੈਨੂੰ ਤੇ ਤੇਰੀ ਅੰਸ਼ ਨੂੰ। ਗਿਹਾਜੀ ਨੇ ਸਮੇਂ ਦੀ ਕਦਰ ਨਹੀਂ ਕੀਤੀ।
ਭਗਤੀ ਵਾਲੇ ਸਮੇਂ ਦੇ ਵਿੱਚ ਉੱਠ ਕੇ ਸੰਸਾਰ ਦੇ ਕੰਮ ਲੱਗ ਪਿਆ ਕਰਨ। ਕਈ ਲੋਕ ਐਦਾਂ ਦੇ ਆ ਕਿ ਜਦੋਂ ਸਾਨੂੰ ਪਤਾ ਕਿ ਪਰਮੇਸ਼ਵਰ ਦੀ ਭਗਤੀ ਦਾ ਸਮਾਂ ਹੋ ਗਿਆ ਹੈ, ਬੰਦਗੀ ਦਾ ਸਮਾਂ ਹੋ ਗਿਆ, ਪ੍ਰਾਰਥਨਾ ਦਾ ਸਮਾਂ ਹੋ ਗਿਆ, ਆਰਾਧਨਾ ਦਾ ਸਮਾਂ ਹੋ ਗਿਆ ਆ, ਸ਼ੁਕਰਾਨੇ ਦਾ ਸਮਾਂ ਹੋ ਗਿਆ ਆ, ਤੇ ਸਾਡੇ ਘੁਟਨੇ ਖੁਦਾ ਦੀ ਹਜ਼ੂਰੀ 'ਚ ਰਹਿਣੇ ਚਾਹੀਦੇ ਆ ਔਰ ਝੁਕਣੇ ਚਾਹੀਦੇ ਆ। ਉਹ ਕਈ ਲੋਕ ਜਾਣਨ ਦੇ ਬਾਵਜੂਦ ਵੀ ਪ੍ਰਭੂ ਦੀ ਹਜ਼ੂਰੀ 'ਚੋਂ ਬਾਹਰ ਹੁੰਦੇ ਆ। ਤੇ ਬਾਹਰ ਕੀ ਹੈ ਫਿਰ? ਬਾਈਬਲ 'ਚ ਲਿਖਿਆ ਗਿਆ ਆ, ਜਗਤ ਵਿੱਚ ਕਸ਼ਟ ਆ। ਯਿਸੂ ਨੇ ਕਿਹਾ ਇਸੇ ਲਈ ਮੈਂ ਤੁਹਾਨੂੰ ਜਗਤ ਵਿੱਚੋਂ ਵੱਖਰਾ ਕਰ ਲਿਆ ਤਾਂ ਕਿ ਤੁਸੀਂ ਉਸ ਕਸ਼ਟ ਤੋਂ ਬਚ ਸਕੋ, ਇੱਕ ਚੰਗਾ ਜੀਵਨ ਪਾ ਸਕੋ, ਸਗੋਂ ਚੋਖਾ ਜੀਵਨ ਪਾ ਸਕੋ। ਉਹ ਬੰਦਾ ਜਿਹੜਾ ਮੇਰੇ ਇਸ ਪ੍ਰਭੂ ਦੀ ਹਜ਼ੂਰੀ 'ਚ ਬਣਿਆ ਰਹਿੰਦਾ ਆ, ਬਣਿਆ ਰਹਿੰਦਾ ਆ, ਬਣਿਆ ਰਹਿੰਦਾ ਆ, ਤੇ ਰੱਥ ਭਰ ਭਰ ਧਨ ਆਉਂਦਾ। ਉਹ ਬੰਦਾ ਜਿਹੜਾ ਮੇਰੇ ਤੋਂ ਪ੍ਰਭੂ ਦੀ ਹਜ਼ੂਰੀ 'ਚੋਂ ਉੱਠ ਕੇ ਬਾਹਰ ਹੀ ਰਹਿੰਦਾ ਆ, ਉਹ ਮੇਰੇ ਤੋਂ ਵੱਡੇ ਦੁੱਖ ਆਪ ਵੀ ਪਾ ਗਿਆ, ਆਪਣੀ ਅੰਸ਼ ਉੱਤੇ ਵੀ ਲੈ ਗਿਆ। ਸਮੇਂ ਦੀ ਕਦਰ ਕਰਨੀ ਸਿੱਖੋ। ਰੱਬ ਦੇ ਨਾਲ ਮਜ਼ਾਕਾਂ ਨਾ ਕਰੋ। ਮਜ਼ਾਕ ਕਦੋਂ ਬਣਾਉਂਦੇ ਸੀ ਰੱਬ ਦਾ? ਸਮੇਂ ਨਾਲ ਅਸੀਂ ਰੱਬ ਦੀ ਹਜ਼ੂਰੀ 'ਚ ਉਤਰਦੇ ਨਹੀਂ ਆ, ਤੇ ਬਾਅਦ ਵਿੱਚ ਅਸੀਂ ਕੀ ਕਹਿੰਦੇ ਆ? ਰੱਬ ਨੇ ਸਾਡਾ ਕੰਮ ਤਾਂ ਕੀਤਾ ਨਹੀਂ, ਰੱਬ ਨੂੰ ਸਾਡੀ ਪਰਵਾਹ ਨਹੀਂ ਆ, ਰੱਬ ਨੇ ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਦਿੱਤਾ, ਰੱਬ ਨੇ ਸਾਨੂੰ ਜਵਾਬ ਨਹੀਂ ਦਿੱਤਾ। ਮੇਰੇ ਰੱਬ ਜਵਾਬ ਦੇਣ ਨੂੰ ਤਿਆਰ ਆ। ਉਹ ਕਿਹੜੀ ਮਾਂ ਆ ਜਿਹੜੀ ਆਪਣੇ ਬੱਚੇ ਦੇ ਪੁਕਾਰਨ ਤੋਂ ਬਾਅਦ ਉਹਨੂੰ ਉੱਤਰ ਨਹੀਂ ਦਿੰਦੀ? ਉਹ ਕਿਹੜੀ ਮਾਂ ਹੈ ਜਿਹੜੀ ਮੇਰੇ ਆਪਣੇ ਬੱਚੇ ਦੀ ਪੁਕਾਰਨ ਦੇ ਉੱਤੇ ਉੱਤਰ ਨਹੀਂ ਦਿੰਦੀਗੀ? ਜੇ ਇੱਕ ਮਾਂ, ਬਾਈਬਲ 'ਚ ਲਿਖਿਆ ਗਿਆ ਹੈ, ਇੱਕ ਇਨਸਾਨ ਜਿਹੜਾ ਪਾਪੀ ਆ, ਬੁਰਾ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦਿੰਦਾ ਆ, ਉੱਤਰ ਦਿੰਦਾ ਆ, ਤਾਂ ਕੀ ਸਾਡਾ ਯਹੋਵਾ ਪਰਮੇਸ਼ਵਰ ਜਿਹੜਾ ਦਿਆਲੂ ਦਇਆਵੰਤ ਪਰਮੇਸ਼ਵਰ ਆ, ਕੀ ਸਾਨੂੰ ਉਹ ਜਵਾਬ ਨਹੀਂ ਦੇਵੇਗਾ? ਦੇਵੇਗਾ, ਪਰ ਸਮੇਂ ਸਿਰ ਕੀਤੀ ਪ੍ਰਾਰਥਨਾ ਦਾ ਜਵਾਬ। ਹਾਲੇਲੂਇਆ। ਸਮੇਂ ਸਿਰ ਕੀਤੀ ਪ੍ਰਾਰਥਨਾ ਦਾ ਉੱਤਰ। ਤੁਸੀਂ ਆਪਣਾ ਫੋਨ ਰੀਚਾਰਜ ਕਰਾਉਂਦੇ ਆ, 100 ਰੁਪਇਆ ਪਾਈਏ ਤਾਂ ਕਿੰਨੇ ਮਿਲਦੇ ਆ? 93 ਰੁਪਏ ਮਿਲਣੇ ਆ। 1 ਮਹੀਨੇ ਦੀ ਵੈਲਿਡਿਟੀ ਆ। ਤੁਸੀਂ ਉਹ 1 ਮਹੀਨੇ ਦੇ ਵਿੱਚ 94 ਰੁਪਏ ਬਚਾ ਰੱਖੇ ਆਪਣੇ ਫੋਨ 'ਚ, 94 ਰੁਪਏ ਬਚਾ ਰੱਖੇ। ਜੇ 1 ਮਹੀਨਾ ਖਤਮ ਹੋਣ ਤੋਂ ਬਾਅਦ ਤੁਸੀਂ ਕਹੋ ਮੈਂ ਹੁਣ ਫੋਨ ਕਰਨਾ ਆ, ਲੱਗ ਜਾਓ? ਲੱਗ ਜਾਓ? ਕਿਉਂ? ਕਿਉਂਕਿ ਸਮਾਂ ਹੈ, ਇੱਕ ਸਮਾਂ ਆ, ਕੰਪਨੀ ਸਮਾਂ ਦੇ ਰਹੀ ਆ ਕਿ 30 ਦਿਨਾਂ ਦੇ ਵਿੱਚ ਇਹ ਪੈਸੇ ਤੁਸੀਂ ਖਤਮ ਕਰਨੇ ਆ। 30 ਦਿਨਾਂ ਤੋਂ ਬਾਅਦ ਜਿੰਨੇ ਵਿੱਚ ਰਹਿ ਗਏ ਉੱਡ ਜਾਣੇ, ਖਤਮ ਹੋ ਜਾਣੇ। ਉਹ ਐਦਾਂ ਇੱਕ ਸਮਾਂ ਆ ਪਰਮੇਸ਼ਰ ਦਾ ਕਿ ਕਿੰਨੇ ਸਮੇਂ 'ਚ ਤੁਸੀਂ ਪ੍ਰਾਰਥਨਾ ਕਰਨੀ, ਕਿੰਨਾ ਸਮਾਂ ਤੁਸੀਂ ਬੈਠਣਾ ਆ, ਕਿੰਨੀ ਆਰਾਧਨਾ ਕਰਨੀ ਆ, ਫਿਰ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਕਿੰਨਾ ਸਮਾਂ ਤੁਸੀਂ ਫਿਰ ਮੁੜ ਕੇ ਆਰਾਧਨਾ 'ਚ ਜਾਣਾ ਹੈ। ਅਸੀਂ ਤਾਂ ਖਿਚੜੀ ਕਰ ਦਿੰਨੇ ਸਾਰਾ ਕੁਝ, ਸਭ ਕੁਝ ਢੱਬ ਸਹਿਤ। ਇੱਕ ਮਿਸਤਰੀ ਢੱਬ ਦੇ ਨਾਲ ਮੇਰੇ ਤੋਂ ਕੰਮ ਕਰਦਾ ਆ, ਇੱਕ ਕਿਸਾਨ ਢੱਬ ਦੇ ਨਾਲ ਕੰਮ ਕਰਦਾ ਆ, ਇੱਕ ਖਿਡਾਰੀ ਢੱਬ ਸਿਰ ਖੇਡਦਾ ਆ, ਸਭ ਕੁਝ ਢੱਬ ਸਿਰ ਕਰਦੇ ਆ। ਲੇਕਿਨ ਅਸੀਂ ਲੋਕ ਢੱਬ ਸਿਰ ਕਿਉਂ ਨਹੀਂ ਚੱਲਦੇ? ਕਿਉਂਕਿ ਸ਼ੈਤਾਨ ਨੇ ਦਿਮਾਗ ਫੜ ਲਏ ਆ। ਸ਼ੈਤਾਨ ਨੇ ਦਿਮਾਗ ਫੜੇ ਹੋਏ ਆ। ਗਿਹਾਜ਼ੀ ਦਾ ਦਿਮਾਗ ਸ਼ੈਤਾਨ ਨੇ ਫੜਿਆ ਸੀ। ਪ੍ਰਭੂ ਨੇ ਇਹਨੂੰ ਬਾਈਬਲ 'ਚ ਦਰਜ ਕਿਉਂ ਕਰਾਇਆ? ਸਾਡੀ ਸਿੱਖਿਆ ਲਈ, ਕਿ ਰੱਬ ਦੀ ਹਜ਼ੂਰੀ 'ਚ ਜਿਸ ਵੇਲੇ ਰੱਬ ਉਹਨੂੰ ਵੇਖਣਾ ਚਾਹੁੰਦਾ ਸੀ, ਉਸ ਵੇਲੇ ਉਹ ਰੱਬ ਦੀ ਹਜ਼ੂਰੀ ਛੱਡ ਕੇ ਬਾਹਰ ਫਿਰਦਾ ਸੀ। ਪ੍ਰਭੂ ਦੇ ਪ੍ਰੇਮੀ ਨੇ ਗਵਾਹੀ ਦਿੱਤੀ ਆ, ਮੈਂ ਕਈਆਂ ਦੀ ਨਜ਼ਰ 'ਚ ਮਾੜਾ ਆ, ਬਹੁਤਿਆਂ ਦੀ ਨਜ਼ਰ 'ਚ ਮਾੜਾ ਆ। ਗੁਆਂਢੀ ਕਹਿੰਦੇ ਹੁੰਦੇ ਬੰਦਾ ਚੰਗਾ ਆ, ਬੱਚੇ ਤਾਂ ਕਹਿੰਦੇ ਹੁੰਦੇ ਨਹੀਂ ਸਾਡਾ ਬਾਪ ਜਿੰਨਾ ਮਾੜਾ ਹੈ, ਉਹ ਤਾਂ ਪਿੰਡ 'ਚ ਕੋਈ ਬੰਦਾ ਹੀ ਇਦਾਂ ਦਾ ਮਾੜਾ ਹੈ ਨਹੀਂ। ਕਿਉਂਕਿ ਗੁਆਂਢੀ ਦੇ ਬੱਚਿਆਂ ਨੂੰ ਅਸੀਂ ਦਬਕਦੇ ਨਹੀਂ, ਆਪਣੇ ਬੱਚਿਆਂ ਨੂੰ ਅਸੀਂ ਡਾਂਟਦੇ ਹਾਂ, ਦਬਕਦੇ ਹਾਂ। ਇਦਾਂ ਹੀ ਆ। ਕਈ ਬੱਚਿਆਂ ਨੂੰ ਦੂਜੇ ਸਕੂਲ ਦੇ ਟੀਚਰ ਚੰਗੇ ਲੱਗਦੇ ਹੁੰਦੇ, ਆਪਣੇ ਟੀਚਰ ਨਹੀਂ ਚੰਗੇ ਲੱਗਦੇ ਹੁੰਦੇ। ਕਿਉਂ? ਕਿਉਂਕਿ ਆਪਣੇ ਟੀਚਰ ਨੇ ਉਹਨੂੰ ਦਬਕਣਾ ਹੁੰਦਾ ਆ, ਘੂਰੀ ਪੱਟਣੀ ਹੁੰਦੀ, ਕੰਨ ਪੱਟਣੇ ਹੁੰਦੇ, ਚਪੇੜ ਮਾਰਨੀ, ਡੰਡਾ ਹੀ ਮਾਰਨਾ ਹੁੰਦਾ। ਕਿਉਂ ਮਾਰਦਾ ਹੈ ਡੰਡਾ? ਕਿਉਂ ਵੱਜਦੀ ਚਪੇੜ? ਕਿਉਂਕਿ ਜਿੱਥੇ ਬੱਚਾ ਨਲਾਇਕ ਆ ਉੱਥੋਂ ਉਹਨੂੰ ਹੁਸ਼ਿਆਰ ਕਰਨਾ ਚਾਹੁੰਦਾ ਹੁੰਦਾ। ਤੇ ਕਈਆਂ ਦੀ ਨਜ਼ਰ 'ਚ ਮੈਂ ਵੀ ਮਾੜਾ ਆ। ਜੇ ਬਾਈਬਲ ਦੇ ਅਕੋਰਡਿੰਗ ਤੁਸੀਂ ਮੈਨੂੰ ਮਾੜਾ ਕਹਿੰਦੇ, ਫਿਰ ਮੈਨੂੰ ਨਹੀਂ ਮਾੜਾ ਕਹਿੰਦੇ, ਤੁਸੀਂ ਬਾਈਬਲ ਨੂੰ ਮਾੜਾ ਕਹਿੰਦੇ ਆ। ਫਿਰ ਤੁਸੀਂ ਕਿਹਨੂੰ ਮਾੜਾ ਕਹਿੰਦੇ ਆ? ਬਾਈਬਲ ਨੂੰ। ਕਿਉਂਕਿ ਇੱਥੇ ਜਦੋਂ ਮੈਂ ਆ ਜਾਂਦਾ ਆ, ਮੈਂ ਕਦੀ ਅੱਜ ਤੱਕ ਇਹ ਤੋਂ ਬਾਹਰ ਰਹਿ ਕੇ ਗੱਲ ਨਹੀਂ ਕੀਤੀ। ਤੇ ਜਦੋਂ ਮੈਂ ਸਟੇਜ ਤੋਂ ਥੱਲੇ ਉਤਰ ਜਾਂਦਾ ਆ, ਭਾਵ 6 ਦਿਨ ਮੈਂ ਆਪਣੇ ਪਰਿਵਾਰ 'ਚ, ਘਰ 'ਚ, ਸੰਗਤ 'ਚ ਹੁੰਦਾ ਆ, ਉੱਥੇ ਵੀ ਮੈਂ ਕਦੀ ਆਪਣੀ ਗੱਲ ਨਹੀਂ ਕਰਦਾਗਾ, ਉੱਥੇ ਵੀ ਵਚਨ ਦੀ ਗੱਲ ਚੱਲਦੀ ਆ। ਪ੍ਰਭੂ ਦੇ ਪ੍ਰੇਮੀ ਨੇ ਇਹ ਗੱਲ ਕਹੀ ਹੈ ਕਿ
ਕਿੰਨੇ ਸਾਲ ਪ੍ਰਭੂ ਤੋਂ ਪਿੱਛੇ ਰਹੇ ਆ? 3 ਸਾਲ, 3 ਤੋਂ 4 ਸਾਲ ਪ੍ਰਭੂ ਤੋਂ ਪਿੱਛੇ ਰਹੇ ਆ। ਕ੍ਰਿਸਚੀਅਨ ਫੈਮਿਲੀ ਚੋਂ ਆ, ਵਧੀਆ ਵਰਸ਼ਿਪਰ ਆ, ਅੱਛੇ ਐਜੂਕੇਟਡ ਆ, ਪਰ ਕੁਝ ਲੋਕਾਂ ਨੇ ਆ ਕੇ ਐਦਾਂ ਦੀਆਂ ਸਿੱਖਿਆਵਾਂ ਦੇ ਦਿੱਤੀਆਂ ਜਿਹਦੇ ਕਰਕੇ ਇਹਨਾਂ ਨੂੰ ਲੱਗਾ ਹੋਣਾ ਆ ਕਿ ਸਾਡਾ ਪਾਸਟਰ ਸਹੀ ਨਹੀਂ ਆ, ਜਿਹੜੀ ਸਿੱਖਿਆ ਦੇ ਰਿਹਾ ਵਧੀਆ ਆ, ਪਰ ਉਹ ਮਾੜੇ ਸੀ, ਸੁੱਟ ਗਏ। ਸਾਡੀ ਮੇਰੇ ਖਿਆਲ 'ਚ ਫਸਟ ਮੀਟਿੰਗ ਆ ਚਰਚ ਦੀ, ਸਾਡੇ ਨਾਲ ਸਾਡੀ ਚਰਚ ਜਿਹਨਾਂ ਦੀ ਫਸਟ ਮੀਟਿੰਗ ਆ, ਸਿਰਫ ਫੇਸ ਟੂ ਫੇਸ ਐਦਾਂ ਹੀ ਬਾਹਰ ਮਿਲਣ ਦੇ ਨਾਲ ਹੀ ਰੱਬ ਦੀਆਂ ਗੱਲਾਂ ਜਦੋਂ ਬਾਈਬਲ ਚੋਂ ਕੀਤੀਆਂ ਉਹਨਾਂ ਨੂੰ ਚੰਗੀਆਂ ਲੱਗੀਆਂ ਕਿ ਹਾਂ ਪਾਸਟਰ ਜੀ ਬਿਲਕੁਲ ਸਹੀ ਹੋ ਗੱਲਾਂ ਤੁਸੀਂ ਕਹਿ ਰਹੇ ਆ। ਜਿਹੜਾ ਬਾਈਬਲ ਦੀਆਂ ਗੱਲਾਂ ਨੂੰ, ਬਾਈਬਲ ਦੀਆਂ ਆਇਤਾਂ ਨੂੰ ਮੰਨ ਗਿਆ ਔਰ ਮੇਰੇ ਜਿਹੜਾ ਬਾਈਬਲ ਦੇ ਉੱਤੇ ਚੱਲ ਗਿਆ, ਉਹ ਖੁਦਾ ਦਾ ਹਰ ਮਨ ਚਹੇਤਾ ਤੇ ਹਰ ਮਨ ਪਿਆਰਾ ਹੋ ਜਾਂਦਾ ਆ। ਤੇ ਜਿਹੜਾ ਬਾਈਬਲ ਦੀਆਂ ਗੱਲਾਂ ਨੂੰ ਮੰਨਦਾ ਨਹੀਂ ਆ, ਉਹ ਰੱਬ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ। ਰੱਬ ਤੋਂ ਸਭ ਤੋਂ ਵੱਡਾ ਦੁਸ਼ਮਣ। ਜਦੋਂ ਅਲੀਸ਼ਾ ਨੇ ਗਿਹਾਜੀ ਨੂੰ ਇਹ ਗੱਲ ਕਹੀ ਆ ਕਿ ਇਹ ਸਮਾਂ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਨ ਦਾ ਨਹੀਂ ਹੈ, ਤੇ ਧਿਆਨ ਦਿਓ ਗਿਹਾਜੀ ਵੀ ਇਹ ਗੱਲ ਸੋਚਦਾ ਹੋਣਾ ਆ, ਤੈਨੂੰ ਤਾਂ ਲੋੜ ਨਹੀਂ, ਸਾਨੂੰ ਤਾਂ ਲੋੜ ਆ, ਸਾਡੇ ਤੇ ਬੀਵੀ ਬੱਚੇ ਆ, ਮੇਰੇ ਨਿਆਣੇ ਆ, ਮੇਰੀ ਤੀਵੀਂ ਆ, ਮੇਰਾ ਘਰ ਆ, ਬਿਜਲੀ ਦਾ ਬਿੱਲ ਆ, ਫਿਰ ਕਰਿਆਨਾ ਆ, ਫਿਰ ਦੁੱਧ ਆ, ਫਿਰ ਕਈ ਪਾਣੀ ਦਾ ਬਿੱਲ ਲਾਉਂਦਾ ਆ, ਤੇ ਘਰ ਬੈਠਿਆ ਤਾਂ ਉਹ ਚੁਕਾ ਨਹੀਂ ਹੋਣੇ। ਇਹ ਸਾਰੇ ਕੰਮ ਢੱਬ ਸਿਰ ਪਰ ਖੁਦਾ ਦੀ ਹਜ਼ੂਰੀ ਸਮੇਂ ਸਿਰ। ਹਾਲੇਲੂਇਆ। ਜਦੋਂ ਰੱਬ ਦੀ ਹਜ਼ੂਰੀ ਚਾਹਾਂਗੇ ਸਮੇਂ ਸਿਰ, ਬਰਕਤ ਉਦੋਂ ਹੋਵੇਗੀ। ਸਵੇਰੇ ਵੀ ਉੱਠਦੇ ਹੋ, ਸਵੇਰੇ ਵੀ ਤੁਹਾਡਾ ਪ੍ਰਭੂ ਦੀ ਹਜ਼ੂਰੀ 'ਚ ਜਾਣਾ ਲਾਜ਼ਮੀ ਬਣਦਾ ਆ, ਅਤੀ ਜ਼ਿਆਦਾ ਜ਼ਰੂਰੀ ਬਣਦਾ ਆ ਕਿ ਪਰਮੇਸ਼ਰ ਮੇਰੇ ਤੋਂ ਸ਼ੁਕਰਾਨਾ ਚਾਹੁੰਦਾ ਆ। ਮੈਂ ਸ਼ੁਕਰਾਨਾ ਕਰਨਾ ਕਿ ਪੂਰੀ ਰਾਤ ਮੈਂ ਆਪਣੇ ਬਿਸਤਰ ਤੇ ਰਿਹਾ। ਨਹੀਂ ਤਾਂ ਐਦਾਂ ਦੇ ਲੋਕ ਆ ਜਿਹੜੇ ਰਾਤ ਨੂੰ ਸੌਂਦੇ, ਆਪਣੇ ਬਿਸਤਰ ਆਪਣੇ ਸਿਰਹਾਣੇ ਤੇ ਰੱਖਦੇ, ਸਿਰ ਸਵੇਰੇ ਹਸਪਤਾਲਾਂ ਦੇ ਬੈੱਡਾਂ ਤੇ ਹੁੰਦੇ ਪਏ ਹੋ। ਮੈਂ ਤਾਂ ਰੱਬ ਦਾ ਇਹੀ ਸ਼ੁਕਰਾਨਾ ਕਰਦਾ ਕਿ ਖੁਦਾ ਆਪਣੇ ਬਿਸਤਰ ਤੇ ਲੇਟਿਆ ਸੀ ਤੇ ਆਪਣੇ ਬਿਸਤਰ ਤੋਂ ਹੀ ਉੱਠਿਆ ਆ, ਆਪਣੀ ਗੱਡੀ 'ਚ ਗਿਆ ਆ ਤੇ ਆਪਣੀ ਗੱਡੀ 'ਚ ਆਇਆ ਆ, ਐਂਬੂਲੈਂਸ ਦੀ ਲੋੜ ਨਹੀਂ ਪਈ ਮੈਨੂੰ। ਹਾਲੇਲੂਇਆ। ਤੇਰਾ ਦਿੱਤਾ ਖਾਦਾ ਆ ਤੇ ਤੇਰਾ ਦਿੱਤਾ ਹੀ ਖਾਣਾ ਆ, ਕਿਸੇ ਦੇ ਹੱਥ ਅੱਗੇ ਹੱਥ ਅੱਡਣ ਦੀ ਮੈਨੂੰ ਲੋੜ ਨਹੀਂ ਆ, ਕਿਉਂਕਿ ਖੁਦਾ ਤੇਰੀ ਕਿਰਪਾ ਹੀ ਬਹੁਤ ਆ। ਕਿਉਂ ਕਿਰਪਾ ਬਹੁਤ ਆ? ਕਿਉਂਕਿ ਜਦੋਂ ਖੁਦਾ ਦਾ ਸਮਾਂ ਹੁੰਦਾ ਮੈਂ ਖੁਦਾ ਦੀ ਹਜ਼ੂਰੀ 'ਚ ਆ ਜਾਂਦਾ, ਮੈਂ ਰੱਬ ਦੀ ਹਜ਼ੂਰੀ 'ਚ ਆ ਜਾਂਦਾ। ਕੱਲ ਪ੍ਰੇਅਰ ਟਾਵਰ ਲੱਗਣ ਤੋਂ ਬਾਅਦ ਮੇਰਾ ਮਨ ਸੀ ਮੈਂ ਅੰਦਰ ਆਫਿਸ ਦੇ ਵਿੱਚ ਬਹਿ ਕੇ ਪ੍ਰਾਰਥਨਾ ਕਰਾਂ, ਅੰਦਰ ਤਿਆਰੀ ਕਰਵਾਈ ਕੀਤੀ, ਮੈਂ ਕਿਹਾ ਅੰਦਰ ਬੈਠਦਾ ਆ, ਤੇ ਪ੍ਰਭੂ ਦੀ ਆਤਮਾ ਨੇ ਜ਼ੋਰ ਮਾਰਿਆ ਬਾਹਰ ਬਹਿ ਜਾ, ਚਰਚ ਚੋਂ ਬਾਹਰ ਬੈਠ। ਮੈਂ ਚਰਚ ਦੇ ਬਾਹਰ ਹੀ ਦਰੀ ਵਿਛਾਈ ਔਰ ਇੱਥੇ ਜਿੰਨਾ ਸਮਾਂ ਮੇਰੇ ਤੋਂ ਲੱਗਾ ਮੈਂ ਉਨਾ ਸਮਾਂ ਰੱਬ ਦੀ ਹਜ਼ੂਰੀ 'ਚ ਲਗਾਇਆ। ਕਿਉਂ? ਕਿਉਂਕਿ ਰੱਬ ਮੇਰੇ ਤੋਂ ਚਾਹੁੰਦਾ ਸੀ, ਪ੍ਰਭੂ ਮੇਰੇ ਤੋਂ ਚਾਹੁੰਦਾ ਸੀ। ਜਿਸ ਸਮੇਂ ਪਰਮੇਸ਼ਰ ਮੈਨੂੰ ਕਹਿੰਦਾ ਮੈਂ ਉਸ ਸਮੇਂ ਪਰਮੇਸ਼ਰ ਦੀ ਹਜ਼ੂਰੀ 'ਚ ਬੈਠ ਜਾਂਦਾ। ਬਾਕੀ ਰੂਟੀਨ ਦੀ ਭਗਤੀ ਜਿਹੜੀ ਮੇਰੀ ਆ ਉਹ ਪਰਮੇਸ਼ਰ ਦੀ ਆਵਾਜ਼ ਤੋਂ ਬਾਹਰੀ ਆ। ਜਿਹੜਾ ਮੇਰਾ ਫਰਜ਼ ਬਣਦਾ ਆ ਕਿ ਮੈਂ ਸਵੇਰੇ 4 ਵਜੇ ਉੱਠਣਾ ਆ, 4 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਮੈਂ ਪ੍ਰੇਅਰ 'ਚ ਬੈਠਣਾ ਆ, ਕਿੰਨੇ ਵਜੇ ਤੱਕ ਮੈਂ ਵਚਨ ਪੜ੍ਹਨਾ ਆ, ਕਿੰਨੇ ਵਜੇ ਤੱਕ ਮੈਂ ਫਿਰ ਵਚਨ ਸੁਣਨਾ ਆ, ਉਹ ਮੇਰਾ ਆਪਣਾ ਡੇਲੀ ਰੂਟੀਨ ਆ। ਪ੍ਰਭੂ ਦੀ ਆਤਮਾ ਦੀ ਆਵਾਜ਼ ਜਿਹੜੀ ਆ ਉਹ ਬਾਅਦ ਦੀ ਗੱਲ ਆ ਕਿ ਉਹ ਕਿੰਨੇ ਵਜੇ ਮੈਨੂੰ ਬਿਠਾ ਲੈਂਦਾ ਆ, ਕਦੋਂ ਮੈਨੂੰ ਸੱਦ ਲੈਂਦਾ ਆ, ਕਿੱਥੇ ਮੈਨੂੰ ਘੁੱਟਨੇ ਟੇਕਣ ਲਈ ਕਹਿ ਦਿੰਦਾ ਆ, ਉਹ ਉੱਥੇ ਮੈਂ ਕਰਨਾ ਸ਼ੁਰੂ ਕਰ ਦਿੰਦਾ ਆ। ਲਿਖਿਆ ਬਾਈਬਲ ਦੇ ਵਿੱਚ ਅਲੀਸ਼ਾ ਨੇ ਗਿਹਾਜੀ ਨੂੰ ਕਿਹਾ ਇਹ ਸਮਾਂ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਨ ਦਾ ਨਹੀਂ ਸੀ, ਇਹ ਸਮਾਂ ਮੇਰੀ ਹਜ਼ੂਰੀ 'ਚ ਰਹਿਣ ਦਾ ਸੀ। ਜਿਸ ਥਾਂ ਤੇ ਮੈਂ ਬੈਠਾ ਪ੍ਰਭੂ ਤੈਨੂੰ ਇੱਥੇ ਵੇਖਣਾ ਚਾਹੁੰਦਾ ਸੀ। ਹਾਲੇਲੂਇਆ। ਤੈਨੂੰ ਕਿੱਥੇ ਵੇਖਣਾ ਚਾਹੁੰਦਾ ਸੀ? ਇੱਥੇ ਵੇਖਣਾ ਚਾਹੁੰਦਾ ਸੀ। ਕਿੱਥੋਂ ਸਿੱਖਿਆ ਸੀ ਉਹਨੇ? ਅਲੀਸ਼ਾ ਨੇ ਕਿੱਥੋਂ ਸਿੱਖਿਆ ਸੀ? ਏਲੀਆ ਨੂੰ ਜਦੋਂ ਮੇਰੇ ਤੋਂ ਪ੍ਰਭੂ ਨੇ ਉਠਾਉਣਾ ਸੀ, ਅਲੀਸ਼ਾ ਨੂੰ ਕੁਝ ਲੋਕਾਂ ਨੇ ਆ ਕੇ ਕਿਹਾ ਕਿ ਵੇਖ ਤੇਰੇ ਸੁਆਮੀ ਨੂੰ ਪਰਮੇਸ਼ਰ ਉਠਾਉਣ ਜਾ ਰਿਹਾ। ਉਹ ਕਹਿੰਦਾ ਮੈਂ ਤਾਂ ਹੋਣ ਨਹੀਂ ਦੇਣੀ। ਏਲੀਆ ਨੇ ਕਿਹਾ ਕਿ ਹੇ ਅਲੀਸ਼ਾ ਤੂੰ ਇੱਥੇ ਰੁਕ, ਮੈਨੂੰ ਪ੍ਰਭੂ ਜਰਦਨ ਤੋਂ ਪਾਰ ਲੈ ਕੇ ਜਾ ਰਿਹਾ, ਮੈਂ ਚੜਾਵਾ ਚੜਾ ਕੇ ਆਉਂਦਾ। ਕਹਿੰਦਾ ਨਹੀਂ, ਤੇਰੀ ਜਿੰਦ ਦੀ ਯਹੋਵਾ ਦੀ ਸਹੁੰ ਮੈਂ ਤੈਨੂੰ ਛੱਡਣਾ ਨਹੀਂ ਆ। 3 ਵਾਰ ਏਲੀਆ ਨੇ ਆਪਣੇ ਚੇਲੇ ਅਲੀਸ਼ਾ ਨੂੰ ਕਿਹਾ ਤੂੰ ਇੱਥੇ ਰੁਕ, ਮੈਂ ਗਿਲਗਾਲ ਨੂੰ ਜਾ ਕੇ ਚੜਾਵਾ ਚੜਾ ਕੇ ਆਵਾਂ, ਜਰਦਨ ਤੋਂ ਪਾਰ ਚੜਾਵਾ ਚੜਾ ਕੇ ਆਵਾਂ, ਜਰੀਹੋ ਤੋਂ ਪਾਰ ਜਾ ਕੇ ਚੜਾਵਾ ਚੜਾ ਕੇ ਆਵਾਂ, ਤੂੰ ਇੱਥੇ ਰੁਕ। 3 ਵਾਰ ਅਲੀਸ਼ਾ ਨੇ ਸਮੇਂ ਦੀ ਕਦਰ ਕੀਤੀ ਕਿ ਜਦ ਲਿਖਿਆ ਗਿਆ ਬਾਈਬਲ 'ਚ ਜਦ ਇਹ ਜਿੰਦਾ ਉਠਾਇਆ ਜਾਵੇ ਮੈਂ ਆਪਣੇ ਸੁਆਮੀ ਦੇ ਨਾਲ ਹੋਵਾਂ। ਉਹ ਸਮਾਂ ਜਦੋਂ ਏਲੀਆ ਤੇ ਰੱਬ ਇਕੱਠੇ ਹੋਣ ਮੈਂ ਉਦੋਂ ਸਾਹਮਣੇ ਹੋਵਾਂ। ਹਾਲੇਲੂਇਆ।
ਜਦੋਂ ਸਵੇਰੇ ਪ੍ਰਾਰਥਨਾ ਦਾ ਸਮਾਂ ਹੁੰਦਾ ਹੈ ਉਦੋਂ ਪਰਮੇਸ਼ਰ ਇੱਥੇ ਹੁੰਦਾ ਹੈ। ਹੁਣ ਤਾਂ ਹਰ ਪੀਰੀਅਡ ਦੇ ਵਿੱਚ ਅਟੈਂਡੈਂਸ ਲੱਗਦੀ ਆ। ਸਾਡੇ ਸਮੇਂ ਦੇ ਵਿੱਚ ਇੱਕ ਪੀਰੀਅਡ ਦੇ ਵਿੱਚ ਹੀ ਲੱਗਦੀ ਹੁੰਦੀ, ਪਹਿਲੇ ਪੀਰੀਅਡ ਦੇ ਵਿੱਚ ਹਾਜ਼ਰੀ ਲੱਗਣੀ, ਇੱਕੋ ਹੀ ਰਜਿਸਟਰ ਹੋਣਾ, ਪਹਿਲੇ ਪੀਰੀਅਡ 'ਚ ਲੱਗ ਜਾਣੀ। ਜੇ ਪਹਿਲੇ ਪੀਰੀਅਡ ਦੇ ਵਿੱਚ ਅਸੀਂ ਉੱਥੇ ਹਾਜ਼ਰ ਆ ਤਾਂ ਸਾਡੀ ਹਾਜ਼ਰੀ ਲੱਗ ਜਾਣੀ, ਜੇ ਨਹੀਂ, ਜੇ ਲੇਟ ਆਏ ਫਿਰ ਉਸ ਰਜਿਸਟਰ ਤੇ ਗੈਰ ਹਾਜ਼ਰ ਹੀ ਹੋਣਾ। ਇਦਾਂ ਹੀ ਹੁੰਦੀ ਸੀ। ਅੱਜ ਤੋਂ ਕੋਈ 10-15 ਸਾਲ ਪਿੱਛੇ ਚਲ ਜਾਓ ਤੇ ਜੇ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਸਾਡਾ ਦਿਨ, ਸਬਤ ਸਾਡੀ ਸਟਾਰਟਿੰਗ 'ਚ ਹੀ ਅਸੀਂ ਲੇਟ ਆ, ਤੇ ਕਦੋਂ ਸਮੇਂ ਨਾਲ ਸਾਡੀ ਆਸ਼ੀਸ਼ ਆਵੇਗੀ। ਕਈ ਵਾਰੀ ਆਉਨੇ ਸੀ 12 ਵਜੇ 1 ਵਜੇ, ਫਿਰ ਮੋਹਰੇ ਹੋ ਕੇ ਦੇਖਣਾ ਹੁੰਦਾ ਵੀ ਥਾਂ ਹੈਗਾ, ਮੋਹਰੇ ਰੱਖਿਆ ਥਾਂ, ਮੋਹਰੇ ਮੈਟ ਅਲੱਗ ਵਿਛਾਇਆ ਲੇਟ ਆਉਣ ਵਾਲੇ ਵਾਸਤੇ ਵਧੀਆ। ਕਿੰਨੇ ਸਮਝ ਰਹੇ ਗੱਲ ਨੂੰ? ਜਿਹੜੇ 1 ਵਜੇ ਆਏ ਉਹ ਧਿਆਨ ਦਿਓ, ਸਮਝ ਰਹੇ ਆ? ਜਿਹੜੇ 12 ਵਜੇ ਆਏ ਸਮਝ ਰਹੇ ਗੱਲ ਨੂੰ? ਕਈ ਸਮੇਂ ਦੇ ਨਾਲ ਆ ਕੇ ਵੀ ਮੇਰੇ ਤੋਂ ਅਹਿਮੀਅਤ ਨੂੰ ਨਹੀਂ ਦੇਖਦੇ ਕਿ ਮੈਨੂੰ ਪਰਮੇਸ਼ਰ ਨੇ ਸੱਦ ਲਿਆ, ਮੈਂ ਘੁਟਨਿਆਂ ਦੇ ਭਾਰ ਆ ਗਿਆ। ਸਮੇਂ ਨਾਲ ਮੈਂ ਘੁਟਨਿਆਂ ਦੇ ਭਾਰ ਆ ਗਿਆ, ਲੇਕਿਨ ਘੁਟਨਿਆਂ ਦੇ ਭਾਰ ਤੋਂ ਆਉਣ ਤੋਂ ਬਾਅਦ ਵੀ ਅਸੀਂ ਪਰਮੇਸ਼ਰ ਦੇ ਮਨ ਭਾਉਂਦੇ ਬਲਿਦਾਨ ਨਹੀਂ ਚੜਾਉਂਦੇ। ਸਾਡੀ ਸੋਚ, ਸਾਡੇ ਖਿਆਲ, ਸਾਡਾ ਦਿਮਾਗ, ਸਾਡੀਆਂ ਗੱਲਾਂ, ਸਾਡੇ ਕੰਨ, ਸਾਡੀਆਂ ਅੱਖਾਂ ਹੋਰ ਪਾਸੇ ਲੱਗੀਆਂ ਰਹਿੰਦੀਆਂ ਆ। ਕਈ ਵਾਰ ਪ੍ਰਭੂ ਦੀ ਹਜ਼ੂਰੀ 'ਚ ਆ ਕੇ ਵੀ ਸਾਡਾ ਧਿਆਨ, ਦਿਮਾਗ, ਬੁੱਧ ਸਾਡੀ ਕਿਸੇ ਹੋਰ ਪਾਸੇ ਗਈ ਹੁੰਦੀ ਆ, ਸਮੇਂ ਨੂੰ ਲਾਭਦਾਇਕ ਨਹੀਂ ਕਰ ਪਾਉਂਦੇ ਸੀ। ਜਦੋਂ ਆ ਗਏ ਆ ਫਿਰ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਓ। ਮੈਂ ਬਾਹਰ ਕਿਤੇ ਵੀ ਮੀਟਿੰਗ ਦੇ ਵਿੱਚ ਜਾਂਦਾ ਆ, ਮੈਂ ਅੱਜ ਤੱਕ ਕਿਤੇ ਵੀ ਮੀਟਿੰਗ ਜਾਂਦਾ, ਮੈਂ ਕਦੀ ਬਾਹਰ ਪੰਡਾਲ, ਜਦੋਂ ਵੱਡੇ ਪੰਡਾਲ ਤੋਂ ਬਾਹਰ ਛੋਟਾ ਪੰਡਾਲ ਚਾਹ ਦਾ ਲੱਗਾ ਹੁੰਦਾ, ਮੈਂ ਚਾਹ ਦੇ ਪੰਡਾਲ ਨੂੰ ਵੇਖਦਾ ਵੀ ਨਹੀਂ ਹੁੰਦਾ। ਮੇਰੇ ਨਾਲ ਜਿੰਨੇ ਸਾਥੀ ਜਾਂਦੇ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਮੈਂ ਚਾਹ ਦੇ ਪੰਡਾਲ ਵੱਲ ਧਿਆਨ ਵੀ ਨਹੀਂ ਦਿੰਦਾ। ਕਿਉਂ? ਜਦੋਂ ਪੰਡਾਲ ਦੇ ਕੋਲ ਮੈਂ ਪਹੁੰਚ ਗਿਆ, ਮੈਨੂੰ ਪੰਡਾਲ ਦਿਸ ਪਿਆ, ਮੈਨੂੰ ਇਹ ਹੁੰਦਾ ਹੈ ਕਿ ਬਸ ਹੁਣ ਮੈਨੂੰ ਪਰਮੇਸ਼ਰ ਆਵਾਜ਼ ਮਾਰ ਰਿਹਾ ਕਿ ਘੁਟਨੇ ਟੇਕ ਦੇ, ਆ ਕੇ ਬੈਠ ਜਾ ਤੇ ਧੰਨਵਾਦ ਕਰਨਾ ਸ਼ੁਰੂ ਕਰ ਦੇ। ਮੈਂ ਚਾਹ ਪੀਣ ਲੱਗਾ ਵੀ ਸਮਾਂ ਨਹੀਂ ਕੋ ਹੁੰਦਾ ਕਿ ਖਰਾਬ ਨਹੀਂ ਕਰਦਾ, ਨਹੀਂ, ਚਾਹ ਨਹੀਂ ਪੀਣੀ, ਚਾਹ ਬਾਅਦ 'ਚ ਜੇ ਮਿਲ ਗਈ ਪੀ ਲਾਂਗੇ, ਪਰ ਜਿਵੇਂ ਮੈਂ ਪਹੁੰਚ ਗਿਆ ਆ, ਮੇਰਾ ਕੰਮ ਕੀ ਆ, ਮੈਂ ਇੱਕ ਮਨ ਹੋ ਕੇ ਪ੍ਰਾਰਥਨਾ ਕਰਾਂ ਤਾਂ ਕਿ ਪਰਮੇਸ਼ਰ ਇੱਥੋਂ ਮੈਨੂੰ ਕੋਈ ਨਵੀਂ ਗੱਲ ਸਿਖਾਵੇ, ਇੱਥੋਂ ਪਰਮੇਸ਼ਰ ਮੈਨੂੰ ਕੋਈ ਨਵੀਂ ਆਸ਼ੀਸ਼ ਦੇਵੇ, ਇੱਥੋਂ ਪਰਮੇਸ਼ਰ ਮੈਨੂੰ ਕੋਈ ਨਵੀਆਂ ਰੂਹਾਂ ਦੇ ਲਈ ਨਵਾਂ ਬਲ ਦੇਵੇ। ਤੇ ਕਈਆਂ ਦਾ ਧਿਆਨ ਮੈਂ ਇੱਥੇ ਦੇਖਦਾ ਆ, ਮੇਰੀ ਟੀਮ ਮੈਂ ਇੱਥੇ ਦੇਖਦਾ ਆ, ਚਰਚ ਸ਼ਾਮ ਨੂੰ ਆਉਂਦੇ ਆ, ਉਹਨਾਂ ਦੀ ਨੀਂਦ ਹੀ ਨਹੀਂ ਹੁੰਦੀ ਪ੍ਰਾਰਥਨਾ 'ਚ ਬੈਠਣ ਦੀ। ਉਹਨਾਂ ਦੀ ਨੀਂਦ ਬਿਲਕੁਲ ਨਹੀਂ ਹੁੰਦੀ ਪ੍ਰਾਰਥਨਾ ਬੈਠੇ, ਬਸ ਰਜਾਈ ਲੈ ਕੇ ਸੌ ਜਾਣਾ, ਤਾਂ ਸਵੇਰੇ ਵੀ ਅੱਧਾ ਘੰਟਾ ਪ੍ਰਾਰਥਨਾ ਕਰਕੇ ਰਜਾਈ 'ਚ ਹੀ ਬੈਠੇ ਰਹਿਣਾ। 6 ਦਿਨ ਤੁਹਾਡੇ ਕੋਲ ਤੁਹਾਡੇ ਘਰ ਦੇ ਵਿੱਚ ਹੈਗੇ ਆ, ਜੇ 7ਵੇਂ ਦਿਨ ਤੁਸੀਂ ਖੁਦਾ ਦੀ ਹਜ਼ੂਰੀ 'ਚ ਆਏ ਆ, ਫਿਰ ਸਿਰਫ ਔਰ ਸਿਰਫ ਪਰਮੇਸ਼ਰ ਦੇ ਨਾਲ ਰਿਸ਼ਤਾ ਜੋੜੋ ਤਾਂ ਕਿ ਪਰਮੇਸ਼ਰ ਦੇ ਨਾਲ ਤੁਹਾਡੀ ਨੇੜਤਾ ਬਣੇ, ਪਰਮੇਸ਼ਰ ਤੁਹਾਡੇ ਖਿਆਲਾਂ ਨੂੰ ਜਾਣੇ, ਪਰਮੇਸ਼ਰ ਤੁਹਾਡੀਆਂ ਯੋਜਨਾਵਾਂ ਨੂੰ ਜਾਣੇ, ਪਰਮੇਸ਼ਰ ਤੁਹਾਡੀਆਂ ਗੱਲਾਂ ਨੂੰ ਸੁਣੇ, ਪਰਮੇਸ਼ਰ ਤੁਹਾਡੇ ਕੰਮਾਂ ਨੂੰ ਕਰੇ। 10 ਕੁਆਰੀਆਂ ਦੀ ਗੱਲ ਜਦੋਂ ਅਸੀਂ ਪੜ੍ਹਦੇ ਬਾਈਬਲ ਦੇ ਵਿੱਚ ਲਿਖਿਆ, ਲਾੜੇ ਦੇ ਆਉਣ ਵਿੱਚ ਅਜੇ ਦੇਰੀ ਸੀ, ਲਿਖਿਆ ਗਿਆ ਉਹ ਕੀ ਕਰ ਗਈਆਂ? ਸੌ ਗਈਆਂ। 10 ਕੁਆਰੀਆਂ ਕਿੱਥੇ ਸੀ? ਪਰਮੇਸ਼ਰ ਦੀ ਹਜ਼ੂਰੀ 'ਚ ਦਰਵਾਜ਼ੇ ਦੇ ਬਾਹਰ 10 ਸੌ ਗਈਆਂ। ਜਦੋਂ ਰੌਲਾ ਪਾਇਆ ਕਿ ਲਾੜਾ ਆ ਗਿਆ, ਲਾੜਾ ਆ ਗਿਆ, ਤਾਂ ਲਿਖਿਆ ਉਹ 10 ਉੱਠੀਆਂ, ਆਪਣੇ ਆਪ ਨੂੰ ਤਿਆਰ ਕੀਤਾ। ਉਹ 5 ਮੂਰਖਣਾ ਏਦਾਂ ਦੀਆਂ ਸੀ ਜਿਨ੍ਹਾਂ ਨੇ ਆਪਣੇ ਨਾਲ ਤੇਲ ਨਹੀਂ ਰੱਖਿਆ ਸੀ। ਉਹ ਤੇਲ ਮੰਗਣ ਲੱਗੀਆਂ, ਨਹੀਂ ਮਿਲਿਆ, ਬਾਹਰ ਚਲੀਆਂ ਗਈਆਂ। ਦਰਵਾਜ਼ਾ ਖੁੱਲਿਆ, ਜਿਹੜੀਆਂ 5 ਹਜ਼ੂਰੀ ਦੇ ਵਿੱਚ ਬੈਠੀਆਂ ਸੀ ਬਾਹਰ, ਉਹ ਦਰਵਾਜ਼ੇ ਦੇ ਅੰਦਰ ਇੰਟਰ ਕਰ ਗਈਆਂ, 5 ਬਾਹਰ ਰਹਿ ਗਈਆਂ। ਲਿਖਿਆ ਉਹਨੇ ਦਰਵਾਜ਼ਾ ਖੜਕਾਇਆ ਕਿ ਸਾਡੇ ਲਈ ਖੋਲੋ, ਸਾਡੇ ਲਈ ਖੋਲੋ। ਉਹ ਕਹਿੰਦਾ ਇੱਥੋਂ ਚਲੇ ਜਾਓ, ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਕੌਣ ਆ। ਕਈ ਹਜ਼ੂਰੀ 'ਚ ਰਹਿ ਕੇ ਵੀ ਹਜ਼ੂਰੀ 'ਚੋਂ ਦੂਰ ਰਹਿੰਦੇ ਆ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਇਸ ਗੱਲ ਨੂੰ ਬਿਆਨ ਕਰਦਾ, ਜਦੋਂ ਅਸੀਂ ਮੇਰੇ ਤੋਂ ਬਾਈਬਲ ਦੇ ਵਿੱਚ ਪੜ੍ਹਦੇ ਆ, ਅਫਸੀਆਂ ਦੀ ਕਿਤਾਬ ਅਫਸੀਆਂ ਦੀ ਕਿਤਾਬ 5 ਅਧਿਆਏ
ਉਹਦੀ 16 ਆਇਤ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ, ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ, ਇਸ ਲਈ ਜੋ ਦਿਨ ਬੁਰੇ ਹਨ। ਇਸ ਲਈ ਜੋ ਦਿਨ ਬੁਰੇ ਹਨ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ। ਗੱਲ ਫਿਰ ਸਮੇਂ ਦੀ ਆ। ਸਮੇਂ ਦੇ ਪ੍ਰਤੀ ਲਾਪਰਵਾਹ ਨਾ ਹੋਵੋ। ਖੁਦਾ ਨੇ ਜੇ ਸਾਨੂੰ ਚੁਣ ਲਿਆ ਆ, ਜਦੋਂ ਤੋਂ ਚੁਣਿਆ, ਜਦੋਂ ਤੋਂ ਤੌਬਾ ਕੀਤੀ, ਜਦੋਂ ਤੋਂ ਨਿਸ਼ਚਾ ਕੀਤੀ, ਬਪਤਿਸਮਾ ਲਿਆ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਧਿਆਨ ਦੇ ਕੇ ਦੇਖੋ ਕਿ ਅਸੀਂ ਕਿੰਨੇ ਕੁ ਸਮੇਂ ਨੂੰ ਲਾਭਦਾਇਕ ਕੀਤਾ। ਕਿੰਨਾ ਕੁ ਸਮਾਂ ਅਸੀਂ ਅੜ ਕੇ ਆਪਣੇ ਪਰਿਵਾਰ ਦੇ ਵਿਰੋਧ ਨੂੰ ਝੱਲ ਕੇ ਪ੍ਰਾਰਥਨਾ ਕੀਤੀ ਆ। ਕਿੰਨਾ ਸਮਾਂ ਅਸੀਂ ਆਪਣੇ ਕੰਮ ਨੂੰ ਇੱਕ ਪਾਸੇ ਰੱਖ ਕੇ ਪ੍ਰਾਰਥਨਾ ਕੀਤੀ ਆ। ਕਿੰਨਾ ਸਮਾਂ ਵਿਰੋਧਤਾਈ ਦੇ ਹੇਠ ਰਹਿ ਕੇ ਪ੍ਰਾਰਥਨਾ ਕੀਤੀ ਆ। ਮੇਰਾ ਪਰਿਵਾਰ ਮੇਰੇ ਵਿਰੋਧ ਵਿੱਚ ਸੀ, ਮੇਰੇ ਪੇਰੈਂਟਸ ਵਿਰੋਧ ਸੀ, ਪ੍ਰਾਰਥਨਾ ਦੇ ਵਿਰੋਧ ਸੀ। ਮੇਰੇ ਫਾਦਰ ਕਿ ਪ੍ਰਾਰਥਨਾ ਨਹੀਂ ਕਰਨੀ। ਮੈਂ ਦੁਪਹਿਰ ਗਰਮੀਆਂ ਦੇ ਦਿਨਾਂ 'ਚ ਜੇਠ ਹਾੜ ਦੀਆਂ ਧੁੱਪਾਂ ਛੱਤ ਦੇ ਉੱਤੇ ਬਹਿ ਕੇ ਪ੍ਰਾਰਥਨਾ ਕਰਨੀ। ਛੱਤ ਤੇ ਬਹਿ ਕੇ ਪ੍ਰਾਰਥਨਾ ਕਰਨੀ। ਮੈਂ ਜੇਠ ਹਾੜ ਦੀਆਂ ਧੁੱਪਾਂ 'ਚ ਵੀ ਜੰਗਲੇ ਵੱਲ ਮੰਜਾ ਖੜਾ ਕਰ ਦੇਣਾ ਤਾਂ ਕਿ ਲੋਕ ਨਾ ਦੇਖਣ ਕਿੱਥੇ ਬੈਠਾ ਆ, ਤੇ ਮੈਂ ਦੁਪਹਿਰ ਵੀ ਪ੍ਰਾਰਥਨਾ ਕਰਨੀ। ਕਈ ਵਾਰ ਲਾਈਟ ਚਲੀ ਜਾਣੀ। ਅਸੀਂ ਹਸਬੈਂਡ ਵਾਈਫ ਨੇ ਜਿਸ ਕਮਰੇ 'ਚ ਇਨਵਰਟਰ ਦਾ ਕਨੈਕਸ਼ਨ ਨਹੀਂ, ਅਸੀਂ ਉਸ ਕਮਰੇ 'ਚ ਬਹਿ ਕੇ ਵੀ ਪ੍ਰਾਰਥਨਾ ਦੁਪਹਿਰ ਕਰਦੇ ਰਹਿਣਾ, ਤਾਂ ਕਿ ਅਸੀਂ ਵਾਧੂ ਸਮਾਂ ਖੁਦਾ ਦੀ ਹਜ਼ੂਰੀ 'ਚ ਬਿਤਾ ਸਕੀਏ। ਕਿ ਨਾਸ਼ਵਾਨ ਚੀਜ਼ਾਂ, ਨਾਸ਼ਵਾਨ ਲੋਕਾਂ ਨੇ ਸਾਡਾ ਸਾਥ ਨਹੀਂ ਦੇਣਾ, ਨਾ ਸਾਨੂੰ ਇਹਨਾਂ ਨੇ ਮੇਰੇ ਤੋਂ ਕੁਝ ਦੇਣਾ ਹੈ, ਨਾ ਸਾਡੇ ਨਾਲ ਚੱਲਣਾ ਆ। ਸਿਰਫ ਦੇਣਾ ਕਿੰਨੇ, ਚੱਲਣਾ ਕਿੰਨੇ ਹੈ। ਸਰਵਸ਼ਕਤੀਮਾਨ ਪਰਮੇਸ਼ਰ ਨੇ ਪਰਤਤ ਕਦੋਂ? ਜਦੋਂ ਅਸੀਂ ਸਹੀ ਢੰਗ ਨਾਲ ਪਰਮੇਸ਼ਰ ਦੇ ਵਿੱਚ ਚੱਲਾਂਗੇ ਔਰ ਸਮੇਂ ਦੀ ਕਦਰ ਕਰਾਂਗੇ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ। ਪ੍ਰਭੂ ਦੀ ਹਜ਼ੂਰੀ 'ਚ ਧਿਆਨ ਦੇ ਕੇ ਦੇਖੋਗੇ ਤੁਸੀਂ। ਮੈਂ ਟੀਮ ਦੀ ਗੱਲ ਕਰਦਾ, ਤੁਸੀਂ ਇਹ ਧਿਆਨ ਦੇ ਕੇ ਦੇਖੋਗੇ ਤੁਸੀਂ ਚਰਚ ਵਿੱਚ ਕਿੰਨੇ ਘੰਟੇ ਰਹਿੰਦੇ ਆ। ਕੋਈ ਚਰਚ ਵਿੱਚ 24 ਘੰਟੇ ਰਹਿੰਦਾ ਆ, ਕੋਈ 32 ਘੰਟੇ ਰਹਿੰਦਾ ਆ, ਕੋਈ ਚਰਚ ਵਿੱਚ 6 ਘੰਟੇ ਰਹਿੰਦਾ ਆ, ਕੋਈ ਚਰਚ ਵਿੱਚ 4 ਘੰਟੇ ਰਹਿੰਦਾ ਇੱਥੇ ਸੰਡੇ। ਪਰ ਉਹ 4 ਘੰਟੇ, ਘੱਟ ਤੋਂ ਘੱਟ 4 ਘੰਟੇ ਰਹਿਣ ਵਾਲਾ ਬੰਦਾ ਇਹ ਸੋਚੇ ਕਿ ਮੈਂ ਕਿੰਨਾ ਚਿਰ ਖੁਦਾ ਦੀ ਹਜ਼ੂਰੀ 'ਚ ਰਿਹਾ। ਚਰਚ ਵਿੱਚ ਜਾਣ ਨਾਲ ਤੁਸੀਂ ਖੁਦਾ ਦੀ ਹਜ਼ੂਰੀ 'ਚ ਨਹੀਂ ਚਲੇ ਜਾਂਦੇ। ਜੇ ਤੁਸੀਂ ਕਹੋ ਕਿ ਮੈਂ 4 ਘੰਟੇ ਚਰਚ ਵਿੱਚ ਬਿਤਾਏ ਆ, ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ 4 ਘੰਟੇ ਦੀ ਹਾਜ਼ਰੀ ਖੁਦਾ ਦੇ ਘਰ ਲੱਗ ਗਈ। 4 ਘੰਟੇ ਖੁਦਾ ਦੀ ਹਜ਼ੂਰੀ 'ਚ ਰਹਿਣ ਵਾਲਾ ਬੰਦਾ ਮੇਰੇ ਇਜ਼ੋ ਖੁਦਾ ਨਾਲ ਜੁੜਿਆ ਰਹਿੰਦਾ ਆ, ਤੇ 4 ਘੰਟਿਆਂ 'ਚ ਖੁਦਾ ਦੇ ਵੱਡੇ ਭੇਦਾਂ ਨੂੰ ਮੇਰੇ ਇਜ਼ੋ ਪਾ ਲੈਂਦਾ। ਹੋ ਖੁਦਾ ਦੇ ਵੱਡੇ ਭੇਦਾਂ ਨੂੰ ਪਾ ਲੈਂਦਾ ਆ। ਤੇ ਜਿਹੜਾ ਖੁਦਾ ਦੀ ਹਜ਼ੂਰੀ 'ਚ ਰਹਿ ਕੇ ਧਿਆਨ ਹੀ ਉਹਦਾ ਆਲੇ ਦੁਆਲੇ ਚਾਰੋਂ ਦਿਸ਼ਾਵਾਂ 'ਚ ਰਹਿੰਦਾ ਹੈ, ਉਹ ਚਾਹੇ 32 ਘੰਟੇ ਬੈਠਾ ਰਵੇ, ਪ੍ਰਭੂ ਦੇ ਘਰ 'ਚ 32 ਮਿੰਟ ਨਹੀਂ ਪ੍ਰਵਾਨ ਹੋਣੇ। ਵਫਾਦਾਰੀ ਇਹੀ ਹੈ ਕਿ ਜੇ ਖੁਦਾ ਦੀ ਹਜ਼ੂਰੀ 'ਚ ਆ ਗਏ ਆ, ਸਮਾਂ ਲਗਾਓ ਖੁਦਾ ਦੇ ਨਾਲ, ਬਤੀਤ ਕਰੋ ਸਮਾਂ ਪਰਮੇਸ਼ਰ ਨਾਲ, ਕਿਉਂਕਿ ਪਰਮੇਸ਼ਰ ਨੇ ਸਾਨੂੰ ਸੱਦਿਆ ਹੈ ਕਿ ਮੇਰੇ ਨਾਲ ਕੋਈ ਸਮਾਂ ਬਤੀਤ ਕਰੇ, ਕੋਈ ਮੇਰੇ ਨਾਲ ਸਮਾਂ ਬਤੀਤ ਕਰੇ। ਜੈਰਸ ਨੇ ਆਪਣੇ ਲਈ ਸਮੇਂ ਨੂੰ ਲਾਭਦਾਇਕ ਕਿਵੇਂ ਕੀਤਾ? ਧੀ ਦੇ ਮਾਰਨ ਦੀ ਖਬਰ ਜੈਰਸ ਨੂੰ ਮਿਲ ਗਈ ਆ ਪ੍ਰਭੂ ਯਿਸੂ ਮਸੀਹ ਦੇ ਸਨਮੁਖ ਖੜੇ ਨੂੰ ਹੀ। ਉਹ ਕਹਿ ਸਕਦਾ ਸੀ ਕਿ ਇਹ ਤਾਂ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਆ, ਇਹਦੇ ਕੋਲ ਮੈਂ ਆਇਆ ਆ, ਇਹਦੇ ਕੋਲ ਮੈਂ ਪ੍ਰਾਰਥਨਾ ਕੀਤੀ ਆ, ਮੈਂ ਯਿਸੂ ਮਸੀਹ ਦੇ ਕੇ ਪ੍ਰਾਰਥਨਾ ਕੀਤੀ, ਖਬਰ ਕੀ ਆ ਰਹੀ ਆ, ਮਰ ਚੁੱਕੀ ਆ। ਜੈਰਸ ਕਰ ਕੀ ਰਿਹਾ ਸੀ? ਬਿਲਕੁਲ ਪ੍ਰਭੂ ਯਿਸੂ ਮਸੀਹ ਦੇ ਸਨਮੁਖ ਰੂਬਰੂ ਖੜਾ ਹੋ ਕੇ ਪ੍ਰਾਰਥਨਾ। ਤੇ ਉੱਤਰ ਕੀ ਆਇਆ? ਟੈਲੂਏ ਨੇ ਕਿਹਾ ਧੀ ਤੇਰੀ ਮਰ ਚੁੱਕੀ ਆ। ਹਾਲੇਲੂਇਆ, ਧੀ ਤੇਰੀ ਮਰ ਚੁੱਕੀ ਆ। ਪਰ ਜੈਰਸ ਨੇ ਸਮਾਂ ਨਹੀਂ ਖਰਾਬ ਕੀਤਾ। ਉਹ ਯਿਸੂ ਮਸੀਹ ਨੂੰ ਹੁਣ ਮਿਲ ਤਾਂ ਪਿਆ ਹੀ ਆ, ਕਹਿੰਦਾ ਹੁਣ ਮੈਂ ਘਰ ਲੈ ਕੇ ਹੀ ਜਾਣਾ, ਚੱਲ ਕਹਿੰਦਾ ਹੁਣ ਮੇਰੇ ਘਰ ਗਿਆ। ਰਿਸ਼ਤੇਦਾਰਾਂ 'ਚ ਹਾਸੋਵਾਣੀ ਹੋ ਗਈ, ਸਾਕਾਂ 'ਚ ਹਾਸੋਵਾਣੀ ਹੋਈ ਆ, ਪਰਿਵਾਰ 'ਚ ਹਾਸੋਵਾਣੀ ਹੋਈ ਆ ਜੈਰਸ ਦੀ ਪ੍ਰਭੂ ਯਿਸੂ ਮਸੀਹ ਦੀ। ਲੇਕਿਨ ਜੈਰਸ ਨੇ ਆਪਣੇ ਸਮੇਂ ਨੂੰ ਲਾਭਦਾਇਕ ਕਰਨ ਦੇ ਲਈ ਠਾਣ ਲਿਆ ਸੀ। ਲਿਖਿਆ ਸਾਰਿਆਂ ਨੂੰ ਬਾਹਰ ਕੱਢ ਕੇ ਯਿਸੂ ਮਸੀਹ, ਪਤਰਸ, ਯਾਕੂਬ ਤੇ ਯੋਹੰਨਾ ਤੇ ਜੈਰਸ ਦੀ ਪਤਨੀ ਨੂੰ ਅੰਦਰ ਲਿਆ, ਬੂਆ ਲਿਆ, ਭੇੜ, ਕੁੜੀ ਦਾ ਹੱਥ ਫੜਿਆ, ਕਹਿੰਦਾ ਹੇ ਕੁੜੀਏ ਉੱਠ। ਕੁੜੀ ਉਸੇ ਵੇਲੇ ਉੱਠ ਕੇ ਖੜੀ ਹੋ ਗਈ। ਅਸੀਂ ਬਿਮਾਰੀਆਂ ਤੋਂ ਬਹੁਤ ਵੱਡੀਆਂ ਤੋਂ ਛੁੱਟਣਾ ਚਾਹੁੰਦੇ ਆ,
ਰੋਣੇ ਨੂੰ ਹਾਸੇ 'ਚ ਬਦਲਣਾ ਚਾਹੁੰਦੇ ਆ, ਦੁੱਖ ਨੂੰ ਸੁੱਖ 'ਚ ਬਦਲਣਾ ਚਾਹੁੰਦੇ, ਗਰੀਬੀ ਨੂੰ ਅਮੀਰੀ 'ਚ ਬਦਲਣਾ ਚਾਹੁੰਦੇ ਆ, ਹਨੇਰੇ ਨੂੰ ਚਾਨਣ ਵਿੱਚ ਬਦਲਣਾ ਚਾਹੁੰਦੇ, ਲੇਕਿਨ ਸਮਾਂ ਨਹੀਂ ਦੇ ਰਹੇ ਅਸੀਂ ਟਾਈਮ ਨਹੀਂ ਦੇ ਰਹੇ। ਜਿਸ ਸਮੇਂ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ 'ਚ ਫਜਰ, ਤੁਹਾਡੀ ਜ਼ਿੰਦਗੀ 'ਚ ਚੜ੍ਹਦਾ ਸੂਰਜ ਲਿਆਉਣਾ, ਉਸ ਸਮੇਂ ਤਾਂ ਅਸੀਂ ਘਰਾਂ ਦੇ ਵਿੱਚ ਬੈਠੇ ਆ। ਜਿਸ ਸਮੇਂ ਦੀ ਪ੍ਰਾਰਥਨਾ ਪਰਮੇਸ਼ਰ ਨੇ ਸੁਣਨੀ, ਉਸ ਸਮੇਂ 'ਚ ਤਾਂ ਅਸੀਂ ਮੇਰੇ ਇਸ ਤੋਂ ਬਾਹਰ ਗੇਟ 'ਚ ਖੜੇ ਆ। ਜਿਸ ਸਮੇਂ ਪਰਮੇਸ਼ਰ ਨੇ ਤੁਹਾਡੇ ਗੁੱਟਿਆਂ ਨੂੰ ਆਪਣੇ ਅੱਗੇ ਝੁਕਿਆ ਹੋਇਆ ਵੇਖਣਾ, ਉਸ ਸਮੇਂ ਤਾਂ ਅਸੀਂ ਅੱਡਿਆਂ ਤੇ ਖੜੇ ਆ। ਉਸ ਵੇਲੇ ਤਾਂ ਅਸੀਂ ਚੈਟਿੰਗ ਕਰ ਰਹੇ ਹੁੰਦੇ ਆ, ਉਸ ਸਮੇਂ ਤਾਂ ਅਸੀਂ ਰਿਸ਼ਤੇਦਾਰਾਂ ਨਾਲ ਫੋਨਾਂ ਦੇ ਉੱਤੇ ਜੁੜੇ ਹੋਏ ਹੁੰਦੇ ਆ। ਜਿਸ ਸਮੇਂ ਪਰਮੇਸ਼ਰ ਤੁਹਾਨੂੰ ਆਪਣੀ ਹਜ਼ੂਰ 'ਚ ਵੇਖਣਾ ਚਾਹੁੰਦਾ ਹੈ, ਇਸੇ ਲਈ ਜਿਹਦੇ ਨਾਲ ਜੁੜੇ ਰਹਿ ਜਾਂਦੇ ਉਹਦੇ ਨਾਲ ਹੀ ਰਹਿ ਜਾਂਦੇ ਆ। ਨਾ ਦੁਨੀਆ ਬਚੀ, ਨਾ ਮਸੀਹ ਨੂੰ ਜਾਣਨ ਵਾਲਾ ਬਚਦਾ। ਬਚਣਾ ਉਹ ਆ ਜਿਹੜਾ ਖੁਦਾ ਦੀ ਹਜ਼ੂਰੀ 'ਚ ਸਮੇਂ ਨੂੰ ਪਹਿਲ ਦਿੰਦਾ ਹੈ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ, ਕਿਉਂ ਜੋ ਦਿਨ ਬੁਰੇ ਆ। ਹਾਲੇਲੂਇਆ, ਦਿਨ ਬੁਰੇ ਆ। ਸ਼ਾਊਲ ਦੇ ਜੀਵਨ ਦੇ ਵਿੱਚ ਜਦੋਂ ਕੰਮ ਹੋਇਆ, ਉੱਥੇ ਵੀ ਸਮੇਂ ਦੀ ਗੱਲ ਕੀਤੀ ਆ। ਪੜਾਂਗੇ ਅਸੀਂ ਸੈਮੂਅਲ ਦੀ ਕਿਤਾਬ, ਪਹਿਲਾ ਸੈਮੂਅਲ 9 ਅਧਿਆਏ ਉਹਦੀ 15 ਆਇਤ। ਜਦੋਂ ਸ਼ਾਊਲ ਆਪਣੇ ਪਿਓ ਦੀਆਂ ਖੋਤੀਆਂ ਨੂੰ ਲੱਭਣ ਲਈ ਗਿਆ, ਔਰ ਖੋਤੀਆਂ ਤਾਂ ਲੱਭੀਆਂ ਨਹੀਂ, ਪਰ ਉਹਦੇ ਟੈਲੂਏ ਨੇ ਕਿਹਾ ਕਿਉਂ ਨਾ ਆਪਾਂ ਇੱਥੇ ਰੱਬ ਦੇ ਬੰਦੇ ਨੂੰ ਮਿਲੀਏ। ਜਦੋਂ ਰੱਬ ਦੇ ਬੰਦੇ ਨੂੰ ਮਿਲਣ ਲਈ ਤੁਰੇ ਤੇ ਲਿਖਿਆ ਗਿਆ, ਅਸੀਂ ਪੜਾਂਗੇ 9 ਦੀ 15 ਆਇਤ। ਯਹੋਵਾ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ, ਯਹੋਵਾ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਇਹ ਗੱਲ ਕੀ ਕਰ ਰਹੇ ਆ ਸੈਮੂਅਲ ਦੇ ਨਾਲ। ਸ਼ਾਊਲ ਸੈਮੂਅਲ ਦੇ ਨਾਲ ਮਿਲਾਪ ਕਰਨ ਲਈ ਤੁਰ ਪਿਆ। ਕਦੋਂ ਤੁਰਿਆ? ਜਦੋਂ ਸ਼ਾਊਲ ਦੇ ਟੈਲੂਏ ਨੇ ਆਪਣੇ ਮਾਲਕ ਨੂੰ ਇਹ ਗੱਲ ਆਖੀ ਆ ਕਿ ਕਿਉਂ ਨਾ ਅਸੀਂ ਰੱਬ ਦੇ ਬੰਦੇ ਕੋਲ ਚਲੀਏ। ਰੱਬ ਦੇ ਬੰਦੇ ਕੋਲ ਜਾਣ ਦਾ ਮਤਲਬ ਰੱਬ ਦੀ ਹਜ਼ੂਰੀ 'ਚ ਚਲੀਏ। ਰੱਬ ਦੀ ਹਜ਼ੂਰੀ 'ਚ ਜਾਣ ਦਾ ਮਤਲਬ ਕਿ ਰੱਬ ਦੇ ਸਾਹਮਣੇ ਚਲੀਏ। ਤੇ ਜਦੋਂ ਉਥੋਂ ਚੱਲ ਪਿਆ ਤਾਂ ਲਿਖਿਆ, ਪਰਮੇਸ਼ਵਰ ਨੇ ਸੈਮੂਅਲ ਦੇ ਨਾਲ ਇੱਕ ਦਿਨ ਪਹਿਲਾਂ ਕੰਨ ਖੋਲ ਕੇ ਆਖ ਦਿੱਤਾ ਸੀ, ਸੈਮੂਅਲ ਦੇ ਕੰਨ ਖੋਲ ਕੇ ਆਖ ਦਿੱਤਾ ਸੀ, ਜੋ ਭਲਕੇ ਇਸ ਵੇਲੇ, ਕਿ ਭਲਕੇ ਇਸ ਵੇਲੇ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਦੇਸ਼ੋਂ, ਬਿਨਜਾਮੀਆਂ ਦੇ ਦੇਸ਼ੋਂ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹਨੂੰ ਮਸਾ ਕਰੀ। ਹਾਲੇਲੂਇਆ। ਕਾਦੇ ਲਈ? ਤਾਂ ਕਿ ਇਜ਼ਰਾਈਲ ਦਾ ਪ੍ਰਧਾਨ ਹੋਵੇ। ਹੁਣ ਇੱਥੇ ਸੈਮੂਅਲ ਨੂੰ ਕਦੋਂ ਕਿਹਾ? ਕਹਿੰਦਾ ਇੱਕ ਦਿਨ ਪਹਿਲਾਂ। ਕਹਿਣ ਦਾ ਮਤਲਬ 24 ਘੰਟੇ ਪਹਿਲਾਂ। ਕਿੰਨਾ ਚਿਰ ਪਹਿਲਾਂ? 24 ਘੰਟੇ ਪਹਿਲਾਂ। ਫਿਰ ਪੜ੍ਹੀਏ ਇਹਨੂੰ ਸਟਾਰਟਿੰਗ ਤੋਂ। ਯਹੋਵਾ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ, ਯਹੋਵਾ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਸੈਮੂਅਲ ਦੇ ਕੰਨ ਖੋਲ ਕੇ ਆਖ ਦਿੱਤਾ ਸੀ, ਜੋ ਭਲਕੇ ਇਸ ਵੇਲੇ ਕੀ ਟਾਈਮ ਹੋਇਆ ਹੋਵੇਗਾ? 12 ਵਜੇ ਹੋਏ ਹੋਣਗੇ, 1 ਵਜਾ ਹੋਇਆ ਹੋਵੇਗਾ, 2 ਵਜੇ ਹੋਏ ਹੋਣਗੇ। ਭਾਵ ਇਸ ਵੇਲੇ, ਠੀਕ ਇਸ ਵੇਲੇ ਬਿਨਜਾਮੀਆਂ ਦੇ ਦੇਸ਼ ਚੋਂ ਇੱਕ ਮਨੁੱਖ ਤੇਰੇ ਕੋਲ ਆਵੇਗਾ। ਕਿਸ ਵੇਲੇ? ਇਸ ਵੇਲੇ। ਸਵੇਰੇ ਤੇ ਸ਼ਾਮ ਦੀ ਗੱਲ ਨਹੀਂ ਕੀਤੀ ਕਿ ਸਵੇਰ ਨੂੰ ਆਵੇਗਾ ਜਾਂ ਸ਼ਾਮ ਨੂੰ ਆਵੇਗਾ ਜਾਂ ਦੁਪਹਿਰ ਨੂੰ ਆਵੇਗਾ। ਇਸ ਵੇਲੇ ਦਾ ਮਤਲਬ ਕਿ ਉਸ ਵੇਲੇ ਕਲੌਕ ਨਹੀਂ ਸੀ, ਘੜੀਆਂ ਨਹੀਂ ਸੀ, ਪਰਛਾਵਿਆਂ ਦੇ ਉੱਤੇ ਜੱਜਮੈਂਟ ਕੀਤੀ ਜਾਂਦੀ ਸੀ ਕਿ ਹੁਣ ਇਸ ਪਿੱਲਰ ਦਾ ਜਿਹੜਾ ਪਰਛਾਵਾਂ ਕਿੱਥੇਗਾ? ਇੱਥੇਗਾ। ਤੇ ਇਸ ਵੇਲੇ ਹੀ ਸ਼ਾਊਲ ਮੇਰੇ ਕੋਲ ਆਵੇਗਾ। ਹਾਲੇਲੂਇਆ। ਇਸ ਵੇਲੇ ਦਾ ਮਤਲਬ ਇੱਕ ਫਿਕਸ ਟਾਈਮ। ਜਦੋਂ ਰੁੱਖਾਂ ਦੇ ਪਰਛਾਵੇਂ ਰੁੱਖ ਦੀਆਂ ਥੱਲੇ ਆ ਜਾਂਦੇ ਆ, ਜਦੋਂ ਰੁੱਖ ਦਾ ਪਰਛਾਵਾਂ ਇੰਨੀ ਕੁ ਦੂਰ ਚਲਾ ਜਾਂਦਾ ਹੈ, ਇੱਕ ਦਿਨ ਪਹਿਲਾਂ ਕਿਹਾ ਕਿ ਠੀਕ ਇਸ ਵੇਲੇ ਬਿਨਜਾਮੀਆਂ ਤੋਂ ਇੱਕ ਬੰਦਾ ਤੇਰੇ ਕੋਲ ਆਵੇਗਾ, ਤੂੰ ਉਹਨੂੰ ਮਸਾ ਕਰੀ ਤੇ ਉਹ ਇਜ਼ਰਾਈਲ ਦਾ ਪ੍ਰਧਾਨ ਹੋਵੇਗਾ। ਗੱਲ ਸਮੇਂ ਦੀ ਆ। ਪ੍ਰਭੂ ਨੇ ਖੁਦ ਕਿਹਾ ਇਸ ਵੇਲੇ। ਜੇ ਸ਼ਾਊਲ ਕਹਿੰਦਾ ਕਿ ਥੱਕ ਗਏ, ਅੱਧਾ ਘੰਟਾ ਠਹਿਰ ਕੇ ਜਾਵਾਂਗੇ। ਸ਼ਾਊਲ ਕਹਿੰਦਾ ਥੱਕ ਗਏ ਆ ਤਾਂ 2 ਘੰਟੇ ਬਾਅਦ ਜਾਵਾਂਗੇ। ਜੇ ਸ਼ਾਊਲ ਕਹਿੰਦਾ ਕਿ ਸਮੋਸਿਆਂ ਦੀ ਚੰਗੀ ਰੇੜੀ ਹੈ, ਚਲ ਖਾ ਕੇ ਜਾਵਾਂਗੇ, ਭਟੂਰੇ ਖਾ ਕੇ ਜਾਵਾਂਗੇ, ਕੁਲਚੇ ਖਾ ਕੇ ਜਾਵਾਂਗੇ।
ਤੇ ਫਿਰ ਇਸ ਵੇਲੇ ਨਹੀਂ ਪਹੁੰਚ ਹੋਣਾ ਸੀ, ਫਿਰ ਉਸ ਵੇਲੇ ਨਹੀਂ ਪਹੁੰਚ ਹੋਣਾ ਸੀ। ਅਸੀਂ ਵੀ ਕਈ ਦੇਖਦੇ ਆ ਰੇੜੀਆਂ ਤੇ ਹੁੰਦੇ ਆ, ਹਾਲੇਲੂਇਆ, ਇੱਕ ਬੱਸ ਕੱਢ ਦਿੱਤੀ, ਦੋ ਬੱਸ ਕੱਢ ਦਿੱਤੀ, ਤਿੰਨ ਬੱਸ ਕੱਢ ਦਿੱਤੀ, ਮੁੜ ਕੇ ਪਾਸਟਰ ਨੂੰ ਕਹਿਣਾ ਬੱਸ ਹੀ ਨਹੀਂ ਮਿਲੀ ਜੀ। ਜਿਹੜੀਆਂ ਪਹਿਲਾਂ ਭੇਜੀਆਂ ਸੀ ਉਹ ਬਹਾਨੇ ਬੜੇ ਆ, ਬਹਾਨੇ ਬੜੇ ਆ। ਕਦੀ ਡਿਕਸ਼ਨਰੀ ਦੇਖੀ ਕਿੱਡੀ ਮੋਟੀ ਹੁੰਦੀ ਹੈ ਡਿਕਸ਼ਨਰੀ, ਬੜੀ ਮੋਟੀ ਹੁੰਦੀ ਹੈ, ਬੜੇ ਮੀਨਿੰਗ ਹੁੰਦੇ ਆ। ਤੇ ਜੇ ਅੱਜ ਬਹਾਨਿਆਂ ਦੀ ਡਿਕਸ਼ਨਰੀ ਬਣਾਉਣੀ ਹੋਵੇ ਨਾ ਤਾਂ ਸਭ ਤੋਂ ਪਹਿਲਾਂ ਕਿਹਨਾਂ ਦੇ ਬਹਾਨੇ ਬਣਨੇ? ਮਸੀਹੀ ਲੋਕਾਂ ਦੇ, ਕਿਉਂਕਿ ਮਸੀਹੀ ਲੋਕਾਂ ਦੇ ਬਹਾਨੇ ਹੀ ਬੜੇ ਆ। ਕਿਉਂਕਿ ਮਸੀਹੀ ਲੋਕਾਂ ਨੇ ਸਿੱਖ ਲਿਆ ਹੈ ਸੱਚਾਈ ਨੂੰ ਕਿੱਦਾਂ ਬਹਾਨਿਆਂ ਨਾਲ ਮਰੋੜਨਾ ਤੋੜਨਾ। ਤੌਬਾ ਕਰਨ ਵਾਲੇ ਲੋਕਾਂ ਨੇ ਸਿੱਖ ਲਿਆ ਹੈ ਕਿ ਕਿੱਦਾਂ ਅਸੀਂ ਆਪਣੇ ਰੀੜ ਸਿਰ ਦਰਦ ਨੂੰ ਸੂਈ ਦੀ ਨੋਕ ਦੇ ਜਿੰਨੇ ਦਰਦ ਨੂੰ ਅਸੀਂ ਵੱਡਾ ਦਰਦ ਬਣਾ ਲੈਣਾ। ਹਾਏ ਉੱਠ ਹੀ ਨਹੀਂ ਹੁੰਦਾ ਸੀ ਮੇਰੇ ਤੋਂ ਤਾਂ ਉਹਦਾ ਆਪਣੇ ਨਿਆਣਿਆਂ ਨੂੰ ਵੀ ਰਿਮੋਟ ਨਹੀਂ ਦੇਣਾ, ਰਿਮੋਟ ਆਪਣੇ ਹੱਥ 'ਚ ਰੱਖ ਛੱਡਣਾ ਟੀਵੀ ਦਾ। ਨਹੀਂ, ਪੜੋ ਜਾ ਕੇ। ਤੇ ਜੇ ਪਾਸਟਰ ਪੁੱਛ ਲੈ ਭੈਣ ਜੀ ਲੇਟ ਹੋ ਗਏ, ਭਾਜੀ ਸਿਰ ਇੰਨਾ ਦੁਖਦਾ ਸੀ ਤੋਰੀ ਨਹੀਂ ਹੁੰਦਾ ਸੀ। ਜਿੱਦਾਂ ਸਿਰ ਦਾ ਦਰਦ ਨਹੀਂ ਪੈਰਾਂ ਦਾ ਦਰਦ ਹੁੰਦਾ ਹੋਵੇ, ਦਰਦ ਸਿਰ 'ਚ ਹੋਵੇ ਤੋਰੀ ਨਹੀਂ ਹੁੰਦਾ। ਇੱਕ ਡਿਕਸ਼ਨਰੀ ਬਣ ਜਾਣੀ, ਪੂਰੀ ਦੁਨੀਆ ਕਹੂਗੀ ਵਾਕਈ ਮਸੀਹ ਲੋਕਾਂ ਦੇ ਬਹਾਨੇ ਆ। ਸੈਮੂਅਲ ਨੂੰ ਪਰਮੇਸ਼ਵਰ ਨੇ ਕਿਹਾ ਕੱਲ ਇਸ ਵੇਲੇ ਤੇਰੇ ਕੋਲ ਇੱਕ ਮਨੁੱਖ ਆਵੇਗਾ, ਤੇ ਟਾਈਮ ਦੀ ਜਜਮੈਂਟ ਪਰਛਾਵਿਆਂ ਤੋਂ ਹੁੰਦੀ ਸੀ ਉਸ ਵੇਲੇ। ਤੇ ਸੈਮੂਅਲ ਨੇ ਵੀ ਮੇਰੇ ਜੋ ਪਰਛਾਵਿਆਂ ਦੀ ਜਜਮੈਂਟ ਦੇ ਨਾਲ ਹੀ ਦੂਜੇ ਦਿਨ ਆਏ ਹੋਏ ਬੰਦੇ ਦੀ ਪਹਿਚਾਣ ਕੀਤੀ ਕਿ ਰੱਬ ਨੇ ਮੈਨੂੰ ਇਸ ਵੇਲੇ ਆਉਣ ਲਈ ਕਿਹਾ ਸੀ, ਇਸ ਵੇਲੇ ਆਹੀ ਬੰਦਾ ਆਇਆ। ਸੈਮੂਅਲ ਨੇ ਵੀ ਰੱਬ ਦੀ ਕਹੀ ਹੋਈ ਗੱਲ ਨੂੰ ਫੜਿਆ ਤੇ ਸਮੇਂ ਵੱਲ ਦੇਖਿਆ ਕਿ ਕੱਲ ਐਸੇ ਵੇਲੇ ਰੱਬ ਨੇ ਮੇਰੇ ਨਾਲ ਗੱਲ ਕੀਤੀ ਸੀ, ਠੀਕ 24 ਘੰਟੇ ਬਾਅਦ ਆਹੀ ਬੰਦਾ ਆਇਆ ਆ, ਇਹੀ ਇਜ਼ਰਾਈਲ ਦਾ ਪ੍ਰਧਾਨ ਬਣੇਗਾ। ਜੇ ਥੋੜਾ ਜਿਹਾ ਅੱਗੜ ਪਿੱਛੜ ਹੋ ਜਾਂਦਾ, ਫੇਰ ਕੀ ਹੁੰਦਾ? ਫਿਰ ਸੈਮੂਅਲ 605 ਪੈ ਜਾਣਾ ਸੀ। ਇਹ ਤਾਂ ਬੰਦਾ ਲੇਟ ਆਇਆ ਆ, ਹੁਣ ਮੈਂ ਕੀ ਕਰਾਂ? ਬਣਾਵਾਂ ਕਿ ਨਾ ਬਣਾਵਾਂ, ਕਰਾਂ ਕਿ ਨਾ ਕਰਾਂ, ਬਰਕਤ ਦਵਾਂ ਕਿ ਨਾ ਦਵਾਂ, ਪਦਵੀ ਦਵਾਂ ਕਿ ਨਾ ਦਵਾਂ, ਰੁਤਬੇ ਤੇ ਬਿਠਾਵਾਂ ਕਿ ਨਾ ਬਿਠਾਵਾਂ ਇਹਨੂੰ? 605 ਚ ਪੈ ਜਾਣਾ ਸੀ ਉਹਨੇ। ਪਰ ਸ਼ਾਉਲ ਦੀ ਗੱਲ ਇਹ ਸੀ ਕਿ ਜੇ ਉਹ ਤੋਂ ਤੁਰਿਆ ਆ ਤੇ ਖੁਦਾ ਨੇ ਉਹਦੇ ਕਦਮਾਂ ਨੂੰ ਨਾਪ ਲਿਆ ਸੀ ਕਿ ਇਸ ਵੇਲੇ ਪਹੁੰਚਣਾ ਇਹਨੇ, ਕਿਉਂਕਿ ਥੱਕਿਆ ਹੋਇਆ ਹੋਣਾ ਆ। 5 ਦੇਸ਼ ਘੁੰਮ ਗਿਆ ਤਾਂ ਉਹਦੇ ਚ ਇੰਨੀ ਫੁਰਤੀ ਨਹੀਂ ਹੋਣੀ। ਜਿਸ ਗਧੇ ਉੱਤੇ ਆਇਆ ਹੋਣਾ ਉਹ ਚ ਵੀ ਇੰਨੀ ਫੁਰਤੀ ਨਹੀਂ ਹੋਣੀ। ਤੇ ਰੱਬ ਨੇ ਉਹਦੇ ਕਦਮਾਂ ਨੂੰ ਮਿਲ ਲਿਆ ਸੀ ਕਿ ਠੀਕ 24 ਘੰਟੇ ਬਾਅਦ ਹੀ ਸ਼ਾਉਲ ਸੈਮੂਅਲ ਕੋਲ ਪਹੁੰਚਣਾ ਹੈ। ਐਦਾਂ ਹੀ ਪਰਮੇਸ਼ਵਰ ਆਪਣੀ ਪਵਿੱਤਰ ਆਤਮਾ ਦੁਆਰਾ, ਦੂਤਾਂ ਦੇ ਦੁਆਰਾ, ਆਪਣੇ ਦਾਸ ਦੇ ਮੁਖ ਦੇ ਸ਼ਬਦਾਂ ਦੇ ਦੁਆਰਾ ਬਲੇਸਿੰਗ ਦਿੰਦਾ ਆ ਕਿ ਇਸ ਵਕਤ ਆਵੇਗਾ, ਧੰਨਵਾਦ ਦੇ ਬਲਿਦਾਨ ਚੜਾਵੇਗਾ, ਇਹਨੂੰ ਆਸ਼ੀਸ਼ ਦੇ ਦੇ, ਇਹਨੂੰ ਆ ਬਰਕਤ ਦੇ ਦੇ। ਹਾਲੇਲੂਇਆ। ਤੇ ਜੇ ਹੁਣ ਆਵੇ ਹੀ ਨਾ, ਦਾਸ ਕੀ ਕਰੇ? ਦੂਤ ਕੀ ਕਰਨ? ਤੇ ਆਤਮਾ ਉੱਥੇ ਕੀ ਕਰੂ? ਕਦੀ ਨਹੀਂ ਹੋ ਸਕਦਾ ਕੰਮ, ਕਿਉਂਕਿ ਪਵਿੱਤਰ ਆਤਮਾ ਨੇ ਸਾਡੇ ਚ ਕੁਆਲਿਟੀ ਦੇਖਣੀ ਆ। ਪਵਿੱਤਰ ਆਤਮਾ ਨੇ ਸਾਡੇ ਚ ਕੀ ਦੇਖਣੀ ਆ? ਕੁਆਲਿਟੀ। ਤੇ ਦੂਤਾਂ ਨੇ ਸਾਡੀ ਪ੍ਰਾਰਥਨਾ ਨਹੀਂ ਸੁਣਨੀ। ਦੂਤਾਂ ਨੇ ਇਹ ਨਹੀਂ ਕਹਿਣਾ ਕਿ ਜੀ ਤੂੰ ਸਮੇਂ ਤੋਂ ਬਾਹਰ ਆਇਆ ਤੇ ਚਲੋ ਕੋਈ ਨਹੀਂ ਮੈਂ ਦੇ ਦਿੰਦਾ, ਬੰਦਾ ਤਾਂ ਤੂੰ ਹੀ ਆ ਨਾ। ਕਿਉਂਕਿ ਦੂਤ ਸਿਰਫ ਪਰਮੇਸ਼ਵਰ ਦਾ ਹੁਕਮ ਸੁਣਦੇ ਆ ਤੇ ਪੂਰਾ ਕਰਦੇ ਆ। ਜੇ ਪਰਮੇਸ਼ਵਰ ਨੇ ਕਿਹਾ ਇਸ ਵੇਲੇ ਦੀ ਪ੍ਰਾਰਥਨਾ ਚ ਇਹਨੂੰ ਉੱਤਰ ਦੇ, ਤਾਂ ਦੂਤ ਨੇ ਉਸੇ ਵੇਲੇ ਦੀ ਪ੍ਰਾਰਥਨਾ ਚ ਉੱਤਰ ਦੇਣਾ ਆ, ਬਰਕਤ ਆਉਣੀ ਆ, ਦੂਜੇ ਸਮੇਂ ਚ ਨਹੀਂ। ਹਾਲੇਲੂਇਆ। ਹਿਜ਼ਕੀਯਾਹ ਦਾ ਜੀਵਨ ਜਦੋਂ ਪੜ੍ਹਦੇ ਆ ਕਿੰਨਾ ਦੁੱਖ ਆਇਆ ਉਹਦੇ ਜੀਵਨ ਚ। ਕਹਿੰਦਾ ਤੂੰ ਮਰਨਾ ਆ, ਆਪਣੀ ਜ਼ਿੰਮੇਵਾਰੀ ਆਪਣੇ ਪਰਿਵਾਰ ਉੱਤੇ ਪਾ। ਕਿੰਨਾ ਸਮਾਂ ਲਗਾਇਆ ਉਹਨੇ ਪ੍ਰਾਰਥਨਾ ਕਰਨ ਚ, ਕਿੰਨਾ ਟਾਈਮ ਵੇਸਟ ਕੀਤਾ ਪ੍ਰਾਰਥਨਾ ਤੋਂ ਪਹਿਲਾਂ ਨੇ। ਇੱਕ ਪਲ ਵੀ ਖਰਾਬ ਨਹੀਂ ਹੋਣ ਦਿੱਤਾ ਉਹਨੇ। ਲਿਖਿਆ ਇਧਰੋਂ ਯਸ਼ਾਇਆ ਨੇ ਕਿਹਾ ਦੇਖ ਤੂੰ ਮਰਨਾ ਆ ਤੇ ਆਪਣੀ ਜ਼ਿੰਮੇਵਾਰੀ ਆਪਣੇ ਪਰਿਵਾਰ ਤੇ ਪਾ। ਲਿਖਿਆ ਤਦ ਹੀ ਹਿਜ਼ਕੀਯਾਹ ਨੇ ਕੰਧ ਵੱਲ ਨੂੰ ਮੂੰਹ ਕੀਤਾ ਤੇ ਖੁਦਾ ਦੇ ਅੱਗੇ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ, ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਹਾਲੇਲੂਇਆ। ਤੇ ਇਹ ਸਾਨੂੰ ਰੱਬ ਕਹਿ ਦਵੇ ਕਿ ਤੂੰ ਮਰਨਾ ਆ
ਸੱਦ ਲਓ ਡਾਕਟਰ ਨੂੰ, ਬੀਪੀ ਚੈੱਕ ਕਰਾ ਦਿਓ, ਸ਼ੂਗਰ ਚੈੱਕ ਕਰਾ ਦਿਓ, ਫਲਾਨਾ ਚੈੱਕ ਕਰਾ ਦਿਓ, ਆਹ ਚੈੱਕ ਕਰਾ ਦਿਓ। ਹੈਗੇ ਅਸੀਂ ਤਕੜੇ ਹੱਟੇ ਕੱਟੇ ਆ ਤੇ ਐਵੇਂ ਡਾਕਟਰ ਸੱਦ ਕੇ ਚੈੱਕ ਕਰਾਉਣਾ ਸ਼ੁਰੂ ਕਰ ਦਿੰਦੇ ਆ। ਪਰ ਹਿਜ਼ਕੀਆ ਨੇ ਕੋਈ ਵੈਦ ਕੋਈ ਹਕੀਮ ਵੱਲ ਧਿਆਨ ਨਹੀਂ ਦਿੱਤਾ, ਹਿਜ਼ਕੀਆ ਨੇ ਖੁਦਾ ਵੱਲ ਧਿਆਨ ਦਿੱਤਾ। ਉਸੇ ਵੇਲੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਉਸੇ ਵੇਲੇ ਲਿਖਿਆ, ਉਸੇ ਵਕਤ ਪਰਮੇਸ਼ਰ ਨੇ ਉਸੇ ਆਪਣੇ ਦਾਸ ਨੂੰ ਕਿਹਾ, ਜਾ 10-15 ਸਾਲ ਤੂੰ ਹੋਰ ਜੀਏਗਾ। ਹਾਲੇਲੂਇਆ। ਸਮਾਂ ਸਾਡੇ ਲਈ ਆਸ਼ੀਸ਼ ਲੈ ਕੇ ਆਉਂਦਾ ਆ। ਇਸੇ ਲਈ ਸੰਤ ਪੌਲਸ ਇਸ ਗੱਲ ਨੂੰ ਬਿਆਨ ਕਰਦੇ ਆ, ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ। ਜਿਹੜਾ ਚਾਹੁੰਦਾ ਹੈ ਕਿ ਮੇਰਾ ਕੱਲ ਦਾ ਸਮਾਂ ਵਧੀਆ ਹੋਵੇ, ਉਹ ਅੱਜ ਤੋਂ ਹੀ ਨਿਰਣਾ ਲੈ ਲਵੇ, ਸੰਕਲਪ ਕਰ ਲਵੇ ਕਿ ਰੱਬ ਦੀ ਹਜ਼ੂਰੀ 'ਚ ਮੈਂ ਸਮੇਂ ਨਾਲ ਪਹੁੰਚਣਾ ਹੈ ਤੇ ਸਮੇਂ ਨਾਲ ਉਹਦੀ ਭਗਤੀ ਕਰਨੀ ਆ। ਪਰਮੇਸ਼ਵਰ ਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਂ ਇਹ ਜ਼ਿੰਦਗੀ ਦਾ ਜਿੰਨਾ ਵੀ ਸਮਾਂ ਆ ਉਹਦੇ ਹੱਥਾਂ ਵਿੱਚ ਦੇ ਦੇਣਾ, ਉਹਦੇ ਚਰਨਾਂ 'ਚ ਬਤੀਤ ਕਰ ਦੇਣਾ। ਜਦੋਂ ਤੁਸੀਂ ਖੁਦਾ ਦੀ ਹਜ਼ੂਰੀ 'ਚ ਖੁਦਾ ਦੇ ਮਨ ਭਾਉਂਦੇ ਸਮੇਂ 'ਚ ਆਓਗੇ, ਧਰਤੀ ਉੱਤੇ ਤੁਹਾਡੇ ਲਈ ਹਰ ਇੱਕ ਸਮਾਂ ਮਨ ਭਾਉਂਦਾ ਹੋਵੇਗਾ। ਕਿਸੇ ਵੀ ਸਮੇਂ ਨੂੰ ਤੁਸੀਂ ਮਾੜਾ ਨਹੀਂ ਕਹੋਗੇ। ਕਿਹੜਾ ਮਾੜਾ ਵੇਲਾ ਸੀ ਜਦੋਂ ਮੈਂ ਘਰੋਂ ਤੁਰਿਆ, ਉਹ ਕਿਹੜੀ ਮਾੜੀ ਘੜੀ ਸੀ ਜਦੋਂ ਮੈਂ ਇਹਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਹ ਕਿਹੜੀ ਮਾੜੀ ਘੜੀ ਸੀ ਮੈਂ ਇਸ ਚੀਜ਼ ਨੂੰ ਲੈਣ ਦੇ ਲਈ ਡਿਸਕਸ ਕਰਨੀ ਸ਼ੁਰੂ ਕਰ ਦਿੱਤੀ, ਉਹ ਕਿਹੜੀ ਮਾੜੀ ਘੜੀ ਸੀ ਜਿਸ ਸਮੇਂ 'ਚ ਮੈਂ ਬਿਜ਼ਨਸ ਸ਼ੁਰੂ ਕੀਤਾ ਮੈਂ ਫੇਲ ਹੋ ਗਿਆ। ਜਦੋਂ ਤੁਸੀਂ ਰੱਬ ਦੀ ਹਜ਼ੂਰੀ ਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਮੇਰੇ ਟਾਈਮ ਲਗਾਓਗੇ ਤਾਂ ਹਰ ਇੱਕ ਸਮਾਂ ਤੁਹਾਡੇ ਲਈ ਵਧੀਆ ਹੋਵੇਗਾ। ਹਰ ਇੱਕ ਪਲ, ਹਰ ਇੱਕ ਘੜੀ ਤੁਹਾਡੇ ਲਈ ਵਧੀਆ ਹੋਵੇਗੀ। ਇਸ ਲਈ ਖੱਬੇ ਸੱਜੇ ਧਿਆਨ ਦੇਣਾ ਬੰਦ ਕਰਕੇ ਰੱਬ ਦੀ ਹਜ਼ੂਰੀ 'ਚ ਧਿਆਨ ਦੇਣਾ ਸ਼ੁਰੂ ਕਰ ਦਿਓ। ਜੇ ਤੁਸੀਂ ਪ੍ਰਭੂ ਦੀ ਕਾਰ ਚਾਹੁੰਦੇ ਹੋ ਤਦ ਵੀ ਜਿਹੜੇ ਟਾਈਮ ਨਾਲ ਆਉਂਦੇ ਉਹ ਵੀ ਆਪਣਾ ਜੀਵਨ ਜਿਹੜਾ ਆ ਸਮਰਪਿਤ ਕਰਕੇ ਬੈਠੋ ਤਾਂ ਕਿ ਪਰਮੇਸ਼ਵਰ ਦੇ ਨਾਲ ਸਾਡੀ ਗੱਲ ਹੋ ਸਕੇ, ਪਰਮੇਸ਼ਵਰ ਨਾਲ ਸਾਡਾ ਮਿਲਾਪ ਹੋ ਸਕੇ, ਅਸੀਂ ਪਰਮੇਸ਼ਵਰ ਦੇ ਨੇੜੇ ਜਾ ਸਕੀਏ। ਦੂਰ ਰਹਿਣ ਵਾਲੀ ਤਾਂ ਸਾਰੀ ਦੁਨੀਆ ਹੀ ਆ ਤੇ ਸਾਨੂੰ ਖੁਦਾ ਨੇ ਦੂਰ ਰਹਿਣ ਵਾਸਤੇ ਨਹੀਂ, ਸਾਨੂੰ ਪਰਮੇਸ਼ਵਰ ਨੇ ਨੇੜੇ ਆਉਣ ਦੇ ਲਈ ਚੁਣ ਲਿਆ ਆ। ਹਾਲੇਲੂਇਆ। ਨੇੜੇ ਆਉਣ ਲਈ ਚੁਣ ਲਿਆ ਆ। ਏਲੀਆ ਸਮੇਂ ਨਾਲ ਗਿਆ, ਆਪ ਵੀ ਖਾਦਾ ਤੇ ਘਰਾਣਿਆਂ ਨੂੰ ਖਾਣ ਵਾਸਤੇ ਦਿੱਤਾ, ਆਸ਼ੀਸ਼ ਸੀ। ਅਲੀਸ਼ਾ ਖੁਦਾ ਦੀ ਹਜ਼ੂਰੀ ਚੋਂ ਉੱਠਿਆ ਨਹੀਂ, ਨਾ ਧਨ ਵੱਲ ਧਿਆਨ ਦਿੱਤਾ, ਨਾ ਦੌਲਤ ਵੱਲ ਧਿਆਨ ਦਿੱਤਾ। ਅਲੀਸ਼ਾ ਦੀ ਜ਼ਿੰਦਗੀ ਸਫਲ ਸੀ। ਗਿਹਾਜੀ ਨੇ ਮੇਰੇ ਜੋ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਘੁਟਨੇ ਨਹੀਂ ਟੇਕੇ, ਬਲਕਿ ਉੱਠ ਕੇ ਦੁਨਿਆਵੀ ਕੰਮਾਂ ਦੇ ਵਿੱਚ ਚਲਾ ਗਿਆ, ਜਿਹਦੇ ਕਰਕੇ ਉਹਦੇ ਜੀਵਨ ਦੇ ਵਿੱਚ, ਉਹਦੀ ਫੈਮਿਲੀ 'ਚ, ਉਹਦੀ ਆਉਣ ਵਾਲੀ ਪੀੜ੍ਹੀ ਵਿੱਚ ਵੀ ਸ਼ਰਾਪ ਆ ਗਿਆ। ਇਸੇ ਲਈ ਸੰਤ ਪੌਲਸ ਇਸ ਗੱਲ ਨੂੰ ਬਿਆਨ ਕਰਦਾ ਆ ਕਿ ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ। ਯਿਸੂ ਮਸੀਹ ਨੇ ਸਮੇਂ ਸਿਰ ਆ ਕੇ ਇਸ ਧਰਤੀ ਉੱਤੇ ਸਾਡੇ ਪਾਪਾਂ ਦੇ ਲਈ ਜਾਨ ਦਿੱਤੀ, ਸਮੇਂ ਸਿਰ ਆਪਣਾ ਲਹੂ ਬਹਾਇਆ ਤਾਂ ਕਿ ਸਾਨੂੰ ਸਮੇਂ ਸਿਰ ਪਾਪਾਂ ਦੀ ਮਾਫੀ ਮਿਲ ਸਕੇ। ਹਾਲੇਲੂਇਆ। ਲਿਖਿਆ ਬਾਈਬਲ ਦੇ ਵਿੱਚ, ਮਾਂ ਦੀ ਕੁੱਖ 'ਚ ਪੈਣ ਤੋਂ ਪਹਿਲਾਂ, ਜਗਤ ਦੀਆਂ ਨੀਆਂ ਧਰਨ ਤੋਂ ਵੀ ਪਹਿਲਾਂ ਤੁਹਾਨੂੰ ਪਰਮੇਸ਼ਰ ਨੇ ਆਪਣੇ ਲਈ ਚੁਣ ਲਿਆ ਆ। ਜੇ ਖੁਦਾ ਨੇ ਸਾਨੂੰ ਆਪਣੇ ਲਈ ਚੁਣਿਆ ਆ ਤਾਂ ਫਿਰ ਖੁਦਾ ਦੇ ਅੱਗੇ ਹੀ ਮੇਰੇ ਜੋ ਸਾਡਾ ਜੀਵਨ ਵਧੀਆ ਆ, ਖੁਦਾ ਦੀ ਸਲੀਬ ਦੇ ਅੱਗੇ ਹੀ ਸਾਡੀ ਜ਼ਿੰਦਗੀ ਵਧੀਆ ਤੇ ਸਫਲ ਆ। ਜੇ ਅਸੀਂ ਆਪਣਾ ਜੀਵਨ ਖੁਦਾ ਦੇ ਅੱਗਿਓਂ, ਖੁਦਾ ਦੀ ਸਲੀਬ ਦੇ ਅੱਗਿਓਂ ਚੁੱਕੇ ਹੋਰ ਪਾਸੇ ਲੱਭਣ ਦੀ ਕੋਸ਼ਿਸ਼ ਕਰਾਂਗੇ, ਫੇਲ ਹੋ ਜਾਵਾਂਗੇ, ਅਸਫਲ ਹੋ ਜਾਵਾਂਗੇ, ਕੋਈ ਬਰਕਤ ਤੇ ਕੋਈ ਆਸ਼ੀਸ਼ ਨਹੀਂ ਹੋਵੇਗੀ। ਜਿਵੇਂ ਬਾਈਬਲ 'ਚ ਲਿਖਿਆ ਗਿਆ ਆ, ਜਦੋਂ ਮੇਰੇ ਜੋ ਇੱਕ ਰੁਕਾਵਟ, ਵੱਡੀ ਰੁਕਾਵਟ, ਯਰੀਹੋ ਦੀ ਦੀਵਾਰ ਜਿਹੜੀ ਇਜ਼ਰਾਈਲੀ ਲੋਕਾਂ ਦੇ ਲਈ ਇੱਕ ਰੁਕਾਵਟ ਸੀ, ਬਾਈਬਲ 'ਚ ਪਰਮੇਸ਼ਰ ਨੇ ਕਿਹਾ, ਕਹਿੰਦਾ ਜਾਓ 6 ਦਿਨ ਇੱਕ ਸਮੇਂ ਉਸ ਸ਼ਹਿਰ ਦੇ ਦੁਆਲੇ ਚੱਕਰ ਕੱਟੋ। 6 ਦਿਨ ਲਗਾਤਾਰ ਇੱਕ ਵਾਰੀ। ਉਸ ਤੋਂ ਬਾਅਦ ਉਹਨੇ ਕਿਹਾ 7ਵੇਂ ਦਿਨ 7 ਵਾਰੀ, 7 ਟਾਈਮ ਦੇ ਦਿੱਤੇ, ਕਹਿੰਦਾ 7 ਵਾਰੀ ਬੈਠੋ। ਜਦੋਂ ਪਰਮੇਸ਼ਰ ਦੀ ਇੱਛਾ ਦੇ ਮੁਤਾਬਕ ਕੀਤਾ, ਯਰੀਹੋ ਦੀਆਂ ਦੀਵਾਰਾਂ ਜਿਹੜੀਆਂ ਮੇਰੇ ਜੋ ਇਜ਼ਰਾਈਲੀ ਲੋਕਾਂ ਦੀ ਸਫਲਤਾ 'ਚ ਰੁਕਾਵਟ ਬਣਦੀਆਂ ਸੀ, ਉਹ ਢਹਿ ਢੇਰੀ ਹੋ ਗਈਆਂ। ਤੁਹਾਡਾ ਖੁਦਾ ਦੀ ਹਜ਼ੂਰੀ 'ਚ ਆਉਣਾ ਤੁਹਾਡੇ ਦੁਸ਼ਮਣ ਨੂੰ ਢਹਿ ਢੇਰੀ ਕਰਨ ਦੇ ਲਈ ਆ। ਤੁਹਾਡਾ ਪ੍ਰਭੂ ਦੀ ਹਜ਼ੂਰੀ 'ਚ ਸਮਾਂ ਲਗਾਉਣਾ ਦੁਸ਼ਮਣ ਦੀਆਂ ਦੀਵਾਰਾਂ ਨੂੰ ਸੁੱਟਣ ਦੇ ਲਈ ਆ। ਤੇ ਜੇ ਅੱਜ ਤੁਸੀਂ ਆਪਣੇ ਦੁਸ਼ਮਣ ਦੀਆਂ ਦੀਵਾਰਾਂ ਨੂੰ ਨੀਹਾਂ ਤੋਂ, ਜੜ੍ਹਾਂ ਤੋਂ ਉਖਾੜਨਾ ਚਾਹੁੰਦੇ ਆ ਤਾਂ ਮੇਰੇ ਜੋ ਪ੍ਰਭੂ ਦੀ ਹਜ਼ੂਰੀ 'ਚ ਸਮੇਂ ਸਿਰ ਆਓ, ਸਮੇਂ ਸਿਰ ਆਪਣੇ ਘਰਾਂ 'ਚ ਪ੍ਰਭੂ ਦੀ ਹਜ਼ੂਰੀ 'ਚ ਬੈਠੋ, ਸਮੇਂ ਸਿਰ ਬਾਈਬਲ ਪੜ੍ਹੋ, ਪਰਮੇਸ਼ਰ ਨਾਲ ਜੁੜੇ ਰਹੋ, ਪਰਮੇਸ਼ਰ ਨਾਲ ਬਣੇ ਰਹੋ ਤੇ ਖੁਦਾ ਮੇਰੇ ਤੁਹਾਡੇ ਘਰ ਬੈਠੇ ਹੀ ਅਲੀਸ਼ਾ ਦੇ ਵਾਂਗ ਤੁਹਾਡੀਆਂ ਜ਼ਰੂਰਤ ਦੀਆਂ ਵਸਤੂਆਂ ਤੁਹਾਡੇ ਘਰ ਪਹੁੰਚਾਵੇਗਾ। ਆਮੀਨ, ਆਮੀਨ। ਸੋ ਅਗੇ ਸਭ ਖੜੇ ਹੋਵਾਂਗੇ ਪ੍ਰਭੂ ਦੀ ਹਜ਼ੂਰੀ 'ਚ, ਅੱਜ ਦੇ ਵਚਨ ਨੂੰ ਇੱਥੇ ਸਮਾਪਤ ਕਰਾਂਗੇ।